दरबारे खालसा जून चैनल ਨਾਲ जुड़े हुए सारे साथियों ਨੂੰ जय हिंद, सत श्री अकाल। ਅੱਜ ਆਪਣਾ ਜਿਹੜਾ ਮੁੱਖ ਵਿਸ਼ਾ ਉਹ ਤੇ ਆਉਣ ਤੋਂ ਪਹਿਲਾਂ ਜ਼ਰੂਰੀ ਬਣਦਾ ਸੰਘਰਸ਼ ਦੇ ਬਾਰੇ। ਸੰਘਰਸ਼ ਉੱਤੇ ਕਿਸਾਨ ਡਟੇ ਹੋਏ ਨੇ। ਅਲੱਗ-ਅਲੱਗ ਜ਼ਿਲ੍ਹਿਆਂ ਦੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਮਹਾਂ ਪੰਚਾਇਤਾਂ ਹੋ ਰਹੀਆਂ ਨੇ ਤੇ ਉਧਰਲੇ ਪਾਸੇ ਜਿਹੜਾ ਹੈ ਸਰਕਾਰ ਜ਼ਿਆਦਾ ਹੋਸ਼ਿਆਰ ਕੰਡਿਆਂ ਤੇ ਆ ਗਈ ਹੈ। ਜਿਸ ਤਰ੍ਹਾਂ ਹੁਣ ਸਤਵਿੰਦਰ ਨੇ ਸ਼ੇਅਰ ਕੀਤਾ, ਦੇਖੋ ਕਿੱਡੀ ਕਮੀਨੀ ਗੱਲ ਵਾ। ਸਿਲੇਬਸ ਵਿੱਚ ਹੀ ਪਾ ਦੋ, ਨਿਆਣਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਬੱਚਿਆਂ ਨੂੰ ਕਿ ਕਿਸਾਨ ਕੀ ਹਨ। ਇਹ ਜਿਹੜੀ ਰਾਜ ਕਰਤਾ ਪਾਰਟੀ ਆ ਉਹ ਆਪਣੇ ਵਾਸਤੇ ਆਪਣਾ ਖੂਹ ਪੁੱਟ ਰਹੀ ਹੈ। ਸਾਡੇ ਸਬਰ ਦਾ ਜਿਹੜਾ ਹੈ ਉਹ ਟੈਸਟ ਲੈ ਰਹੀ ਆ। ਕੁੱਲ ਬਣਾ ਕੇ ਜਿੱਤ ਸਬਰ ਦੀ ਤੇ ਸੱਚ ਦੀ ਉਹਦੇ ਵਾਸਤੇ ਆਪਾਂ ਕਮਿਟਡ ਵੀ ਆ, ਲੱਗੇ ਵੀ ਹੋਏ ਆ ਤੇ ਉਹਦੇ ਵਿੱਚ ਜਿੰਨਾ ਬਣਦਾ ਉਹਨਾਂ ਯੋਗਦਾਨ ਪਾ ਕੇ ਰਹੇ। ਅੱਜ ਦਾ ਵਿਸ਼ਾ ਮੁੱਖ ਤੌਰ ਤੇ ਜਿਹੜਾ ਪਿਛਲੇ ਸਾਡਾ 8ਵਾਂ ਖੇਤੀ ਸਤਸੰਗ ਆ NRI ਦੇ ਨਾਲ, ਜਿਹਦਾ ਉਦੇਸ਼ ਹੈ ਕਿ ਕਿਸਾਨ ਨੂੰ ਸੈਲਫ ਸਫੀਸ਼ੀਐਂਟ ਕਿਸ ਤਰ੍ਹਾਂ ਬਣਾਉਣਾ, ਕਿਸਾਨ ਆਤਮ ਨਿਰਭਰ ਕਿਸ ਤਰ੍ਹਾਂ ਬਣਾਉਣਾ। ਉਹਦੇ ਵਾਸਤੇ ਪਹਿਲਾਂ ਜਿਹੜੀਆਂ ਪ੍ਰੀਲਿਮਿਨਰੀ ਮੀਟਿੰਗਸ ਹੋਈਆਂ ਨੇ ਉਹਦੇ ਵਿੱਚੋਂ ਕਾਫੀ ਕੁਛ ਡਿਸਕਸ਼ਨ ਹੋਈ, ਉਹਨੇ ਬੜੀਆਂ ਸਹੀ ਗੱਲਾਂ ਤੇ ਸਹੀ ਦਿਸ਼ਾ ਸੈੱਟ ਹੋਈ ਆ। ਜਿਹਦੇ ਵਿੱਚੋਂ ਮੁੱਖ ਤੌਰ ਤੇ ਪਹਿਲੀ ਗੱਲ ਤਾਂ ਵੀ ਸਾਨੂੰ ਇੱਕ ਕਰੋਪਿਕ ਸਿਸਟਮ ਵੀ ਮਿਲ ਜਾਣਾ ਇਹੋ ਜਿਹਾ ਜਿਹੜਾ ਫਸਲੀ ਚੱਕਰ ਦੇ ਵਿੱਚ ਹੀ ਪ੍ਰੋਫਿਟ ਦਿੰਦਾ ਹੋਵੇ, ਵਾਲਾ ਕਰੋਪਿਕ ਸਿਸਟਮ। ਇਹ ਤੋਂ ਗਾਂ ਇੱਕ ਚੰਗੀ ਟੀਮ ਮਿਲ ਜਾਣੀ, NRI ਚੰਗੇ ਮਿਲ ਜਾਣੇ। ਇਹ ਇੱਧਰਲੇ ਪਾਸ ਨੂੰ NGO ਚਲਾ ਰਹੇ ਮੈਡਮ ਜੋਤੀ ਜੀ ਹੈ, ਬੜਾ ਲੰਬਾ ਐਕਸਪੀਰੀਅੰਸ ਆ ਉਹਦਾ, ਤੇ ਬਰਾਊਨ ਯੂਨੀਵਰਸਿਟੀ ਅਮਰੀਕਾ ਦੇ ਵਿੱਚ ਵਿਜ਼ਡਮ ਪ੍ਰੋਫੈਸਰ ਵੀ ਰਹੇ ਨੇ। ਉਹ ਇੱਕ ਐਸੀ ਪੰਜਾਬ ਦੀ ਧੀ ਜਿਹੜੀ ਉੱਥੋਂ ਇਨਫਲੂਐਂਸ ਹੋ ਕੇ ਸਮੱਸਿਆਵਾਂ ਦੇ ਵਿੱਚ ਵੀ ਪੰਜਾਬ ਦੀ ਸਮੱਸਿਆ ਕੀ ਆ, ਪਾਣੀ ਦਾ ਖਤਮ ਹੋਣਾ, ਬੇਰੁਜ਼ਗਾਰੀ, ਤੇ ਉੱਥੋਂ ਛੱਡ ਕੇ ਇੱਥੇ ਆਪਣਾ ਆਣ ਕੇ ਪੰਜਾਬ ਵਿੱਚ ਕੰਮ ਸ਼ੁਰੂ ਕੀਤਾ। ਇਸ ਵੇਲੇ ਉਹਦੀ ਵੈਸੇ ਜਿਹੜੀ ਉਹ ਇੰਟਰਨੈਸ਼ਨਲ ਅਥਾਰਟੀ ਆ ਪਾਣੀ ਦੀ ਸੇਵਕ ਦੇ ਵਿੱਚ। ਤੇ ਦੂਸਰਾ ਉਹਨੇ ਇੱਥੇ ਆਪਣੇ NGOs ਵੱਲੋਂ ਫੈਪਰੋ ਦੇ ਨਾਲ ਆਪਣੇ ਇੱਕ ਕਾਲਜ ਖੋਲ੍ਹਿਆ, ਸਕੂਲ ਫਾਰ ਪ੍ਰੋਫਿਟੇਬਲ ਐਗਰੀਕਲਚਰ ਐਂਡ ਸੋਰਸ ਕੰਜ਼ਰਵੇਸ਼ਨ, ਸਪਾਰਕ। ਉਹਨੇ ਖੁੱਲਿਆ ਸੀ ਤਾਂ ਕਰੋਨਾ ਆਉਣ ਆ ਗਿਆ। ਬਟ ਇੱਕ ਚੀਜ਼ ਹੈਗੀ ਆ, ਇਹ ਆਪਣੇ ਕੋਲ ਆਪਣੀ ਗੱਲ ਜਿਸ ਤਰ੍ਹਾਂ ਅਗਾਂਹ ਚਲੀ, ਉਹ ਇੱਕ ਅਸੈਟ ਬਣਾਇਆ ਹੈ ਜਿਹਨੂੰ ਆਪਾਂ ਸਾਰਾ ਕੋਆਰਡੀਨੇਟ ਕਰਕੇ ਕਰ ਸਕਦੇ ਹਾਂ। ਅੱਜ ਵੀ ਕੁਛ NRI ਵੀਰ ਨਹੀਂ ਜੁੜ ਸਕੇ, ਕੋਈ ਬਟ ਨੈਚੁਰਲ ਇਹਦੇ ਨਾਲੋਂ ਵੱਧ ਜ਼ਰੂਰੀ ਕੰਮ ਪੈ ਗਿਆ ਹੋਣਾ, ਉਸ ਕਰਕੇ ਨਹੀਂ ਆਏ। ਅਦਰਵਾਈਜ਼ ਜਿਹੜਾ ਆਪਣਾ ਪਿਛਲੀ ਮੀਟਿੰਗ ਵਿੱਚ ਸਾਫ ਹੋਇਆ ਸੀ, ਉਹ ਧੰਨਵਾਦ ਕੁਲਦੀਪ ਸਿੰਘ ਹੋਣਾ ਦਾ, ਇਹਨੇ ਉਸ ਵੇਲੇ ਬਣਾ ਕੇ ਪ੍ਰੋਸੀਡਿੰਗ ਭੇਜ ਦਿੱਤੀਆਂ ਸੀ। ਤੇ ਅੱਜ ਆਪਣਾ ਅੱਜ ਵੀ ਵਿਸ਼ਾ ਇਹੀ ਆ। ਆਪਾਂ ਜਿੰਨੀਆਂ ਗੱਲਾਂ ਡਿਸਕਸ ਕਰਦੇ ਆ, ਐਜੂਕੇਸ਼ਨ ਡਿਸਕਸ ਕਰਦੇ ਆ, ਖੇਤੀ ਡਿਸਕਸ ਕਰਦੇ ਆ, ਖੇਤੀ ਤਾਂ ਡਿਸਕਸ ਕਰਦੇ ਆ, ਸਾਡੀ ਆਰਥਿਕ ਦਾ ਕੇਂਦਰ ਬਿੰਦੂ ਖੇਤੀ ਆ। ਇਹਦੇ ਦੁਆਲੇ ਸਾਰਾ ਜਿਹੜਾ ਸਮਾਜ ਨੂੰ ਘੁੰਮਦਾ। ਬਾਕੀ ਡੈਟੇ ਜ਼ਿਆਦਾ ਬਾਹਰਲੇ ਜਿਸ ਵੇਲੇ ਕੋਈ ਵੀ ਬੰਦਾ ਪੇਸ਼ਕਾਰੀ ਕਰਦਾ, ਛੋਟੇ ਤੋਂ ਲੈ ਕੇ ਵੱਡਿਆਂ ਤੱਕ, ਉਹ ਅਮਰੀਕਾ ਦੀ ਐਗਜ਼ਾਮਪਲ ਜਾ ਦਿੰਦੇ। ਤੇ ਮੈਨੂੰ ਕਈ ਵਾਰੀ ਤਾਂ ਦੁੱਖ ਵੀ ਲੱਗਦਾ ਹੁੰਦਾ, ਉਹਨਾਂ ਨੇ ਅਮਰੀਕਾ ਦੀ ਐਗਰੀਕਲਚਰ ਪੜ੍ਹੀ ਨਹੀਂ। ਜਦੋਂ ਡਿਸਕਸ ਕਰਦੇ ਆ, ਉਹਨਾਂ ਕਦੇ ਦੇਖਿਆ ਹੀ ਨਹੀਂ ਰੇਟ ਆਫ ਸੁਸਾਇਡ ਉਸੇ ਕਹਿੰਦਾ, ਉਹਨਾਂ ਕਦੇ ਦੇਖਿਆ ਹੀ ਨਹੀਂ ਕਿ ਉੱਥੇ ਸਿਸਟਮ ਦੇ ਵਿੱਚ ਉਹ ਲੋਕ ਕਿੱਦਾਂ ਫਸੇ ਹੋਏ ਆ। ਸਾਡੇ ਕੋਲ ਰੀਸੈਂਟਲੀ ਦੋ ਸਾਲ ਪਹਿਲਾਂ ਜਿਹੜੇ ਸੀਗੇ ਇੱਕ ਮੈਡਮ ਕਿਮ ਸ਼ੁਕਲਾ ਨੇ ਫਾਰਮਰ, ਉਹ ਸਟੇਟ ਗੈਸਟ ਬਣ ਕੇ ਇੱਥੇ ਆਏ ਸੀ। ਇੱਥੇ ਉਹਦਾ ਲੈਕਚਰ ਹੋਇਆ, ਸਾਡੇ ਕੋਲ ਰਹੇ ਉਹ 5-6 ਘੰਟੇ। ਸ਼ੀ ਵਾਸ ਟੈਲਿੰਗ, ਉਹ ਕਹਿੰਦੀ ਮੇਰਾ ਹਸਬੈਂਡ ਤੇ ਮੇਰਾ ਬੱਚਾ, ਸਾਡੇ ਕੋਲ 200 ਏਕੜ ਜ਼ਮੀਨ ਆ ਤੇ ਸਾਨੂੰ ਤਿੰਨਾਂ ਨੂੰ ਆਪਣੇ ਜਿਹੜੀ ਫੈਮਿਲੀ ਨੈਸੈਸਿਟੀਜ਼ ਨੂੰ ਪੂਰੀਆਂ ਕਰਨ ਵਾਸਤੇ, ਪਰਿਵਾਰਕ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ
ਸਾਨੂੰ 2 ਤੋਂ 3 ਮਹੀਨੇ ਬਾਹਰ ਕੰਮ ਕਰਨਾ ਪੈਂਦਾ। ਫਾਰਮ ਕਿਤੇ ਤੋਂ ਅਗਾਂਹ ਹੋਰ ਕੋਈ ਸਭ ਕੰਮ ਕਰਨੇ ਪੈਂਦੇ ਆ, ਫਿਰ ਅਸੀਂ ਸਾਨੂੰ ਸਾਡਾ ਗੁਜ਼ਾਰਾ। ਸੋ ਕੁੱਲ ਮਿਲਾ ਕੇ ਜਿਹੜੇ ਸਾਰੇ ਚੀਜ਼ ਦੇਖੋ, ਕਿਸਾਨੀ ਦੀ ਹਾਲਤ ਇਹੀ ਆ। ਹੁਣ ਜਿੱਥੇ ਗੱਲ ਖੜੀ ਆ, ਉਹ ਲੋਕ ਇੱਥੇ ਆਣ ਕੇ ਐਪਰੀਸ਼ੀਏਟ ਕਰ ਗਏ, ਲਿਖ ਕੇ ਦੇ ਗਏ ਨੇ, ਤੇ ਹੁਣ ਵੀ ਕਿਸੇ ਕਿਸੇ ਉਹ ਆਪਣੇ ਟੱਚ ਵਿੱਚ ਹੁੰਦੇ ਆ। ਇਹ ਜਿਹੜਾ ਸਿਸਟਮ ਆ, ਇਹ ਬੜਾ ਵਧੀਆ ਸਿਸਟਮ ਆ, ਅਸੀਂ ਇਹਨੂੰ ਅਡਾਪਟ ਕਰਾਂਗੇ। ਜਿਹਨਾਂ ਦਾ ਗੁਰੂ ਆ, ਜਿਸ ਬਾਬੇ ਤੋਂ ਗੱਲ ਸ਼ੁਰੂ ਹੋਈ ਆ, ਉਹਨਾਂ ਨੂੰ ਬੜੀ ਦੂਰ ਜਾ ਕੇ ਛੱਡਿਆ ਵਾ। ਹੌਲੀ ਹੌਲੀ ਆ ਰਹੇ ਨੇ, ਬੜੇ ਧੰਨਵਾਦੀ ਆ ਤੁਸੀਂ ਸਾਰੇ ਜੁੜ ਕੇ ਇਸ ਪਾਸੇ ਨੂੰ, ਇਸ ਉਦਮ ਨੂੰ ਵਧਾਉਣ ਵਾਸਤੇ ਗੱਲ ਲੱਗੇ ਆ। ਇਹਦੇ ਵਿੱਚ ਕੁਝ ਅਹਿਮ ਪਾਰਟ ਜਿਹੜੇ ਹੈਗੇ ਆ, ਜਿਸ ਤਰ੍ਹਾਂ ਪਹਿਲਾਂ ਚੱਲਣਾ ਬਣਨਾ, ਇੱਕ ਜਥੇਬੰਦੀ ਬਣਨੀ ਹੈ, ਇੱਕ ਆਰਗੇਨਾਈਜੇਸ਼ਨ ਬਣਨੀ ਹੈ, ਇੱਕ ਵਹੀਕਲ ਬਣਨਾ। ਜੇ ਕਾਰ ਹੋਊਗੀ ਤਾਂ ਆਪਾਂ ਦਿੱਲੀ ਜਾਵਾਂਗੇ, ਤੁਰਕੇ ਜਾਵਾਂਗੇ ਤਾਂ ਦੇਰ ਲੱਗਦਾ। ਉਹ ਲਗਾਤਾਰ ਡਿਸਕਸ਼ਨ ਚੱਲਦੀ ਆ। ਤੇ ਅੱਜ ਵੀ ਪਿਛਲੀ ਮੀਟਿੰਗ ਵਿੱਚ ਗੱਲ ਇੱਥੇ ਆਣ ਕੇ ਖਤਮ ਹੋਈ ਸੀ ਵੀ NGO ਬਣਾਉਣੀ ਆ ਕਿ ਕੰਪਨੀ ਬਣਾਉਣੀ। ਸੁਸਾਇਟੀਆਂ ਸਾਨੂੰ ਪਤਾ, ਤੇ ਤਿੰਨਾਂ ਤਾਂ ਜੇ ਨਿੱਜੀ ਤਜਰਬੇ ਤੌਰ ਤੇ ਕਹਿ ਲਓ ਜਾਂ ਟੀਮ ਦੇ ਤਜਰਬੇ ਤੌਰ ਤੇ ਕਹਿ ਲਓ, ਤੇ ਅਸੀਂ ਸੁਸਾਇਟੀਆਂ ਬਣਾਈਆਂ ਹੋਈਆਂ 1860 ਦੇ ਐਕਟ ਵਿੱਚ, NGO ਬਣਾਈਆਂ ਹੋਈਆਂ ਤੇ ਕੰਪਨੀਆਂ ਬਣਾਈਆਂ। ਮਾੜਾ ਮੋਟਾ ਫਰਕ ਵਾ, ਜੇ ਪੰਜਾਬੀ ਵਿੱਚ ਬੋਲਦੀ ਹੈ ਲਫ਼ਜ਼ ਦਾ ਪੁੱਠਾ ਨਹੀਂ, ਪਰ ਬੋਲ ਹੀ ਦੇਣਾ, ਤੇ ਕਹਿੰਦਾ ਨਹੀਂ ਕਹੀਦਾ ਬੱਚਾ ਸਾਹਮਣੇ ਰਜਿਸਟਰ ਬਣਾਉਣ ਵਾਸਤੇ। ਕੋਈ ਫਰਕ ਨਹੀਂ ਜ਼ਿਆਦਾ। ਜਿਹੜਾ ਸੁਸਾਇਟੀਜ਼ ਐਕਟ ਹੈਗਾ 1860 ਦਾ, ਉਹੀ ਗੱਲ ਹੋ ਗਈ ਨਾ, ਉਹੀ NGOs ਕਰ ਰਹੀ। ਸਿਰਫ ਉਹਦੇ ਵਿੱਚ ਡਿਫਰੈਂਸ ਮਾੜਾ, ਕੋਈ ਮੈਂ ਤਾਂ ਦੇਖਿਆ ਕੋਈ ਵੀ ਨਹੀਂ ਆਉਂਦਾ। ਹੁਣ ਨਵਾਂ ਨਾਂ ਆ ਗਿਆ FPO ਜੀ, ਜਿਹਨੂੰ ਜ਼ਿਆਦਾ ਉਭਾਰਿਆ ਜਾ ਰਿਹਾ, FPO ਫਾਰਮ ਪ੍ਰੋਡਿਊਸ ਆਰਗੇਨਾਈਜੇਸ਼ਨ। ਕੋਈ ਉਹਦਾ ਡਿਫਰੈਂਸ ਹੈ ਨਹੀਂ ਕੋਈ ਵੀ। ਪੰਜਾਬ ਵਿੱਚ ਤਾਂ ਕੋਈ ਹੈ ਨਹੀਂ, ਸਭ ਸਾਰੇ ਪੰਜਾਬ ਦਾ ਪਤਾ। ਸੁਸਾਇਟੀਜ਼ ਹੈਗੀਆਂ, ਪਰ ਜਿਹੜਾ ਪੰਜਾਬ ਉਹ ਕਹਿ ਰਹੇ ਹੈਗੇ ਆ FPO, ਪੰਜਾਬ ਤਾਂ ਹੈ ਨਹੀਂ ਕੋਈ। ਜੇ ਕੋਈ ਵਾਇਬਲ ਹੈ ਤੇ ਤੁਹਾਡੇ ਧਿਆਨ ਹੋਵੇ ਤਾਂ ਜ਼ਰੂਰ ਦੱਸਣਾ। ਅੱਜ ਵੀ ਆਪਾਂ ਇਸ ਵਿਸ਼ੇ ਤੇ ਹੀ ਆਪਣੇ ਵਿਚਾਰਾਂ ਨੂੰ ਕੇਂਦਰਿਤ ਕਰੀਏ ਕਿ ਜਿਹੜਾ ਸਟਰਕਚਰ ਹੈਗਾ, ਇਹ ਅੰਗਰੇਜ਼ੀ ਵਾਲਾ ਸਟਰਕਚਰ ਕਹਿੰਦੇ ਆ, ਬਾਹਰ ਵਾਲਾ ਸਟਰਕਚਰ ਕਹਿੰਦੇ ਆ, ਅਸੀਂ ਇਹਨੂੰ ਸੰਗਠਨ ਕਹਿ ਦਿੰਦੇ ਹਾਂ ਜਾਂ ਸਮੂਹ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਉਹ ਸੰਗਠਨ ਜਾਂ ਜਥੇਬੰਦੀ ਕਿਹੋ ਜਿਹੀ ਹੋ। ਇਹਦੇ ਬਾਰੇ ਕੁਲਦੀਪ ਸਿੰਘ ਜੀ ਜਿੰਨੇ ਹਾਜ਼ਰ ਸੱਜਣ ਨੇ, ਇਹਨਾਂ ਸਾਰਿਆਂ ਦਾ ਆਪਾਂ ਵਿਚਾਰ ਪੁੱਛ ਲਈਏ ਪਿਛਲੀ ਮੀਟਿੰਗ ਤੋਂ ਅਗਾਂਹ ਤੋਰਨ ਵਾਸਤੇ। ਸਟਰਕਚਰ ਦਿੱਤਾ ਹੋਇਆ ਇੱਕ ਦੋ ਸੱਜਣ ਨੇ, ਕਰਨਦੀਪ ਨੇ ਬਹੁਤ ਸੋਹਣਾ ਸਟਰਕਚਰ ਬਣਾ ਕੇ ਭੇਜਿਆ। ਉਹ ਉਹੀ ਸਟਰਕਚਰ ਆ ਜਿਹਦੇ ਤਹਿਤ ਆਪਾਂ ਮੌਜੂਦਾ ਆਪਣੇ ਸਾਡੇ ਚਲਾ ਰਹੇ। ਕੋਈ ਜ਼ਿਆਦਾ ਫਰਕ ਨਹੀਂ, ਕਿਉਂਕਿ ਆਪਾਂ ਇਸ਼ੂ 2-3 ਹੈਗੇ ਆ ਜਿਹੜੇ ਬੜੇ ਪੋਜ਼ਿਟਿਵ ਨੇ। ਉਹ ਸਭ ਤੋਂ ਵੱਡੀ ਪੋਜ਼ਿਟਿਵ ਇਸ਼ੂ ਕੀ ਆ ਵੀ ਜਿਹੜਾ ਕਲਾ ਵਾਲਿਆਂ ਨੇ, ਅਧਿਆਪਕਾਂ ਨੇ, ਇਹ ਟੀਮ ਨੇ ਗ੍ਰਾਮ ਸਭਾ ਦੇ ਬਾਰੇ ਕਾਫੀ ਡਾਕੂਮੈਂਟ ਤਿਆਰ ਕਰੇ ਲਏ ਨੇ। ਇਹ ਬੜਾ ਪਲੱਸ ਪੁਆਇੰਟ। ਇਹਦੇ ਨਾਲ ਜਿਹੜਾ ਸਾਡਾ ਇੱਧਰਲੇ ਪਾਸਿਓਂ ਮਿਸ਼ਨ ਸੰਪੂਰਨ ਖੇਤੀ ਪੂਰਨ ਰੁਜ਼ਗਾਰ, ਇਹ ਤਾਂ ਪੂਰਾ ਹੈ ਹੀ ਹੈ, ਚੱਲ ਹੀ ਰਿਹਾ। ਇਹਨਾਂ ਦੋਹਾਂ ਨੂੰ ਕਿਸ ਸਟੇਜ ਤੇ ਇਕੱਠੇ ਕਰਨਾ, ਇਹ ਆਪਾਂ ਆਪਣੀ 27 ਤਰੀਕ ਨੂੰ ਡਿਸਕਸ ਕਰਾਂਗੇ ਸਾਰਾ ਉੱਥੇ ਕਲਕੱਤਾ ਦੇ ਵਿੱਚ ਗ੍ਰਾਮ ਸਭਾ ਦੇ ਨਾਲ। ਉਹ ਤਾਂ ਸਾਡਾ ਏਜੰਡਾ ਹੋ ਗਿਆ, ਪਰ ਇਹ ਕਰਨ ਵਾਸਤੇ ਵੀ ਜਿਹੜਾ ਸੰਗਠਨ ਚਾਹੀਦਾ, ਉਹਦੇ ਬਾਰੇ ਆਪਾਂ ਗੱਲ ਡਿਸਕਸ ਕਰ ਲਈਏ। ਮੈਂ ਤੁਹਾਡੇ ਸ਼ੇਅਰ ਕੀਤਾ ਵੇ, ਕਾਫੀ ਗੱਲਾਂ ਨਾਲ ਵੀਰ ਆਪਣੇ ਸਹਿਮਤੀ ਸੀ। ਇਹਨੂੰ ਹੁਣ ਤਾਂ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਵੇ, ਇਹਦੇ ਬਾਰੇ ਆਪਾਂ ਕੁਲਦੀਪ ਸਿੰਘ ਡਿਸਕਸ ਕਰ ਲਈਏ। ਹਾਂਜੀ ਬਿਲਕੁਲ। ਹਾਂ ਹਾਂਜੀ ਕਰਨਦੀਪ ਵਸ਼ਿਸ਼ਟ ਜੀ, ਪਹਿਲਾਂ ਤੁਸੀਂ ਹੀ ਗੱਲਬਾਤ ਕਰੋ, ਮੈਂ ਤਾਂ ਕਹਿੰਦਾ ਸ਼ੁਰੂ ਕਰੋ। ਕਰਨਦੀਪ ਵਸ਼ਿਸ਼ਟ ਜੀ। ਅੱਛਾ, ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਟਰਕਚਰ ਦੇ ਬਾਰੇ ਆਪਾਂ ਪਿਛਲੇ ਮੀਟਿੰਗ ਦੇ ਵਿੱਚ ਕਾਫੀ ਸੁਝਾਅ ਸਾਰਿਆਂ ਨੇ ਦਿੱਤੇ ਸੀਗੇ। ਤਾਂ ਜਿੱਦਾਂ ਅਲਟੀਮੇਟਲੀ ਗੱਲ ਇਹੀ ਆਈ ਸੀ ਵੀ ਚਾਹੇ ਆਪਾਂ NGO ਬਣਾ ਲਈਏ, ਚਾਹੇ ਕੰਪਨੀ ਬਣਾ ਲਈਏ, ਹੈ ਨਾ, ਮੇਨ ਤਾਂ ਇਹ ਰਹੇਗਾ ਵੀ ਜਿਹੜੇ ਉਸ ਆਰਗੇਨਾਈਜੇਸ਼ਨ ਨੂੰ ਲੀਡ ਕਰਨਗੇ, ਹੈ ਨਾ, ਉਹਨਾਂ ਦੀ ਭਾਵਨਾ ਕੀ ਹੈ। ਹਾਂਜੀ ਇਹੀ ਗੱਲ ਤਾਂ
ਮੇਨ ਤਾਂ ਉਹ ਆਈ ਥਿੰਕ ਐਂਡ ਉਹਦੇ ਅਰਾਊਂਡ ਹੀ ਮੈਨੂੰ ਲੱਗਦਾ ਸਟਰਕਚਰ ਵੀ ਉਹਦੇ ਹਿਸਾਬ ਦੇ ਨਾਲ ਹੀ ਸਟਰਕਚਰ ਡਿਸਾਈਡ ਹੋਏਗਾ। ਜੇ ਮੈਂ ਸਿੰਪਲ ਕਹਾਂ ਕਿਵੇਂ, ਜਿੱਦਾਂ ਕਿ ਅਲਟੀਮੇਟਲੀ ਕੀ ਹੈ, ਜਿੱਦਾਂ ਕੋਈ ਵੀ ਆਰਗੇਨਾਈਜੇਸ਼ਨ ਜੇ ਚੱਲਣੀ ਆ, ਆਪਾਂ ਇਹ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ, ਸਾਨੂੰ ਪੈਸੇ ਦੀ ਲੋੜ ਤਾਂ ਪਏਗੀ, ਹੈ ਨਾ। ਹੁਣ ਜੇ ਪੈਸਾ ਜੇ ਦੇਖੀਏ ਤਾਂ ਆਪਾਂ ਜਿਹੜੀ ਆਪਾਂ ਆਰਗੇਨਾਈਜੇਸ਼ਨ ਬਣਾ ਰਹੇ ਹਾਂ ਉਹਨੂੰ ਰੈਵਨਿਊ ਜਾਂ ਹੈ ਨਾ, ਉਹਦਾ ਰੈਵਨਿਊ ਕਿੱਥੋਂ ਆਉਣਾ ਹੈ ਮੇਨਲੀ, ਉਹਦਾ ਜਾਂ NRI ਵੀਰ ਆਪਣੇ ਜਿਹੜੇ ਆ ਉਹ ਕੰਟਰੀਬਿਊਟ ਕਰਨਗੇ, ਹੈ ਨਾ, ਜਾਂ ਹੋ ਸਕਦਾ ਕੋਈ ਮਾੜਾ ਮੋਟਾ ਗਵਰਨਮੈਂਟ ਤੋਂ ਗ੍ਰਾਂਟ ਮਿਲ ਜਾਏ, ਠੀਕ ਹੈ ਜੀ। ਤਾਂ ਜੇ ਹੁਣ ਅਲਟੀਮੇਟਲੀ ਮੈਨੂੰ ਲੱਗਦਾ ਉੱਥੇ ਡਿਸੀਜ਼ਨ ਆ ਜਾਏਗਾ ਵੀ ਜਿਹੜੇ ਬੰਦੇ ਆਪਾਂ ਅਲਟੀਮੇਟਲੀ ਉਹਦੇ ਵਿੱਚ ਪੈਸਾ ਲਗਾ ਰਹੇ ਨੇ ਪੂਰੀ ਆਰਗੇਨਾਈਜੇਸ਼ਨ ਨੂੰ ਚਲਾਉਣ ਵਾਸਤੇ, ਉਹਨਾਂ ਦੇ ਅੱਗੇ ਕੀ ਮਨਸ਼ਾ ਆ, ਕਿ ਉਹ ਇਸ ਪੈਸੇ ਮਤਲਬ ਉਹ ਜਿੰਨਾ ਵੀ ਪੈਸਾ ਆਪਾਂ ਉਹ ਲਗਾਉਣਾ ਆ ਉਹਦੇ ਨਾਲ ਆਪਾਂ ਮਿਸ਼ਨ ਨੂੰ ਤਾਂ ਚਲੋ ਖਿਲਾਉਣਾ ਹੀ ਆ, ਪਰ ਉਹਦੇ ਵਿੱਚੋਂ ਅਲਟੀਮੇਟਲੀ ਰਿਟਰਨ ਭਾਲਦੇ ਹਾਂ, ਹੈ ਨਾ। ਵੀ ਜਿੱਦਾਂ ਮੈਂ ਹੁਣ ਇੱਥੇ ਆਸਟ੍ਰੇਲੀਆ ਤੋਂ ਜਿੱਦਾਂ ਮੈਂ ਨਾ $100 ਜੇ ਲਗਾਏ ਆ, ਤਾਂ ਕੀ ਮੇਰੀ ਮਨਸ਼ਾ ਇਹ ਆ ਵੀ ਨਹੀਂ ਮੈਂ ਜੇ $100 ਲਗਾਏ ਆ ਤਾਂ ਕੱਲ੍ਹ ਨੂੰ ਮੈਨੂੰ ਇਹਦਾ ਰਿਟਰਨ ਮਿਲੇ, ਕਿ ਇਹ ਭਾਵਨਾ ਆ ਵੀ ਨਹੀਂ ਮੈਂ ਹੁਣ $100 ਜੇ ਲਗਾਏ ਆ, ਇਹ ਮੈਂ ਪੰਜਾਬ ਦੀ ਸੇਵਾ ਵਾਸਤੇ, ਸੁਸਾਇਟੀ ਸੇਵਾ ਵਾਸਤੇ ਲਗਾਏ ਆ। ਆਈ ਥਿੰਕ ਇਹਦੇ ਅਰਾਊਂਡ ਹੀ ਡਿਸੀਜ਼ਨ ਆਪਣਾ ਹੋਏਗਾ। ਜੇ ਤਾਂ ਮੇਰੀ ਮਨਸ਼ਾ ਇਹ ਆ ਵੀ ਨਹੀਂ ਜੇ ਮੈਂ $100 ਲਗਾ ਰਿਹਾ ਜਾਂ ਜੋ ਵੀ ਪੈਸੇ ਲਗਾ ਰਿਹਾ, ਹੈ ਨਾ, ਅਲਟੀਮੇਟਲੀ ਉਹਨੂੰ ਇਹ ਆ ਵੀ ਮੈਨੂੰ ਰਿਟਰਨ ਆਉਣ, ਤਾਂ ਫਿਰ ਸਾਨੂੰ ਮੈਨੂੰ ਲੱਗਦਾ ਆਪਾਂ ਨੂੰ ਕੰਪਨੀ ਦਾ ਸਟਰਕਚਰ ਬਣਾਉਣਾ ਪਏਗਾ, ਕਿਉਂਕਿ ਕੰਪਨੀ ਦੇ ਵਿੱਚ ਪ੍ਰੋਪਰ ਤੁਸੀਂ ਜਿਹੜਾ ਪੈਸਾ ਲਗਾ ਰਿਹਾ ਆ, ਜਿਹੜੇ ਵੀ ਉਹਦੇ ਵਿੱਚ ਨਾ ਉਹਨਾਂ ਨੂੰ ਰਿਟਰਨ ਮਿਲ ਸਕਦੇ ਆ। ਤਾਂ ਜੇ ਮੇਰੀ ਮਨਸ਼ਾ ਇਹ ਆ ਵੀ ਨਹੀਂ ਜੀ ਮੈਂ ਪੰਜਾਬ ਦੇ ਵਿੱਚ ਹੈ ਨਾ ਕਿਸਾਨੀ ਦੀ ਸੇਵਾ ਕਰ ਰਿਹਾ, ਮੈਨੂੰ ਰਿਟਰਨ ਦਾ ਕੋਈ ਲੋੜ ਨਹੀਂ ਹੈਗਾ, ਫਿਰ ਆਪਾਂ ਨੂੰ ਮੈਨੂੰ ਲੱਗਦਾ NGO ਦਾ ਸਟਰਕਚਰ ਬਣਾਉਣਾ ਚਾਹੀਦਾ। ਉਹਦੇ NGO ਦੇ ਸਟਰਕਚਰ ਦੇ ਵਿੱਚ ਜਿੱਦਾਂ ਉਦੋਂ ਮੈਡਮ ਜੋਤੀ ਨੇ ਵੀ ਦੱਸਿਆ ਸੀਗਾ ਵੀ ਉਹਦੇ ਵਿੱਚ ਕੀ ਆ, ਜਿੰਨਾ ਵੀ ਪ੍ਰੋਫਿਟ ਚਲੋ ਹੁੰਦਾ ਆ ਉਹ ਆਪਾਂ ਪੈਸਾ ਬਾਹਰ ਨਹੀਂ ਲੈ ਕੇ ਆ ਸਕਦੇ। ਤਾਂ ਅਲਟੀਮੇਟਲੀ ਮੈਨੂੰ ਲੱਗਦਾ ਇਹਨਾਂ ਦੋਨਾਂ ਇਸ ਡਿਸੀਜ਼ਨ ਦੇ ਉੱਤੇ ਹੀ ਆਪਣਾ ਸਟਰਕਚਰ ਬਣੇਗਾ। ਭਈ ਮੇਨਲੀ ਆਰਗੇਨਾਈਜੇਸ਼ਨ ਨੂੰ ਜਿੱਥੋਂ ਫੰਡਿੰਗ ਆਏਗੀ ਉਹਨਾਂ ਦੀ ਕੀ ਮਨਸ਼ਾ ਹੈ, ਉਹਨਾਂ ਦੀ ਕੀ ਭਾਵਨਾ ਹੈ, ਤਾਂ ਉਹਦੇ ਅਕੋਰਡਿੰਗਲੀ ਹੀ ਆਪਾਂ ਫਿਰ ਸਟਰਕਚਰ ਨੂੰ ਅੱਗੇ ਪ੍ਰੋਸੀਡ ਕਰ ਸਕਦੇ ਹਾਂ। ਐਂਡ ਇੱਕ ਵਾਰੀ ਜੇ ਆਪਾਂ ਨੂੰ ਕਲੀਅਰ ਹੋ ਗਿਆ ਵੀ ਅੱਛਾ ਜੀ ਆਪਾਂ NGO ਬਣਾਉਣੀ ਆ ਜਾਂ ਕੰਪਨੀ ਬਣਾਉਣੀ ਆ, ਉਸ ਤੋਂ ਬਾਅਦ ਤਾਂ ਫਿਰ ਆਪਾਂ ਲੀਗਲ ਵੇ ਦੇ ਵਿੱਚ ਜੋ ਵੀ ਆਪਾਂ ਨੂੰ ਡਾਕੂਮੈਂਟੇਸ਼ਨ ਕਰਨੀ ਹੁੰਦੀ ਆ ਉਹ ਆਪਾਂ ਕਰਾਂਗੇ। ਐਂਡ ਉਹਦੇ ਵਿੱਚ ਬੋਰਡ ਆਫ ਡਾਇਰੈਕਟਰ ਜਿਹੜੇ ਵੀ ਨੋਮੀਨੇਟ ਹੋਣਾ ਚਾਹੁੰਦੇ ਆ ਉਹ ਕਰ ਸਕਦੇ ਆ। ਧੰਨਵਾਦ। ਹਾਂਜੀ ਪਰਮਜੀਤ ਸਿੰਘ ਜੀ, ਪਰਮਜੀਤ ਸਿੰਘ ਗੱਲ ਕਰਾਂ। ਹਾਂਜੀ ਹਾਂਜੀ ਹਾਂਜੀ, ਠੀਕ ਹੈ, ਬਹੁਤ ਵਧੀਆ ਤਰੀਕੇ ਨਾਲ ਵੀਰ ਜੀ ਨੇ ਦੱਸਿਆ ਹੈਗਾ ਵੀ ਜੇ ਤਾਂ ਮਤਲਬ ਆਪਾਂ ਰਿਟਰਨ ਭਾਲਦੇ ਹਾਂ, ਵੀ ਕਹਿਣ ਦਾ ਮਤਲਬ ਸੈਲਫ ਡਿਪੈਂਡੈਂਟ ਹੀ ਫਾਈਨਾਂਸ ਕਰਨਾ ਹੈ, ਫਿਰ ਤਾਂ ਕੰਪਨੀ ਦਾ ਵੈਸੇ, ਕਿਉਂਕਿ ਨਾ ਮੈਂ ਵੇਖਿਆ ਵੀ ਜਿਹੜਾ ਚਲੋ ਮੈਂ ਉਸ ਦਿਨ ਵੀ ਆਪਣੇ ਇਹੀ ਵਿਚਾਰ ਦਿੱਤੇ ਸੀਗੇ ਵੀ ਜੇ ਲੰਬੀ ਸੋਚ 50 ਸਾਲ 100 ਸਾਲ ਕੰਪੀਟੀਸ਼ਨ ਕਾਰਪੋਰੇਟ ਆ ਰਿਹਾ ਹੈਗਾ ਏ, ਉਹਦੇ ਮੁਕਾਬਲੇ 'ਚ ਢਾਂਚਾ ਖੜਾ ਕਰਨਾ ਏ, ਤਾਂ ਫਿਰ ਤਾਂ ਦੇਖੋ ਬੈਟਰ ਤਾਂ ਇਹੀ ਹੈ ਵੀ ਕੰਪਨੀ। ਜੇ ਆਪਾਂ ਮੰਨ ਲਓ NGO ਰੱਖਦੇ ਹਾਂ ਤਾਂ NGO ਫਿਰ ਜਿਵੇਂ ਆਪਣੀ ਕੋਆਪਰੇਟਿਵ ਸੋਸਾਇਟੀਆਂ ਦਾ ਹਾਲ ਆ, ਜਾਂ ਛੋਟੇ ਲੈਵਲ ਦੀ ਆ, ਜਾਂ ਗੌਰਮੈਂਟ ਚੇਂਜ ਹੀ ਕਰ ਦਿੰਦੀ ਕੋਈ ਨਾ ਕੋਈ ਉੱਪਰੋਂ ਸ਼ਰਾਰਤਬਾਜ਼ੀ ਹੋ ਜਾਂਦੀ ਹੈ ਤੇ ਚੱਲਦੇ ਕੰਮ ਨੂੰ ਵੀ ਖਰਾਬ ਕਰ ਦਿੰਦੀ ਕਈ ਵਾਰੀ, ਤਾਂ ਉਹਦੇ ਵਾਸਤੇ ਕੀ ਹੈ ਵੀ ਉਹ ਫਿਰ ਪ੍ਰੋਬਲਮਾਂ ਵੀ ਆ ਜਾਂਦੀਆਂ ਏ। ਤੇ ਦੂਸਰੀ ਨਾਲ ਇਹ ਆ ਜਾਂਦਾ ਵੀ ਕਈ ਵਾਰੀ ਜੇ ਹੁਣ ਆਪਾਂ ਕੋਈ ਭਲਾ ਕਰਦੇ ਹਾਂ ਉਹਦੇ ਲਈ ਸੋਚ ਸਾਡੀ ਵੱਖਰੀ ਹੁੰਦੀ ਹੈ, ਜਦੋਂ ਅਸੀਂ ਬਿਜ਼ਨਸ ਕਰਦੇ ਹਾਂ ਉਹਦੇ ਲਈ ਵੱਖਰੀ ਹੁੰਦੀ ਹੈ। ਹੁਣ ਕੰਪਨੀ ਦਾ ਬੇਸ ਜਿਹੜਾ ਹੈਗਾ ਬਿਜ਼ਨਸ ਦਾ ਆ ਗਿਆ ਵੀ ਅਸੀਂ ਕਿਸਾਨੀ ਨੂੰ ਬਿਜ਼ਨਸ ਵੱਲ ਲੈ ਕੇ ਜਾ ਰਹੇ ਹਾਂ, ਜਾਂ ਜਿਹੜੇ ਪੰਜਾਬ ਦੇ ਕਿਸਾਨ ਹੋਣਗੇ ਜਿਵੇਂ ਜਿਵੇਂ ਅਸੀਂ ਅੱਗੇ ਵਧਾਂਗੇ ਕਿ ਸਾਡੇ ਨਾਲ ਉਹ ਐਜ ਏ ਬਿਜ਼ਨਸ ਤੌਰ ਤੇ ਜੁੜੇ ਹੋਣਗੇ ਜਾਂ ਭਲੇ ਦੇ ਤੌਰ ਤੇ ਜੁੜੇ ਹੋਣਗੇ। ਇਹ ਵੀ ਇੱਕ ਐਂਗਲ ਇਹੀ ਆ ਗਿਆ ਕਰਨਪ੍ਰੀਤ ਵਾਲਾ ਹੀ, ਵੀ ਮੰਨ ਲਓ ਉਹ ਸਾਡੇ ਨਾਲ ਮਾਰਕੀਟਿੰਗ 'ਚ ਪ੍ਰੋਸੈਸਿੰਗ 'ਚ ਸ਼ੇਅਰ ਕਰਨਗੇ ਆਪਦੀ ਜਿਹੜੀ ਕੰਟਰੀਬਿਊਸ਼ਨ, ਜਾਂ ਕਈ ਵਾਰੀ ਕਿਸਾਨ ਹੀ ਕੋਈ ਇੰਨੇ ਵਧੀਆ ਆਪਾਂ ਨੂੰ ਮਿਲ ਜਾਂਦੇ ਅਗਲਿਆਂ ਦੇ ਮੇਰਾ ਵੀ ਸ਼ੇਅਰ ਪਾ ਲਓ ਯਾਰ, ਜਾਂ ਜਿਵੇਂ ਅਸੀਂ ਇੱਥੇ ਪਿੰਡ 'ਚ ਸੁਝਾਅ ਦੇ ਰਹੇ ਸੀ ਵੀ 5-5 ਪਿੰਡ ਰਲ ਕੇ ਸੁਸਾਇਟੀਆਂ ਰਲ ਜਾਓ, ਇੱਕ ਕੰਪਨੀ ਬਣਾ ਲਓ, ਤੁਹਾਡੀ ਜ਼ਮੀਨ ਜਿਹੜੀ ਹੋਊਗੀ 1 ਕਿੱਲੇ ਨੂੰ 1 ਸ਼ੇਅਰ ਬਣਾ ਕੇ ਉਹ ਕੰਪਨੀ ਨਾਲ ਜਦੋਂ ਖੜੀ ਕਰ ਦੋਗੇ ਤਾਂ ਤੁਹਾਨੂੰ ਸਰਕਾਰ ਵੀ ਚੈਲੰਜ ਨਹੀਂ ਕਰ ਸਕਦੀ, ਕਿਉਂਕਿ ਇਹ ਜਿਹੜੀ ਗੌਰਮੈਂਟ ਦੀਆਂ ਵੀ ਜ਼ਮੀਨਾਂ ਲੈਣ ਦਾ ਸਿਸਟਮ ਆ ਉਹ ਕੰਪਨੀਆਂ ਹੀ ਖੋ ਰਹੀਆਂ ਨੇ, ਤੇ ਕੰਪਨੀ ਦਾ ਮੁਕਾਬਲਾ ਕੰਪਨੀ ਬਣਾ ਕੇ ਕੀਤਾ ਜਾ ਸਕਦਾ ਹੈਗਾ। ਵੀ ਪੰਜਾਬ ਦੀਆਂ ਸੁਸਾਇਟੀਆਂ ਕਿਉਂ ਨਹੀਂ ਸੁਚੇਤ ਹੁੰਦੀਆਂ ਵੀ ਆਪਦੀਆਂ ਜ਼ਮੀਨਾਂ ਤੇ ਉਹ ਸਾਰਾ ਕੁਝ ਬਚਾ ਸਕਣ ਤੇ ਉਹਨਾਂ ਦੇ ਮੁਕਾਬਲੇ 'ਚ ਆ ਸਕਣ।
ਤਾਂ ਉਹ ਸੁਸਾਇਟੀਆਂ ਦਾ ਢਾਂਚਾ ਉੱਥੇ ਹੀ ਖੜਾ ਏ ਕਿਉਂਕਿ ਉਹ ਸਿਆਸੀ ਆਧਾਰ ਬਣ ਗਿਆ। ਤਾਂ ਇਵੇਂ NGO ਦਾ ਜਿਹੜਾ ਹੈਗਾ ਇੱਕ ਕਨਸੈਪਟ ਵੱਖਰਾ ਏ, ਕੰਪਨੀ ਦਾ ਵੱਖਰਾ ਏ। ਹੁਣ ਕੰਪਨੀ ਲਈ ਸਕਿਲਡ ਉਹੀ ਫਿਰ ਆਪਾਂ ਉਸ ਦੇ ਨਾਲ ਹੀ ਗੱਲ ਹੀ ਆ ਗਈ ਵੀ ਬਹੁਤ ਪ੍ਰੋਫੈਸ਼ਨਲ ਬੰਦੇ ਤੇ ਰਨ ਕਰਨੇ ਤੇ ਸਪੀਡ ਤੇ ਟਾਰਗੇਟਡ ਤੇ ਆਊਟਪੁੱਟ ਲੈਣੀ। ਉਹਦੇ ਨਾਲ ਕੀ ਹੋਊਗਾ, ਉਹ ਦਾਇਰਾ ਵੀ ਬਹੁਤ ਵੱਡਾ ਹੋ ਜਾਂਦਾ ਏ ਤੇ ਆਊਟਪੁੱਟ ਵੀ ਚੰਗੀ ਆਉਂਦੀ ਹੈ ਤੇ ਜ਼ਿੰਮੇਵਾਰੀ ਤੋਂ ਹੀ ਭੱਜ ਨਹੀਂ ਸਕਦਾ ਕੋਈ। ਬਟ NGO ਦਾ ਫਿਰ ਜਿਹੜਾ ਹੈਗਾ ਤਜਰਬਾ, ਮੈਂ 1991 ਦਾ ਤੁਹਾਨੂੰ ਦੱਸਿਆ ਹੀ ਸੀ ਵੀ NGO ਤਾਂ ਬਹੁਤ ਸਲੋ, ਹੌਲੀ ਹੌਲੀ, ਤੇ ਬਾਕੀ ਨਾਲ ਇੱਕ ਨਾ ਆਪਣੀ ਖੁਸ਼ਕਿਸਮਤੀ ਆ ਵੀ ਆਪਣੇ ਕੋਲ ਕਿੰਨੇ ਬਜ਼ੁਰਗ ਤਜਰਬੇਕਾਰ ਵਧੀਆ ਆਪਣੇ ਕੋਲ ਅਗਵਾਈ ਕਰਨ ਵਾਸਤੇ ਹੈਗੇ ਨੇ ਟੀਮ ਦੇ ਵਿੱਚ ਮੈਂਬਰ। ਤੇ ਇਹ ਜ਼ਰੂਰੀ ਨਹੀਂ ਹੈ ਵੀ ਹੁਣ ਇਹਨਾਂ ਨੇ ਵਿਚਾਰਿਆਂ ਨੇ ਚੱਕੀ ਫਿਰਨਾ ਬੋਝ। ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ, ਗਾਂਹ ਵਾਲੀ ਪੀੜ੍ਹੀ ਦੇ ਵਿੱਚ ਕਿੰਨੇ ਕੁ ਬੰਦੇ ਸਟੈਂਡ ਕਰਨਗੇ, ਕਿੰਨਾ ਕੁ ਪੋਟੈਂਸ਼ੀਅਲ ਪਾਉਣਗੇ, ਉਹ NGO ਦਾ ਮੈਨੂੰ ਲੱਗਦਾ ਵੀ ਹਾਲ ਜਿੰਨੀਆਂ ਕਿ NGO ਨਾਲ ਮੈਂ ਦੇਖਿਆ ਹੋਇਆ, ਜੁੜਿਆ ਹੋਇਆ, ਉੱਥੋਂ ਥੋੜਾ ਜਿਹਾ ਇਹ ਐਕਚੁਅਲੀ ਪੰਜਾਬ ਦੀ ਹਾਲਤ ਹੀ ਤਾਂ ਇਹ ਹੋਈ ਆ ਵੀ ਭਲੇ ਵਾਲੇ ਪਾਸੇ ਲੋਕ ਖੜ ਕੇ ਪਰਸਨਲਾਈਜ਼ ਹੋ ਗਏ, ਤਾਂਹੀਓ ਇਹ ਸਿਸਟਮ ਖਰਾਬ ਹੋਇਆ। ਨਹੀਂ ਤਾਂ ਕਿਸਾਨਾਂ ਦਾ ਵਿਚਾਰਿਆਂ ਦਾ ਇੰਨਾ ਸੰਘਰਸ਼ ਤੇ ਆ ਸਾਹਮਣੇ ਆਉਣਾ ਨਹੀਂ ਸੀ। ਵੀ ਸਰਬੱਤ ਦੇ ਭਲੇ ਵਾਲੀ ਸੋਚ ਜਿਹੜੀ ਬਹੁਤ ਘਟ ਗਈ। ਜੇ ਸਾਂਝੀਆਂ ਚੀਜ਼ਾਂ ਪ੍ਰਤੀ ਇੰਨੀ ਜ਼ਿੰਮੇਵਾਰੀ ਤੇ ਇੰਨਾ ਉਹਨਾਂ ਦੇ ਅੰਦਰ ਭਾਵਨਾ ਰਹਿੰਦੀ ਤੇ ਅੱਜ ਸਾਥੋਂ ਇੱਕ ਇੱਕ ਕਰਕੇ ਚੀਜ਼ਾਂ ਖੋਈਆਂ ਨਹੀਂ ਜਾਣੀਆਂ ਸੀ, ਜਿਵੇਂ ਕਿ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ, ਜਾਂ ਹੁਣ ਸਾਥੋਂ ਹਰ ਚੀਜ਼ ਜਿਹੜੀ ਹੌਲੀ ਹੌਲੀ ਉਹ ਗੌਰਮੈਂਟ ਪਿੱਛਾ ਛਡਾ ਰਹੀ ਹੈ ਵੀ ਪ੍ਰਾਈਵੇਟ ਕਰ ਦਿਓ। ਤਾਂ ਉਹਦੇ ਵਿੱਚ ਇਹ ਵੀ ਹੈ ਵੀ ਪ੍ਰਾਈਵੇਟ 'ਚ ਫੈਸਲੇ ਆਪਾਂ ਆਪ ਲੈਣੇ ਹੁੰਦੇ ਆ। ਜਦੋਂ ਅਸੀਂ NGO ਦੀ ਇੱਕ ਲਿਮੀਟੇਸ਼ਨ ਹੈ, ਇੱਕ ਹੱਦ, ਮੰਨ ਲਓ ਅਸੀਂ NGO ਵਾਸਤੇ ਗੌਰਮੈਂਟ ਤੋਂ ਹੈਲਪ ਹੀ ਲੈਣੀ, ਲੋਨ, ਤਾਂ ਉਹਨਾਂ ਨੇ ਇੱਕ ਲਿਮਟ ਜੀ ਰੱਖ ਦੇਣੀ, ਤੁਹਾਨੂੰ 1 ਕਰੋੜ ਤੋਂ ਵੱਧ ਨਹੀਂ ਅਸੀਂ ਦੇਣਾ। ਜੇ ਕੰਪਨੀ ਹੈ, ਕੰਪਨੀ ਲਈ ਜਿੰਨਾ ਮਰਜ਼ੀ ਤੁਸੀਂ ਵਾਸਟ ਹੈ, ਫਿਰ ਕੰਪਨੀ ਦੂਜੀ ਕੰਪਨੀ ਨਾਲ ਟਾਈ ਅਪ ਕਰ ਸਕਦੀ ਹੈ, ਕੋਈ ਮਤਲਬ ਜਿੰਨਾ ਮਰਜ਼ੀ ਐਕਸਪੋਰਟ ਇੰਪੋਰਟ ਜਾਂ ਇੰਟਰਨੈਸ਼ਨਲ ਤੌਰ ਤੇ ਗਰੋ ਕਰ ਸਕਦੀ ਹੈ। ਇਸ ਕਰਕੇ ਮੇਰਾ ਤਾਂ ਸੁਝਾਅ ਸੀਗਾ ਕੰਪਨੀ ਦੇ ਸੰਬੰਧ ਵਿੱਚ ਹੀ ਵੀ ਵਧੀਆ ਨੀਂਹ ਪੱਥਰ ਰੱਖੋ, ਜਿਹੜੀ ਬੁਨਿਆਦ ਆਪਣੀ ਇੰਨਾ ਵਧੀਆ ਸਿਸਟਮ ਬਣਾਇਆ ਵੀ 50-100 ਸਾਲ ਦੀ ਹੋਵੇ। ਜੇ ਆਪਾਂ NGO ਰੱਖਦੇ ਹੈਗੇ ਆ, ਉਹਦਾ ਫਿਰ ਦਾਇਰਾ ਵੀ ਛੋਟਾ ਰਹਿ ਜਾਂਦਾ ਏ ਤੇ ਉਹਦੇ ਨਾਲ ਕੀ ਹੈ, ਸਾਰੇ ਪੰਜਾਬ ਨੂੰ ਜਦੋਂ ਤੁਸੀਂ ਕਵਰ ਕਰੋਗੇ, ਉਹੀ ਸਮੱਸਿਆਵਾਂ ਵੀ ਆਉਣਗੀਆਂ ਥੋੜੀਆਂ ਥੋੜੀਆਂ। ਤੇ ਉਹਦੇ 'ਚ ਕਿਸਾਨਾਂ ਦੀ ਸ਼ਮੂਲੀਅਤ ਐਜ ਏ ਸ਼ੇਅਰ ਹੋਲਡਰ ਜਿਵੇਂ ਹੁੰਦੀ ਕੰਪਨੀ 'ਚ, ਉਵੇਂ ਨਹੀਂ ਹੋ ਸਕੂਗੀ। ਉਹ ਫਿਰ ਪਰਸਨਲ ਛੋਟੇ ਛੋਟੇ ਟੁਕੜਿਆਂ 'ਚ ਵੰਡੇ ਜਾਣਗੇ ਸਾਰੇ, ਤੇ ਨਿੱਕੇ ਨਿੱਕੇ ਗਰੁੱਪਾਂ 'ਚ ਹੋ ਜਾਣਗੇ ਆਪੋ ਆਪਣੇ ਪਿੰਡ ਲੈਵਲ ਤੇ ਉਹ ਜਿਹੜਾ ਆਪਣਾ ਇੱਕ ਸੰਗਠਨ ਬਣਾਉਣ ਦਾ ਮਕਸਦ ਆ, ਸਾਰਿਆਂ ਨੂੰ ਇੱਕ ਕਰਨ ਦਾ, ਇੱਕ ਯੂਨਿਟੀ, ਇੱਕ ਪੰਜਾਬ ਦੀ ਬ੍ਰਾਂਡ, ਜਾਂ ਇੱਕ ਪੰਜਾਬ ਨੂੰ ਆਪਾਂ ਕੁਝ ਦੇਣਾ ਚਾਹੁੰਦੇ ਆ, ਉੱਥੇ ਫਿਰ ਇਹ ਜਿਹੜਾ ਹੈਗਾ ਦਿੱਕਤਾਂ ਵੀ ਆ ਸਕਦੀਆਂ ਹੈਗੀਆਂ। ਫਿਨਿਸ਼ਲੀ ਤਾਂ ਪ੍ਰੋਬਲਮ ਹੈਗੀ ਆਪਾਂ ਨੂੰ, ਪੈਸੇ ਦੀ ਤਾਂ ਸਮੱਸਿਆ ਹੈਗੀ, ਦੂਜੀਆਂ ਵੀ ਸਮੱਸਿਆਵਾਂ ਆ ਸਕਦੀਆਂ ਨੇ NGO ਦੀਆਂ, ਕਿਉਂਕਿ ਜਿਹੜੀਆਂ NGO ਆਪਸ ਵਿੱਚ ਆ, ਫਿਰ ਉਹਨਾਂ ਦੀ ਆਪਸ ਵਿੱਚ ਕੰਪੀਟੀਸ਼ਨ ਜਿਹਾ ਚੱਲ ਪੈਂਦਾ ਛੋਟਾ ਛੋਟਾ। ਜੇ ਇੱਕ ਕੰਪਨੀ ਹੋਊਗੀ, ਸਾਰੀਆਂ NGO ਦੇ ਵਿੱਚ ਸਮਾ ਜਾਣਗੀਆਂ, ਆਪਸ ਵਿੱਚ ਕੰਪੀਟੀਸ਼ਨ ਨਹੀਂ ਹੋਏਗਾ, ਤੇ ਉਹਦੇ ਜਿਹੜੀ ਫਾਊਂਡੇਸ਼ਨ ਵੀ ਤਗੜੀ ਹੋਊਗੀ, ਤੇ ਦੂਜੀਆਂ NGO ਨੂੰ ਸਾਡੀ ਕੰਪਨੀ ਸਪੋਰਟ ਵੀ ਕਰੂਗੀ। ਜੇ ਪੰਜਾਬ 'ਚ ਹੋਰ NGO ਕੰਮ ਕਰ ਰਹੀਆਂ ਇਸ ਕੰਮ ਤੇ, ਤਾਂ ਉਹ ਵੀ ਕੰਪਨੀ ਦੇ ਨਾਲ ਜੁੜ ਕੇ ਜਿਹੜਾ ਤਾਂ ਮਤਲਬ ਆਪਦਾ ਬੈਨੀਫਿਟ ਵੀ ਲੈ ਸਕਣਗੀਆਂ, NGO ਨਾਲ ਸਪੋਰਟ ਵੀ ਕਰਨਗੀਆਂ, ਤੇ ਉਹ ਕੰਪਨੀ ਉਹਨਾਂ ਨੂੰ ਲੀਡ ਵੀ ਕਰ ਸਕਦੀ ਹੈ, ਨਾਲ ਹੈਲਪ ਵੀ ਕਰੂਗੀ ਉਹਨਾਂ ਦੀ। ਥੈਂਕ ਯੂ ਜੀ। ਠੀਕ ਹੈ, ਧੰਨਵਾਦ। ਹਾਂਜੀ, ਬੂਟਾ ਸਿੰਘ ਜੀ। ਹਾਂਜੀ, ਬਿਲਕੁਲ ਜੀ। ਆ ਪਰਮਜੀਤ ਸਿੰਘ ਹੋਰਾਂ ਵਾਲੀ ਗੱਲ ਮੈਨੂੰ ਠੀਕ ਲੱਗੀ ਹੈ ਜੀ। ਬਾਕੀ ਸਾਰੇ ਭਰਾਵਾਂ ਦੀ ਰਾਏ ਜਿਵੇਂ ਹੋਵੇ, ਤੇ ਕਿਉਂਕਿ ਇੱਕ ਆਪਾਂ ਨੂੰ ਕੰਪਨੀ ਦਾ ਮੁਕਾਬਲਾ ਕੰਪਨੀ ਨਾਲ ਵੀ ਕਰਨਾ ਪਏਗਾ। ਜਿਵੇਂ ਇੱਕ ਉਹ ਜਗਦੇਵ ਸਿੰਘ ਖਾਲਸਾ ਜੀ ਨੇ ਲੁਧਿਆਣੇ ਵਾਲੇ, ਜਿਨ੍ਹਾਂ ਦੀ ਵੀਡੀਓ ਵੇਖੀ ਹੋਣੀ ਹੁਣ ਸਾਰਿਆਂ ਨੇ, ਹਾਂਜੀ ਹਾਂਜੀ ਉਹ 13 ਕਿਸਾਨ ਆਟਾ ਲਈ, ਹਾਂਜੀ ਹਾਂਜੀ ਤੇ ਉਹਨਾਂ ਨੇ ਜਿਹੜੀ ਇਹ ਸ਼ੁਰੂਆਤ ਕਰ ਦਿੱਤੀ ਹੋਈ ਹੈ। ਤੇ ਇਸੇ ਤਰ੍ਹਾਂ ਹੀ ਜੇ ਆਪਾਂ ਕੋਈ ਸਿਸਟਮ ਬਣਾ ਕੇ, ਤੇ ਜਿਹੜੇ ਕਿਸਾਨ ਆਪਦੀਆਂ ਚੀਜ਼ਾਂ ਪੈਦਾ ਕਰਦੇ ਆ, ਉਹ ਵੀ ਸਿੱਧੀ ਖੇਤ ਤੋਂ ਗਾਹਕ ਤੱਕ ਚਲੀ ਜਾਵੇ, ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਸਰਕਾਰਾਂ ਦਾ ਤੇ ਕਾਰਪੋਰੇਟ ਦਾ ਬੜਾ ਰੋਲ ਰਹਿਣਾ ਹੀ ਨਹੀਂਗਾ। ਤੇ ਬਾਕੀ ਸਾਰੇ ਵੀਰਾਂ ਨੂੰ ਜਿਵੇਂ ਠੀਕ ਲੱਗੇ। ਠੀਕ ਹੈ ਜੀ, ਧੰਨਵਾਦ। ਹਾਂਜੀ, ਮਨਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਮੈਂ ਲਾਸਟ ਮੀਟਿੰਗ 'ਚ ਆ ਨਹੀਂ ਸਕਿਆ ਸੀਗਾ, ਪਰ ਮੈਂ ਵੀਡੀਓ ਪੂਰੀ ਸੁਣੀ, ਆਪਣੀ ਜਿਹੜੀ ਰਿਕਾਰਡਿੰਗ ਭੇਜੀ, ਤਾਂ ਮੈਂ ਡਿਸਕਸ਼ਨਸ ਪੂਰੀ ਸੁਣ ਲਈ ਸੀਗੀਆਂ, ਜਿਹੜੇ ਮੈਡਮ ਆਏ ਸੀਗੇ ਉਹਨਾਂ ਦੀ ਡਿਸਕਸ਼ਨ ਸੁਣੀ। ਮੇਰੀ ਹਜੇ ਪਹਿਲਾਂ ਤਾਂ ਇੱਕ ਗੱਲ ਹੈ ਕਿ ਮੈਂ ਇੰਟਰਨਲੀ ਹਜੇ ਗੱਲ ਨਹੀਂ ਕੀਤੀ ਸਾਰਿਆਂ ਨਾਲ, ਰਮਨ ਜਾਂ ਸਾਡੀ ਮਤਲਬ ਐਕਸਟਰਾ ਮੀਟਿੰਗ ਨਹੀਂ ਹੋਈ ਹੈਗੀ, ਸਾਡੀ ਹੋਰ ਮੀਟਿੰਗਾਂ ਹੋਈਆਂ, ਪਰ ਇਹ ਵਿਸ਼ੇ 'ਤੇ ਮੀਟਿੰਗ ਸਾਡੀ ਹਜੇ ਹੋਈ ਨਹੀਂ, ਇੰਟਰਨਲੀ ਅਸੀਂ ਡਿਸਕਸ ਨਹੀਂ ਕੀਤਾ, ਤਾਂ ਉਹ ਅਸੀਂ ਕਰਾਂਗੇ।
ਪਰ ਪਹਿਲਾਂ ਤਾਂ ਮੈਂ ਜਿਹੜਾ ਤੁਸੀਂ ਮਾਡਲ ਭੇਜਿਆ ਲਾਈਕ NGO ਦਾ, ਮੈਂ ਪੜ੍ਹਿਆ ਸੀਗਾ 4-5 ਹਫ਼ਤੇ ਪਹਿਲਾਂ ਜਦੋਂ ਭੇਜਿਆ ਸੀਗਾ। ਮਤਲਬ ਦੈਟਸ ਓਕੇ ਰਾਈਟ, ਉਹ ਤਾਂ ਮਾਡਲ ਆ ਲਾਈਕ ਜਿਵੇਂ those are like everything is run like that only, right? That's fine, but ਮੇਰਾ ਬੇਸਿਕ ਉਹ ਦੇਖਣ ਤੋਂ ਬਾਅਦ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਐਜ਼ ਅ ਟੀਮ ਜਿਹੜੇ ਹੁਣ ਆਪਾਂ 10 ਬੰਦੇ ਇੱਥੇ ਮੀਟਿੰਗ ਕਰਦੇ ਹਾਂ ਇਸ ਟਾਈਮ ਤੇ ਪਿਛਲੇ 6-7 ਹਫ਼ਤਿਆਂ ਤੋਂ, ਕਿ ਅਸੀਂ ਇਸ ਲੈਵਲ ਤੇ ਪਹੁੰਚ ਚੁੱਕੇ ਹਾਂ ਕਿ ਅਸੀਂ ਇਹ ਡਿਸਕਸ ਕਰੀਏ ਕਿ ਆਰਗੇਨਾਈਜੇਸ਼ਨ ਦਾ ਢਾਂਚਾ ਕੀ ਹੋਊਗਾ। ਉਹਦੇ ਉੱਤੇ ਮੈਂ ਪੂਰਾ ਹਜੇ ਤੱਕ 100% ਕੌਨਫੀਡੈਂਟ ਨਹੀਂ ਹੈਗਾ। ਪਹਿਲੀ ਤਾਂ ਗੱਲ ਇਹ ਆ, ਕਿਉਂਕਿ ਜੇ ਉਹ ਕੌਨਫੀਡੈਂਟ ਹੁੰਦੇ ਤਾਂ ਮੇਰੇ ਕੋਲ ਆਨਸਰ ਵੀ ਹੁੰਦਾ ਕਿ ਢਾਂਚਾ ਕੀ ਹੋਣਾ ਚਾਹੀਦਾ। ਕਿਉਂ ਉਹ ਮੈਂ ਕੌਨਫੀਡੈਂਟ ਕਿਉਂ ਨਹੀਂ ਹੈਗਾ? ਕਿਉਂਕਿ ਮੈਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਮੈਂ ਸਿੰਪਲ ਕੁਐਸਚਨ ਪੁੱਛਣਾ ਚਾਹੁੰਦਾ ਕਿ ਇਹ ਆਰਗੇਨਾਈਜੇਸ਼ਨ ਹੈ ਕੀ ਹੈ। ਮਤਲਬ ਜਿਵੇਂ ਲੈਟ ਸੇ ਕੋਈ ਵੀ ਆਰਗੇਨਾਈਜੇਸ਼ਨ ਹੁੰਦੀ ਹੈ, ਉਹਦਾ ਇੱਕ ਮਾਡਲ ਹੁੰਦਾ ਕਿ ਓਕੇ ਫਾਈਨੈਂਸ਼ੀਅਲ ਮਾਡਲ ਹੁੰਦਾ ਕਿ ਅੱਛਾ ਇਹ ਇੱਥੋਂ ਫਾਈਨੈਂਸ ਆਉਣਾ, ਉਹ ਤੋਂ ਬਾਅਦ ਕੁਝ ਪ੍ਰੋਡਕਟ ਬੇਸਡ ਆਰਗੇਨਾਈਜੇਸ਼ਨ ਜਿਹੜੀ ਪ੍ਰੋਡਕਟ ਕੱਢਦੀ ਹੈ ਕਿ ਅਸੀਂ ਪ੍ਰੋਡਕਟ ਬਣਾਵਾਂਗੇ, ਹਨਾ। ਫਿਰ ਉਹ ਪ੍ਰੋਡਕਟ ਦੀ ਕੀਮਤ ਹੁੰਦੀ ਹੈ, ਪ੍ਰੋਡਕਟ ਵੇਚਦੇ ਹੈ, ਉਹਦਾ ਪ੍ਰੋਫਿਟ ਹੁੰਦਾ, ਪ੍ਰੋਫਿਟ ਮਾਰਜਨ ਤੋਂ ਪ੍ਰੋਫਿਟ ਮਿਲਦਾ, ਤਾਂ ਉਹ ਜਿਹੜਾ ਪ੍ਰੋਫਿਟ ਮਿਲਦਾ ਉਹਦੇ ਨਾਲ ਉਹ ਰਿਸਰਚ 'ਚ ਜਾਂਦਾ ਹੈ ਜਾਂ ਜਿਹੜੇ ਲੋਕਾਂ ਉਹਨਾਂ ਨੂੰ ਜਾਂਦਾ ਹੈ। ਬਟ ਜਿਹੜੀ ਇਹ ਆਰਗੇਨਾਈਜੇਸ਼ਨ ਇਹਦਾ ਮਾਡਲ ਕੀ ਹੈ, ਮੈਨੂੰ ਹਜੇ ਤੱਕ ਇਹ ਸਮਝ ਨਹੀਂ ਆਇਆ। ਕਿਉਂਕਿ ਮਤਲਬ ਓਵਰਆਲ ਮੈਨੂੰ ਪਤਾ ਲੱਗ ਗਿਆ ਕਿ ਓਕੇ ਫਗਵਾੜਾ ਗੁੱਡ ਗਰੋਥ ਸਿਸਟਮ ਹੈ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਕਿਸਾਨ ਅਪਣਾਉਣ, ਉੱਥੇ ਤੱਕ ਸਮਝ ਆ ਗਿਆ ਪੂਰਾ, ਹਨਾ। ਕਿ ਉਹ ਵੀ ਪਤਾ ਲੱਗ ਗਿਆ ਕਿ ਕਿਉਂ ਕਰਨਾ ਚਾਹੀਦਾ। ਉਹਦੇ 'ਚ ਸਾਡੀਆਂ ਥੋੜ੍ਹੀਆਂ ਜਿਹੀਆਂ ਸੀਗੀਆਂ ਕਿ maybe we need more data point to prove ਕਿ ਅੱਛਾ ਇਹ successful ਹੋਊਗਾ in every climate, every region and what not. So all those are there, but ਇਹ ਆਰਗੇਨਾਈਜੇਸ਼ਨ ਕਰਕੇ ਹੋਊਗੀ, ਮਤਲਬ ਕੀ ਕਰਨਾ ਕੀ ਚਾਹੁੰਦੇ ਆਪਾਂ ਆਰਗੇਨਾਈਜੇਸ਼ਨ ਤੋਂ, ਹੋਊਗਾ ਕੀ? ਕਿਉਂਕਿ ਮੈਂ ਹਜੇ ਤੱਕ ਕਦੇ ਚੰਗੀ ਤਰ੍ਹਾਂ ਮਾਰਕੀਟਿੰਗ ਦਾ ਪ੍ਰੋਸੈਸਿੰਗ ਮਾਡਲ ਚੰਗੀ ਤਰ੍ਹਾਂ ਸੁਣਿਆ ਨਹੀਂ। ਜਾਂ ਫਿਰ ਇਹ ਆਰਗੇਨਾਈਜੇਸ਼ਨ ਮਤਲਬ ਪੈਸੇ ਕਿੱਥੋਂ ਕਮਾਉਗੀ ਆਰਗੇਨਾਈਜੇਸ਼ਨ, ਕੀ ਮਤਲਬ ਆਰਗੇਨਾਈਜੇਸ਼ਨ ਦਾ? ਕਿਉਂਕਿ ਮੈਨੂੰ ਹੁਣ ਤੱਕ ਇਹ ਲੱਗਿਆ ਸੀਗਾ ਇਟ ਇਜ਼ ਮੋਰ ਲਾਈਕ ਅ ਕੋਆਪਰੇਟਿਵ ਸੁਸਾਇਟੀ, ਕਿ ਜਿਹੜਾ ਅਸੀਂ ਲੋਕਾਂ ਨੂੰ ਲਾਈਕ ਜਿਵੇਂ ਪਰਮਜੀਤ ਸਿੰਘ ਕਹਿੰਦੇ ਸੀਗੇ ਕਿ 5-7 ਪਿੰਡ ਇਕੱਠੇ ਕਰ ਦਿਓ ਤੇ ਉਹਨਾਂ ਨੂੰ ਕਹੋ ਕਿ ਇਹ ਮਾਡਲ ਹੈ ਤੇ ਉਹਨਾਂ ਨੂੰ ਹੈਲਪ ਕਰੋ ਮਾਡਲ ਇਖਤਿਆਰ ਕਰਨ 'ਚ, ਤੇ ਉਹ 5-7 ਪਿੰਡ ਜੋ ਮਰਜ਼ੀ ਕਰਨ। ਉਹ ਤੋਂ ਬਾਅਦ ਉਹ ਕੰਪਨੀ ਬਣਾ ਲੈਣ ਆਪਣੀ, ਉਹਦਾ NGO ਬਣਾ ਲੈਣ, ਉਹਦੀ ਕੋਆਪਰੇਟਿਵ ਸੁਸਾਇਟੀ ਬਣਾ ਲੈਣ। ਦੈਟ ਇਜ਼ ਵਾਟ ਆਈ ਵਾਜ਼ ਥਿੰਕਿੰਗ। ਮੈਨੂੰ ਇਹ ਨਹੀਂ ਪਤਾ ਕਿ ਅਗੇਨ ਮੇਬੀ ਸਮਬਡੀ ਡਾਕਟਰ ਵਿਸ਼ੇਸ਼ ਯੂ ਕੈਨ ਆਨਸਰ this, maybe clarify me ਕਿ ਮਕਸਦ ਕੀ ਆਰਗੇਨਾਈਜੇਸ਼ਨ ਬਣਾਉਣ ਦਾ। ਹਾਂਜੀ ਮਨਿੰਦਰ ਜੀ ਬਹੁਤ ਵਧੀਆ। ਅਸਲੀ ਸਵਾਲ ਜਿਹੜੇ ਚਾਹੀਦੇ ਆ, ਹਾਂ ਵੀ ਸਾਡਾ ਮਕਸਦ ਕੀ ਹੈ? ਮਕਸਦ ਇਹ ਆ ਵੀ ਸਾਡੀ ਸਟੇਟ ਦੇ ਟੋਟਲ ਫਾਰਮਰ ਕਰਜ਼ੇ ਵਿੱਚ ਚਲੇ ਗਏ, ਇੰਡਸਟਰੀਅਲਿਸਟ ਵਿੱਚ ਚਲੇ ਗਏ, ਉਹਨਾਂ ਨੂੰ ਇੰਡੀਪੈਂਡੈਂਟ ਮੂਵਮੈਂਟ ਵਾਸਤੇ ਤਿਆਰ ਕਰ, ਆਪਣੇ ਕਿਸਾਨ, ਹਰੇਕ ਕਿਸਾਨ ਐਜ਼ ਏ ਯੂਨਿਟ। ਉਹਦਾ ਬੇਸ ਸਾਡਾ ਕੀ ਤਿਆਰ ਕਰਦਾ? ਕਿਉਂਕਿ ਜਿਹੜੀਆਂ ਸਮੱਸਿਆਵਾਂ ਨਾਲ ਕਰਕੇ ਉਹ ਇੰਡੈਪਟਡਨੈਸ ਦੇ ਥੱਲੇ ਆਏ ਨੇ, ਕਰਜ਼ੇ ਥੱਲੇ ਆਏ ਨੇ, ਉਹਨਾਂ ਦਾ ਹੱਲ ਆਪਣੇ ਕੋਲ ਨਿਕਲਿਆ ਕਲੈਕਟਿਵਲੀ ਟੋਟਲ ਬਣਾ ਕੇ, ਜਿਹਦੇ ਵਿੱਚ ਜਿਹੜਾ ਆਪਾਂ ਪਹਿਲਾਂ ਵੀ ਸ਼ੇਅਰ ਕਰਦੇ ਆ ਵੀ ਐਗਰੀਕਲਚਰ ਸੈਕਟਰ ਦੇ 3 ਪਾਰਟ ਨੇ, ਪੈਦਾਵਾਰੀ ਹੈ, ਪ੍ਰੋਸੈਸਿੰਗ ਹੈ ਤੇ ਮਾਰਕੀਟਿੰਗ। ਪ੍ਰੋਸੈਸਿੰਗ ਤੇ ਮਾਰਕੀਟਿੰਗ ਇੰਟਰਲੀ ਡਿਪੈਂਡਸ ਔਨ ਪ੍ਰੋਡਕਸ਼ਨ ਸਿਸਟਮ, ਤੇ ਇਟ ਇਜ਼ ਮੈਟਰ ਆਫ ਚਾਂਸ ਵੀ ਮਿਹਨਤ ਦੇ ਨਾਲ ਜਿਹੜਾ ਇਹ ਮਾਡਲ ਜਿਹੜਾ ਆਪਣਾ ਪੈਦਾਵਾਰੀ ਸਿਸਟਮ ਹੈ, ਫਗਵਾੜਾ ਗੁੱਡ ਗਰੋਥ ਕ੍ਰੌਪਿੰਗ ਸਿਸਟਮ, ਉਹਦਾ ਬੇਸ, ਉਹਦਾ ਸੋਰਸ ਆਫ ਇੰਸਪੀਰੇਸ਼ਨ ਉਹ ਗੁਰਬਾਣੀ ਹੈ, ਗੁਰੂ ਕੀ ਬਾਣੀ, ਤੇ ਉਹਦੇ ਆਧਾਰਿਤ ਅਗਾਂਹ ਉਹਦਾ ਪ੍ਰਿੰਸੀਪਲ ਬਣਾਇਆ ਹੋਇਆ ਹੈ, ਬੇਸਿਸ ਬਣਾਇਆ ਹੋਇਆ। ਆਧਾਰ ਸਾਡਾ ਕੀ ਹੋਏਗਾ ਇਹ ਸਿਸਟਮ ਦਾ? ਯੂਜ਼ ਆਫ ਸੈਂਸ with the maximum cooperation of mother nature, ਵਿਗਿਆਨਕ ਨਜ਼ਰੀਏ ਨਾਲ ਕੁਦਰਤ ਵੱਲੋਂ ਪ੍ਰਦਾਨ ਪੰਜਾ ਸਹਿਯੋਗ। ਅਗਲੀ ਗੱਲ ਹੁੰਦੀ ਆ ਕਿ ਉਹ ਸਿਸਟਮ ਦੀ ਕੈਪੈਸਿਟੀ ਹੈ ਜਾਂ ਹੈ ਨਹੀਂ, ਕਿੰਨੀ ਕੈਪੈਸਿਟੀ? ਉਹ ਹੁਣ ਇਸ ਵੇਲੇ ਟੈਸਟ ਹੋ ਚੁੱਕਾ। ਪੁਟਿੰਗ ਜਿਹੜੇ ਹੈ ਪਬਲਿਕ ਦੇ ਵਿੱਚ 10 ਸਾਲ 5-10 ਸਾਲ ਜਾਣ ਦੀ ਆਪਣੇ ਮਾਡਲ ਉੱਤੇ ਟੈਸਟ ਹੋ ਚੁੱਕਾ, ਜਿਹਦੇ ਵਿੱਚ ਫਾਰਮਰ ਪਾਰਟੀਸਪੇਟ ਵੀ ਕਰ ਰਹੇ। ਇਹ ਹੋਇਆ ਉਹਦੇ ਵਿੱਚ ਕੀ ਆ? ਇਨਪੁਟ ਕਾਸਟ ਲੈਸ ਦੈਨ 50% ਆ ਗਈ। ਦੈਟ ਮੀਨ ਇਹ ਟੈਂਡੈਂਸੀ ਟੁਵਾਰਡਸ ਪ੍ਰੋਫਿਟੇਬਿਲਿਟੀ। ਪ੍ਰੋਡਕਸ਼ਨ ਜਿਹੜੀ ਹੈਗੀ ਆ
ਉਹ ਇਹ 1.25 ਗੁਣਾ 1.5 ਗੁਣਾ ਵੱਧ ਗਈ। ਉਹ ਜਿਹੜਾ ਗੈਪ ਆ ਗਿਆ ਉਹ ਬਣਿਆ ਫਾਰਮਰ ਦੀ ਪ੍ਰੋਫਿਟੇਬਿਲਿਟੀ। ਉਹ ਜਿਸ ਵੇਲੇ ਸਾਰੇ ਫਾਰਮਰ ਦੀ ਪ੍ਰੋਫਿਟੇਬਿਲਿਟੀ ਅਸੀਂ ਅਸੈਸ ਕੀਤੀ ਆ ਸਾਡੀ ਟੀਮ ਨੇ, ਉਹ ਟੋਟਲ ਦੇ ਇੱਕ ਮਾਡਲ ਦੀ, ਇੱਕ ਸਿਸਟਮ ਦੀ ਇਹ ਬੀਅਰਿੰਗ ਕਪੈਸਿਟੀ ਬਣ ਗਈ ਵੀ ਇੰਨਾ ਬਹੁਤ ਚੱਕ ਸਕਦਾ ਪ੍ਰੈਜ਼ੈਂਟ ਕੰਡੀਸ਼ਨ ਦੇ ਵਿੱਚ। ਪ੍ਰੈਜ਼ੈਂਟ ਕੰਡੀਸ਼ਨ ਦਾ ਮੇਰਾ ਭਾਵ ਹੈ ਨਾ ਅਸੀਂ ਪ੍ਰੋਸੈਸਿੰਗ ਨੂੰ ਛੇੜੀਏ ਨਾ ਅਜੇ ਮਾਰਕੀਟਿੰਗ ਨੂੰ ਛੇੜੀਏ, ਪਰ ਇਹ ਸਿਸਟਮ ਨੂੰ ਲਾਗੂ ਕਰ ਲਈਏ ਕਾਫੀ, ਤੇ ਇਹਦੇ ਵਿੱਚ ਜਿਹੜਾ ਹੈਗਾ ਉਹ 70 ਤੋਂ 80 ਹਜ਼ਾਰ ਰੁਪਏ ਪਰ ਏਕੜ ਮੁਨਾਫਾ ਆਉਂਦਾ। ਦੂਸਰਾ ਹੈ ਟਾਰਗੇਟਡ, ਜਿਹਨਾਂ ਨੂੰ ਵਾਰ-ਵਾਰ ਕਿਹਾ ਜਾਂਦਾ ਜਿਹੜੇ ਸਮਾਲ ਐਂਡ ਮਾਰਜਨਲ ਫਾਰਮਰਸ ਨੇ ਇਹ ਆਊਟਡੇਟ ਹੋ ਰਹੇ ਨੇ। ਇਹ ਹੈਗਾ ਕਹਿਣੇ ਵਾਲੇ ਜਿਹਨਾਂ ਦੇ ਕੋਈ ਹੋਰ ਟੈਸਟ ਹੋਣਗੇ। ਅਸਲ ਵਿੱਚ ਇਹ ਆ ਇਸ ਸਿਸਟਮ ਦੇ ਵਿੱਚ ਸਮਾਲ ਐਂਡ ਮਾਰਜਨਲ ਫਾਰਮਰ ਇੱਕ ਅਸੈਟ ਬਣਦੇ ਆ। ਦੈਟ ਸੈਕਸ਼ਨ ਆਫ ਦਾ ਫਾਰਮਰਸ ਇਜ਼ ਅ ਸੋਸਾਇਟਲ ਅਸੈਟ। ਉਹ ਕਿਉਂ ਆ? ਕਿਉਂਕਿ ਲੈਂਡ ਹੋਲਡਰ ਛੋਟੀਆਂ, ਉਹ ਇੰਡੀਪੈਂਡੈਂਟ ਆਪਣਾ ਕੰਮ ਆਪ ਕਰ ਸਕਦੇ। ਜਿਸ ਵੇਲੇ ਇਹ ਚੀਜ਼ਾਂ ਇਹ ਵੇਰੀਏਬਲਸ ਰਲਦੇ ਨੇ ਉਹ ਬੇਸ ਬਣਦਾ। ਇਹ ਸਟਰੈਂਥ ਆ ਇਸ ਚੀਜ਼ ਦੀ। ਅੱਗੇ ਹੈ ਵੀ ਸਾਡੀ ਵੀਕਨੈਸ ਕੀ ਨੇ? ਵੀਕਨੈਸ ਸਭ ਤੋਂ ਪਹਿਲੀ ਇਹੀ ਆ ਵੀ ਅਜੇ ਤੱਕ ਆਪਣੇ ਕੋਲ ਸਟਰਕਚਰ ਨਹੀਂ, ਜਿਹੜਾ ਸਟਰਕਚਰ ਬਣਾਉਣ ਦੀ ਲੋੜ ਕੀ ਪੈਂਦੀ। ਆਪਣੇ ਆਪਣੇ ਲੈਵਲ ਤੇ ਲੱਗੇ ਹੋਏ ਆ ਡੈਡੀਕੇਟਡ ਭਾਵਨਾ ਨਾਲ। ਉਹ ਤੁਹਾਡੀ ਗੱਲ ਠੀਕ ਹੈ ਜੀ। ਹੁਣ ਜਿਹੜੇ ਸਟਰਕਚਰ ਬਣਾਉਣ ਦੀ ਲੋੜ ਹੈਗੀ, ਪਰ ਉਹ ਸਟਰਕਚਰ ਕਰੂਗਾ ਕੀ? ਮੇਰੇ ਕਹਿਣ ਦਾ ਮਤਲਬ ਇਹ ਹੈ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਕੋਈ ਜ਼ਿਮੀਂਦਾਰ ਹੈ, ਉਹਦੇ ਕੋਲ 5 ਕਿੱਲੇ ਜ਼ਮੀਨ ਆ, ਰਾਈਟ? ਕਿਉਂਕਿ ਇਹ ਸਾਰੀ ਖੇਤੀ ਨਾਲ ਇਨਕਲੂਡਡ ਹੈ। ਅਸੀਂ ਉਹਨੂੰ ਸਿਖਾਤਾ, ਅਸੀਂ ਉਹਨੂੰ ਦੱਸਤਾ, ਅਸੀਂ ਹਜੇ ਵੀ ਦੱਸ ਰਹੇ ਹਾਂ ਤੁਸੀਂ ਹਨਾ ਕਿ ਇਹ ਏਦਾਂ ਕਰਕੇ ਤੁਸੀਂ ਆਪਣੀ ਖੇਤੀ ਕਰੋ। ਉਹਨੇ ਉਹ ਖੇਤੀ ਕਰ ਲਈ, ਉਹਦਾ ਪ੍ਰੋਡਿਊਸ ਹੋ ਗਿਆ। ਜਿਹੜਾ ਉਹ ਪ੍ਰੋਡਿਊਸ ਹੈ ਉਹ ਜ਼ਿਮੀਂਦਾਰ ਦਾ, ਇਹ ਕੰਪਨੀ ਦਾ ਉਹਦੇ 'ਚ ਕੁਛ ਨਹੀਂ ਹੈਗਾ। ਜੇ ਅਸੀਂ ਕੰਪਨੀ ਬਣਾ ਲਈ, NGO ਬਣਾ ਲਈ, ਕੁਛ ਵੀ ਬਣਾ ਲਈਏ, ਉਹਦਾ ਉਹ ਪ੍ਰੋਡਿਊਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਕਿਉਂਕਿ ਅਸੀਂ ਸਿਰਫ ਉਹਨੂੰ ਦੱਸਿਆ ਕਿ ਅਸੀਂ ਉਹਨੂੰ ਪਹਿਲਾਂ ਅਸੀਂ ਉਹਨੂੰ ਚਾਰਜ ਕਰਾਂਗੇ ਦੱਸਣ ਵਾਸਤੇ। ਇਜ਼ ਦੈਟ ਲਾਈਕ ਉਸ ਮਾਡਲ ਦੇ ਉੱਤੇ ਪਹਿਲਾਂ ਇਹ ਹੋਊਗਾ ਕਿ ਕਿਸਾਨ ਨੂੰ ਅਸੀਂ ਉਹ ਦੱਸਣ ਵਾਸਤੇ ਕਿ ਤੁਹਾਨੂੰ ਕਿਵੇਂ ਖੇਤੀ ਕਰਨੀ ਚਾਹੀਦੀ ਹੈ। ਉਹ ਪਹਿਲਾਂ ਉਹ that is because that is the asset of this NGO, whatever if you're calling it NGO or company, right? FAPRO model ਉਹਦਾ ਇੱਕ ਐਸੈਟ ਹੈ ਕਿ ਪ੍ਰੋਡਕਸ਼ਨ ਕਿਵੇਂ ਕਰਨੀ ਹੈ, ਹਨਾ? ਉਹ ਅਸੀਂ ਅੱਜ ਫ੍ਰੀ ਸਿਖਾ ਰਹੇ ਹਾਂ ਕਿ ਅਸੀਂ ਇਹ ਮਾਡਲ ਦੇ ਤਹਿਤ ਅਸੀਂ ਉਹਨੂੰ ਜਿਵੇਂ ਵੇਚਾਂਗੇ ਉਹ ਚੀਜ਼ ਨੂੰ। ਫਿਰ ਜੇ ਅਸੀਂ ਵੇਚਾਂਗੇ ਤਾਂ ਮੇਰਾ ਕੁਐਸਚਨ ਹੈ, ਮੈਨੂੰ ਪਤਾ ਨਹੀਂ, ਰਾਈਟ? ਫਿਰ ਨੈਕਸਟ ਲੈਵਲ ਤੇ ਜਦੋਂ ਉਹ ਪ੍ਰੋਡਿਊਸ ਹੋ ਗਈ, ਉਹ ਕਿਸਾਨ ਦੀ ਹੈ, ਰਾਈਟ? ਉਹ ਪ੍ਰੋਡਿਊਸ ਉਹ ਜਾ ਕੇ ਹੁਣ ਅਸੀਂ ਸਾਡਾ ਪ੍ਰੋਸੈਸਿੰਗ ਐਂਡ ਮਾਰਕੀਟਿੰਗ, ਅਗੇਨ ਮੈਨੂੰ ਨਹੀਂ ਪਤਾ ਕਿ ਕੀ ਮਾਡਲ ਹੈਗੇ ਆ, ਬਟ ਅਸੀਂ ਲੈਟ ਅਸ ਸੇ ਪ੍ਰੋਸੈਸਿੰਗ ਤੇ ਮਾਰਕੀਟਿੰਗ ਲਾਉਣਾ ਚਾਹੁੰਦੇ ਹਾਂ। ਤਾਂ ਕਿ ਅਸੀਂ ਆਪਣੀ ਪ੍ਰੋਸੈਸਿੰਗ ਲਾਵਾਂਗੇ, ਇੱਕ ਕੰਪਨੀ ਆਪਣੀ ਪ੍ਰੋਸੈਸਿੰਗ ਲਾਊਗੀ, ਜਾਂ ਫਿਰ ਇਹ ਹੈਲਪ ਕਰੂਗੀ ਤੇ ਕਹੂਗੀ ਕਿ ਜਿੰਨਾ ਵੀ ਪ੍ਰੋਫਿਟ ਹੈ ਉਹਦਾ 10% ਸਾਡਾ। ਮਤਲਬ what is that model we are thinking of? ਕਿਉਂਕਿ ਪਹਿਲਾਂ ਤਾਂ ਸਾਨੂੰ ਫਾਈਨੈਂਸ਼ੀਅਲ ਮਾਡਲ ਸੋਚਣਾ ਪੈਣਾ ਕਿ ਹੈ ਕੀ ਹੈ, ਫਾਈਨੈਂਸ਼ੀਅਲ ਇਨਪੁਟ ਕੀ ਹੈ, ਆਊਟਪੁੱਟ ਕੀ ਹੈ। ਕੰਪਨੀ ਦਾ ਸਟਰਕਚਰ, ਕੰਪਨੀ ਬਣੇ, NGO ਬਣੇ, ਉਹ ਸਟਰਕਚਰ ਦਾ ਆਪਣੇ ਆਪ ਉਹ ਚੋਂ ਨਿਕਲ ਕੇ ਆਉਣਗੇ ਆਪਣੇ ਆਪ। ਉਹਨਾਂ ਦੇ ਆਨਸਰਾਂ ਤੋਂ ਓਵਰਆਲ ਆਨਸਰ ਨਿਕਲ ਕੇ ਆਊਗਾ ਮੇਰੇ ਖਿਆਲ ਦੇ ਨਾਲ। ਸਹੀ ਆ, ਬਿਲਕੁਲ ਬਿਲਕੁਲ ਤੁਹਾਡੇ ਸਵਾਲ ਸਹੀ ਨੇ। ਹੁਣ ਜਿੱਥੇ ਆਪਾਂ ਆਏ ਸੀ ਨਾ, ਇਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ, ਸਟਰੈਂਥ ਸ਼ੇਅਰ ਕੀਤੀਆਂ ਇਸ ਸਿਸਟਮ ਦੀਆਂ, ਤੇ ਇਹ ਪ੍ਰੋਫਿਟੇਬਲ ਆ, ਇਹ ਨੈਚੁਰਲ ਜਿਹੜੇ ਰਿਸੋਰਸ ਨੂੰ ਸੇਵ ਕਰਦਾ, ਇਹ ਫਾਰਮਰ ਨੂੰ ਜਿਹੜਾ ਹੈ ਘੱਟ ਖੇਚਲ ਦਿੰਦਾ ਤੇ ਸਟੇਬਿਲਿਟੀ ਦਿੰਦਾ। ਇਟ ਇਜ਼ ਅ ਸਟੇਬਲ ਇਕਨੋਮਿਕ ਮਾਡਲ। ਹੁਣ ਇਹਦੀ ਵੀਕਨੈਸ ਜੇ ਆਪਾਂ ਸ਼ੇਅਰ ਕਰੀਏ ਨਾ, ਅਗਾਂਹ ਪ੍ਰੋਸੈਸਿੰਗ ਦੇ ਜਾਵਾਂਗੇ। ਵੀਕਨੈਸ ਇਹਦੀ ਆ ਤੇ ਇਹਨੂੰ ਇਹ ਪ੍ਰੈਜ਼ੈਂਟ ਚੱਲ ਰਿਹਾ ਸਿਸਟਮ ਦੇ ਵਿੱਚ ਇਸ ਵੇਲੇ ਹੈ ਕੋਸਟ ਇੰਟੈਂਸਿਵ ਮਾਡਲ ਚੱਲ ਰਿਹਾ ਵਰਲਡ ਲੈਵਲ ਤੇ। ਇਹਨੂੰ ਆਪਾਂ ਟ੍ਰਾਂਸਫਰ ਕਰਨਾ ਹੈਗਾ ਮੈਨੇਜਮੈਂਟ ਟੈਸਟ ਦੇ, ਠੀਕ ਹੈ ਨਾ? ਬਟ ਇਹਦੇ ਵਿੱਚ ਲਿਮਿਟੇਸ਼ਨ ਕੀ ਆ ਵੀ ਜਿੰਨੀ ਵੀ ਪੀਜੈਂਟਰੀ ਹੈ ਉਹਦਾ ਪ੍ਰੈਜ਼ੈਂਟ ਮਾਈਂਡ ਸੈਟ ਉਹ ਕੋਸਟ ਇੰਟੈਂਸਿਵ ਮਾਡਲ ਤੇ ਲੱਗਾ ਹੋਇਆ, ਬਿਲਕੁਲ ਜਕੜਿਆ ਹੋਇਆ। ਜਿਸ ਵੇਲੇ ਉਹ ਜਕੜਿਆ ਹੋਇਆ ਉਹਨੂੰ ਬੇਸ਼ੱਕ ਇਹਦੇ ਰਾਹਤ ਦਿਸਦੀ ਆ ਵੀ ਰਹੀ ਆ ਤੇ ਇਹਦੇ ਨਾਲ ਮੈਨੇਜਮੈਂਟ ਦੇ ਵਿੱਚ ਮੈਨੂੰ ਫਾਇਦਾ ਹੋਣਾ, ਲੇਕਿਨ ਉਸ ਜਕੜ ਵਿੱਚੋਂ ਕੱਢਣ ਵਾਸਤੇ ਇੱਥੇ ਹੈ ਟੂ ਚੇਂਜ ਦਾ ਮਾਈਂਡ ਸੈਟ। ਜਿਹੜਾ ਲੋਕਾਂ ਦੇ ਮਾਈਂਡ ਸੈਟ ਨੂੰ ਬਦਲਣਾ, ਇਹ ਸਭ ਤੋਂ ਔਖਾ ਕੰਮ ਪਾਰਟ ਇਹਦਾ, ਤੇ ਇਹ ਸਭ ਤੋਂ ਸੌਖਾ ਪਾਰਟ। ਦੋ ਪਾਰਟ। ਸੌਖਾ ਕਿਸ ਤਰ੍ਹਾਂ? ਸੌਖਾ ਆ ਵੀ ਜਿਹੜੇ ਪਾਰਟੀਸਪੇਟ ਸਾਡਾ ਕਿਸਾਨ ਘਰ ਆ ਜਿਹੜੇ
ਇੱਦਾਂ ਦੇ ਸਾਡੇ ਕੋਲ ਜਿੰਨੇ ਮੈਕਸਿਮਮ ਕਿਸਾਨ ਨੇ ਪੰਜਾਬ ਦੇ ਵਿੱਚ, ਹਰਿਆਣੇ ਵਿੱਚ, ਉਹਨਾਂ ਦੇ ਵਿੱਚੋਂ ਜਿੰਨੇ ਆਏ ਨੇ ਇੱਥੇ ਸਾਡੇ ਨਾਲ ਜੁੜੇ ਨੇ, ਉਹਨਾਂ ਵਿੱਚੋਂ 2% ਕਿਸੇ ਵਨ ਔਰ ਦੀ ਅਦਰ ਰੀਜ਼ਨ ਕਰਕੇ ਇਸ ਮਾਡਲ ਨਹੀਂ ਅਪਣਾਇਆ, ਬਾਕੀ ਸਾਰੇ ਜਿਹੜੇ ਹੈਗੇ ਇਸ ਮਾਡਲ ਨੂੰ ਅਪਣਾ ਰਹੇ। ਇਹਦੀ ਫਿਰ ਦੁਆਰਾ ਸਟ੍ਰੈਂਥ ਹੈ। ਹੁਣ ਇਹ ਬਾਕੀ ਲੋਕਾਂ ਨੂੰ ਲਾਉਣਾ ਜਾਂ ਬਾਕੀ ਫਾਰਵਰਡ ਹੋਣਾ, ਹੇਅਰ ਲਾਈਜ਼ ਦਾ ਪੁਆਇੰਟ। ਇਹ ਕਰਨ ਵਾਸਤੇ ਪਰਸਪੈਕਟਿਵ ਸਾਨੂੰ ਕਲੀਅਰ ਆ, ਆਬਜੈਕਟਿਵ ਸਾਨੂੰ ਕਲੀਅਰ ਆ, ਤੇ ਇਹ ਵੀ ਕਲੀਅਰ ਹੈ ਕਿ ਮੈਥਡੋਲੋਜੀ ਬਾਰੇ ਕੀ ਆਬਜੈਕਟਿਵ ਤਾਂ ਕਲੀਅਰ ਹੋ ਗਿਆ, ਨਾਲ ਇਹਦੀ ਇੰਪਲੀਮੈਂਟੇਸ਼ਨ ਕੀ ਕਰਨੀ ਆ ਉਹ ਵੀ ਕਲੀਅਰ ਆ। ਜੇ ਕਹੋ ਉਹ ਵੀ ਡਿਸਕਸ ਕਰ ਲਓ ਤੁਹਾਡੇ। ਹੁਣ ਹੈਗਾ ਐਂਡ ਪੁਆਇੰਟ, ਕਾ ਕਿੱਥੇ ਆਉਣਾ ਜਾਂ ਸਾਡੇ ਮਾਈਂਡ ਵਿੱਚ, ਕਿਉਂਕਿ ਅਸੀਂ ਚਲੇ ਗਏ ਸ਼ੁਰੂ ਤੋਂ ਹੀ ਇਸ ਹਿਸਾਬ ਦੇ ਨਾਲ, ਤੇ ਇਹ ਇੱਕ ਤਬਦੀਲੀ ਲਿਆਉਣ ਵਾਸਤੇ ਸਾਨੂੰ ਕੋਈ ਨਾ ਕੋਈ ਗੁਰੂ ਦੇ ਦਸਵੰਧ ਦੇ ਵਿੱਚੋਂ ਪਾ ਕੇ ਤੇ ਸੇਵਾ ਕਰਨੀ ਚਾਹੀਦੀ, ਠੀਕ ਹੈ ਨਾ ਜੀ। ਪਰ ਉਹ ਕਿੰਨਾ ਹੁੰਦਾ, ਉਹਦੇ ਵਿੱਚੋਂ ਪ੍ਰਾਇਰਟੀ ਕਿਹੜੀ ਹੈਗੀ ਆ, ਉਹ ਇਹੀ ਟ੍ਰਾਂਸਫਰ ਆਫ ਟੈਕਨੋਲੋਜੀ, ਟ੍ਰਾਂਸਫਰ ਆਫ ਇਸ ਸਿਸਟਮ ਹੈਗੀ ਆ, ਤੇ ਆਮ ਲੋਕਾਂ ਤੱਕ ਕਿੱਦਾਂ ਲਿਆਇਆ। ਹੁਣ ਹੈਗਾ ਰਿਟਰਨ ਵਾਲੀ ਗੱਲ, ਹਾਂ ਠੀਕ ਆ, ਵਰਚੁਅਲ ਐਂਗਲ ਤੋਂ ਬੜਾ ਸੋਚਣਾ ਚਾਹੀਦਾ, ਤੇ ਅਲਟੀਮੇਟਲੀ ਕਿਉਂਕਿ ਇਹਨੂੰ ਵੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਗੱਲ ਸਰਵਾਈਵ ਕਰਦੀ ਰਹੇ, ਤੇ ਉਹਦੇ ਵਾਸਤੇ ਸਾਨੂੰ ਪਹਿਲਾਂ ਸੋਚਣਾ ਚਾਹੀਦਾ ਕੀ ਬਿਜ਼ਨਸ ਮਾਡਲ ਕੀ ਹੋਵੇ। ਉਹਦੇ ਵਾਸਤੇ ਸਾਡੇ ਕੋਲ ਜਿਹੜਾ ਤਾਂ ਅਸੀਂ ਸੋਚਿਆ, ਜਾਂ ਮੈਂ ਤੁਹਾਨੂੰ ਪਰਸਨਲ ਦੱਸਦਾ ਮਾਈਂਡ ਦੇ ਵਿੱਚ ਹੈਗਾ, ਉਹ ਹੈਗਾ ਵੀ ਇਹ ਇੱਕ ਸਿਸਟਮ ਐਸਾ ਜਿਹੜਾ ਇਹਦੀ ਇਨੇਟ ਕੈਪੈਸਿਟੀ ਇੱਕ ਭਾਵ ਨਾਲ ਜੁੜੀ ਹੋਈ ਆ, ਇੱਕ ਪਾਸੇ ਉਹ ਜੁੜੀ ਹੋਈ ਆ, ਜਿਹੜਾ ਪਾਸਾ ਚੰਗੇ ਪਾਸੇ ਨੂੰ ਦਰਸਾਉਂਦਾ ਜਾਂਦਾ, ਉਹਦੇ ਵਿੱਚ ਹੀ ਕਹਿਣ ਦਾ ਭਾਵ ਗੁਰਬਾਣੀ ਨਾਲ ਜੁੜੀ ਹੋਈ ਆ, ਉਹਦੇ ਵਿੱਚ ਉਹਨੇ ਹੱਲ ਦਿੱਤਾ ਹੋਇਆ। ਹੱਲ ਕਾਹਦਾ, ਤੁਸੀਂ ਇਹ ਸਿਸਟਮ ਚਲਾਉਣਾ ਕੋਈ ਨਹੀਂ। ਉਹਨਾਂ ਨੂੰ ਪਤਾ ਸੀ ਵੀ ਇਹਦੇ ਵਾਸਤੇ ਬੇਸਿਕ ਇਨਪੁਟਸ ਚਾਹੀਦੀਆਂ ਹੈਗੀਆਂ, ਪੈਸੇ ਵੀ ਚਾਹੀਦੇ ਨੇ। ਉੱਥੇ ਉਹਨਾਂ ਦਸਵੰਧ ਦਾ ਫਾਰਮੂਲਾ ਲਾਇਆ ਤੇ ਤੁਸੀਂ ਜੀ ਗੁਰੂ ਘਰਾਂ ਦੀ ਸੇਵਾ ਵਾਸਤੇ ਜਾਂ ਇਸ ਗੁਰਬਾਣੀ ਦੇ ਪ੍ਰਚਾਰ ਸਿਸਟਮ ਚਲਾਉਣ ਵਾਸਤੇ ਦਸਵੰਧ ਦਾ ਕਰੋ। ਮੈਂ ਜਿਹੜਾ ਮੇਰਾ ਪਰਸਨਲ ਵਿਊ ਆ ਉਹ ਆ ਵੀ ਇਹਨੂੰ ਐਸਾ ਪ੍ਰਚਾਰਿਆ ਜਾਵੇ ਲੋਕਾਂ ਦੇ ਵਿੱਚ। ਅਗਰ ਤਾਂ ਅਸੀਂ ਬਾਈਂਡਿੰਗ ਕਰਦੇ ਹਾਂ, ਦੈਟ ਵਿਲ ਬੀ ਜਜ਼ੀਆ, ਉਹ ਆਪਾਂ ਚਾਹੁੰਦੇ ਨਹੀਂ। ਜਜ਼ੀਆ ਮੰਨ ਲਓ ਇਨਫੋਰਸ ਜਿਹੜੀ ਹੈਗੀ ਆ ਰੀਪੇਮੈਂਟ ਮਾਮਲਾ, ਉਹ ਸਾਡੇ ਉਹਦੇ ਵਿੱਚ ਨਹੀਂ ਆਉਂਦਾ, ਐਥਿਕਸ ਵਿੱਚ ਆਉਂਦਾ। ਇੱਥੇ ਪਬਲਿਕ ਦੀ ਜਾਂ ਕਿਸਾਨਾਂ ਦੀ ਸੋਚ ਜਿਹੜੀ ਹੈਗੀ ਆ ਉਹ ਇੰਡੀਪੈਂਡੈਂਟ ਛੱਡੀ ਜਾਵੇ, ਤੇ ਗੁਰੂ ਦੇ ਬਾਅਦ ਜਿਹੜਾ ਹੈ ਗੁਰੂ ਦੇ ਆਦੇਸ਼ ਮੁਤਾਬਕ 10% ਦਸਵੰਧ ਬਣਦਾ, ਉਹ ਦਵੇ ਜਾਂ ਨਾ ਦਵੇ, ਉਹ ਤੇ ਛੱਡੋ। ਲੈਟ that gentleman or farmer may be independent, ਜਾਂ ਉਹ ਘੱਟ ਦੇ ਦੇ ਜਾਂ ਵੱਧ ਦੇ, ਉਹਦੇ ਨਾਲ ਇੱਕ ਉਹਦੀ ਫੈਕਲਟੀ ਆਫ ਮਾਈਂਡ ਇੰਡੀਪੈਂਡੈਂਟ ਮੂਵਮੈਂਟ ਵੱਲ ਨੂੰ ਵਧੇਗੀ ਵੀ, ਤੇ ਪਲੱਸ ਨਾਲ ਜੁੜੇਗੀ। ਹਰ ਵੇਲੇ ਧਿਆਨ ਚ ਰਹੇਗਾ ਵੀ ਇਹ ਬਾਬੇ ਰਿਹਾ ਤੁਸੀਂ ਯਾਰ। ਮੈਂ ਆਪਣੇ ਹੁਣ ਵੀ ਸਾਡੇ ਜਿੰਨੀ ਕਨਵੈਨਸ਼ਨ ਹੈ ਨਾ, ਵੈਸੇ ਮਨਿੰਦਰ ਜੀ, ਅਸੀਂ ਨਾ ਸਾਰੇ ਜਿੰਨੇ ਇੱਥੇ ਬੈਠੇ ਆ, ਇਹ ਸਾਰੇ ਪਰਿਵਾਰ ਕਿਸਾਨ ਪਰਿਵਾਰ ਨੂੰ ਸੰਬੰਧ ਰੱਖਦੇ। ਜਿਸ ਵੇਲੇ ਪਹਿਲੀ ਕੋਈ ਫਸਲ ਆਉਂਦੀ, ਪਹਿਲਾਂ ਉਹ ਕਾਰ ਸੇਵਾ ਦੇ ਨਾਂ ਤੇ ਜਿਹੜਾ ਹੈਗਾ ਉਹ ਫਸਲ ਅੱਜ ਵੀ ਕੱਢਿਆ ਜਾਂਦਾ, ਤਾਂ ਹਰੇਕ ਪਰਿਵਾਰ ਕਰਦਾ। ਇੱਕ ਉਹ ਹੈ, ਦੂਸਰੇ ਕਾਰ ਸੇਵਾ ਦੇ ਨਾਂ ਦੇ ਉੱਤੇ ਅਲੱਗ-ਅਲੱਗ ਵੱਖ-ਵੱਖ ਜਿਹੜੇ ਹੈਗੇ ਆ ਇਹ ਅਦਾਰੇ ਜਾਂ ਡੇਰੇ ਉਹ ਵੀ ਆਉਂਦੇ ਆ। ਜਿਸ ਵੇਲੇ ਨਾਮ ਕਾਰ ਸੇਵਾ ਦਾ ਆਉਂਦਾ, ਉਸੇ ਵੇਲੇ ਜਿਹੜਾ ਉਹ ਸਤਿਕਾਰ ਵਿੱਚ ਉਹਨਾਂ ਨੂੰ ਦਿੱਤਾ ਗਿਆ। ਸੋ ਇਹ ਟੋਟਲ ਇੰਨਾ ਮਾਡਲ ਆ, ਤੇ ਅਗਾਂਹ ਇਹਦੇ ਲੈਟ ਵੀ ਕਲੀਅਰ ਅਬਾਊਟ ਖਰਚਾ ਆਲਸੋ, ਕਿਉਂਕਿ ਅਜੇ ਤੱਕ ਸਾਡੀ ਜਿਹੜੀ ਹੈਗੀ ਪ੍ਰੈਜ਼ੈਂਟ ਸਟੱਡੀ ਐਨਾਲਿਸਿਸ ਇੱਥੇ ਪਹੁੰਚਾ, ਇਹ ਟੂ ਚੇਂਜ ਦੀ ਮਾਈਂਡ ਸੈਟ ਆਫ ਦਾ ਸਟੇਟ ਫਾਰਮਰ, ਉਹਦੇ ਅਲੱਗ-ਅਲੱਗ ਆਸਪੈਕਟ ਨੇ, ਉਹ ਫਿਰ ਆਪਾਂ ਲੇਟਰ ਡਿਸਕਸ ਕਰਦੇ ਹਾਂ। ਦੂਸਰਾ ਜਿਹੜਾ ਪ੍ਰੋਸੈਸਿੰਗ ਬਾਰੇ ਹੈਗਾ ਜਾਂ ਮਾਰਕੀਟਿੰਗ ਬਾਰੇ ਸਵਾਲ ਹੈਗਾ ਵੀ, ਇਹ ਤੁਹਾਨੂੰ ਵੀ ਸਵਾਲ ਆ, ਤੁਸੀਂ ਵੀ ਦੇਖੋ 5 ਮੈਂਬਰਾਂ ਦੇ ਟੱਬਰ ਨੂੰ ਚਲਾਉਣ ਵਾਸਤੇ ਕਿੰਨੇ ਪੈਸੇ ਚਾਹੀਦੇ, ਮੈਨੂੰ ਪ੍ਰਸਾਈਜ਼ ਕਰਦਾ ਕਿੰਨੇ ਪੈਸੇ ਚਾਹੀਦੇ, ਉਹ ਆਪਾਂ ਕੈਲਕੂਲੇਟ ਹੋ ਰਿਹਾ। ਜਿੰਨਾ ਹੋਏਗਾ ਵੀ ਟੇਕ ਇਟ ਐਜ਼ ਏ 10% ਲੈਸ, ਪਲੱਸ ਅਸੀਂ ਉਹਨੂੰ ਇੰਡੀਪੈਂਡੈਂਟ ਇੱਕ ਹੋਰ ਦੇਵਾਂਗੇ ਕਿ ਉਹਨੂੰ ਕਹਿੰਦੇ ਹੈਗੇ ਆ ਸਬਸਿਡਰੀ ਆਕੂਪੇਸ਼ਨ। ਸੋ ਇਹ ਟੋਟਲ ਗ੍ਰਾਫ ਮਾਡਲ ਦਾ ਬਣਦਾ। ਉਹਨੂੰ ਚਲਾਉਣ ਵਾਸਤੇ ਇੱਕ ਸੰਗਠਨ ਚਾਹੀਦਾ,
ਉਹਦੇ ਵਿੱਚ ਕਿੰਨੇ ਕੰਟਰੀਬਿਊਟਰ ਹੋਣ, ਕਿਵੇਂ ਹੈ, ਲੇਕਿਨ ਇਹ ਗੱਲ ਜ਼ਰੂਰ ਵੱਡੀ ਹੈਗੀ ਆ। ਮੈਂ ਹੁਸ਼ਿਆਰਪੁਰ ਬੈਠਾ ਹਾਂ, ਤੁਸੀਂ ਅਮਰੀਕਾ ਬੈਠੇ ਹੋ, ਆਪਾਂ ਆਲੇ ਬੈਠੇ ਆ ਨਾ, ਇਸ ਗੱਲ ਨੂੰ ਦਾ ਫਰਦਰ ਇਹ ਚੀਜ਼ ਟੈਸਟ ਨਹੀਂ ਮੰਗਦੀ ਕਿ ਸਾਡੀ ਭਾਵਨਾ ਕੀ ਹੈ। ਸਾਨੂੰ ਭਾਵਨਾ ਜੁੜੀ ਬੈਠੀ ਆ, ਉਹ ਭਾਵਨਾ ਸਾਡੀ ਕੀ ਆ? ਵੈਲਫੇਅਰ ਆਫ ਦ ਸਟੇਟ, ਰੂਰਲ ਏਰੀਆ ਦੇ ਜਾਂ ਪੇਂਡੂ ਆਰਥਿਕਤਾ ਨੂੰ ਮੁੜ ਸੁਰਜੀਤ ਕਰਨਾ, ਰਿਜੂਮੀਨੇਸ਼ਨ ਆਫ ਰੂਰਲ ਇਕੋਨਮੀ। ਇਸ ਕੰਡੀਸ਼ਨ ਵਿੱਚ, ਕਿਉਂਕਿ ਪ੍ਰੈਜ਼ੈਂਟਲੀ ਆਵਰ ਸਟੇਟ ਇਜ਼ ਏ ਫ੍ਰੈਕਚਰਡ ਇਕੋਨਮੀ, ਬਿਲਕੁਲ ਟੁੱਟ ਪਾ ਚੁੱਕਾ ਹੈ, ਇਹਨੂੰ ਆਪਾਂ ਨਵਾਂ ਬਣਾ, ਇਹ ਹੈ ਜੀ ਟੋਟਲ ਇੱਕ ਬਲੂ ਪ੍ਰਿੰਟ ਇਹ ਬਣਨਾ। ਹਾਂਜੀ 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 ਮੈਂ ਵੀ ਇਹਦੇ ਵਿੱਚ ਨਾ ਜੋ ਡਾਕਟਰ ਸਾਹਿਬ ਨੇ ਦੱਸਿਆ ਉਹ ਮੈਂ ਵੀ ਥੋੜਾ ਐਡ ਕਰ ਦਿੰਦਾ ਤੇ ਫਾਈਨੈਂਸ਼ੀਅਲ ਮਾਡਲ ਦੇ ਉੱਤੇ ਜੋ ਮੇਰੇ ਥਾਟਸ ਨੇ ਉਹਦੇ ਤੇ ਬੇਸਿਕਲੀ ਜਿੱਦਾਂ ਮੇਰੇ ਆਵਾਜ਼ ਬੰਦ ਹੋ ਗਈ ਮਨਿੰਦਰ ਜੀ ਤੁਹਾਡੀ, ਅਨਮਿਊਟ ਕਰਿਓ। ਨਹੀਂ ਜੀ, ਕਰਨਦੀਪ ਜੀ ਬੋਲਦੇ ਸੀ ਜੀ। ਹਾਂਜੀ ਹਾਂਜੀ, ਮੈਂ ਇਹ ਫਾਈਨੈਂਸ਼ੀਅਲ ਮਾਡਲ ਦੇ ਉੱਤੇ ਥੋੜਾ ਜਿਹਾ ਹੋਰ ਐਡ ਆਨ ਕਰ ਦਿੰਦਾ ਜੀ। ਵੀ ਬੇਸਿਕਲੀ ਸਾਡੇ ਕੋਲ ਸਾਡਾ ਇੱਦਾਂ ਲਾ ਲਓ ਵੀ ਡੈਮੋ ਪ੍ਰੋਡਕਟ ਹੈ ਨਾ। ਹਾਂਜੀ ਹਾਂਜੀ ਬੋਲੋ ਜੀ। ਹਾਂਜੀ, ਉਹਨਾਂ ਦੀ ਆਵਾਜ਼ ਕੱਟ ਰਹੀ ਹੈ ਕਰਨਦੀਪ ਜੀ ਦੀ। ਹਾਂਜੀ ਹਾਂਜੀ, ਹੁਣ ਠੀਕ ਹੈ ਜੀ। ਹਾਂਜੀ, ਪਿੱਛੇ ਤੋਂ ਆਵਾਜ਼ਾਂ ਆ ਰਹੀਆਂ, ਪਿੱਛੇ ਤੋਂ ਕੋਈ। ਹਾਂਜੀ, ਤਾਂ ਫਾਈਨੈਂਸ਼ੀਅਲ ਮਾਡਲ ਐਂਡ ਆਰਗੇਨਾਈਜੇਸ਼ਨ ਸਟਰਕਚਰ ਦੇ ਬਣਾਉਣ ਵਾਸਤੇ ਮੈਨੂੰ ਲੱਗਦਾ ਆਪਾਂ ਜਿੰਨੇ ਵੀ ਮੀਟਿੰਗ ਨੂੰ ਜੁਆਇਨ ਕਰਦੇ ਆ ਨਾ, ਆਪਾਂ ਨੂੰ ਅਲਟੀਮੇਟਲੀ ਇਹੀ ਕੁਐਸਚਨ ਆਪਣੇ ਆਪ ਨੂੰ ਪੁੱਛਣਾ ਪਏਗਾ ਵੀ ਇਸ ਮੈਂ ਪੰਜਾਬ ਦੀ ਜਿੱਦਾਂ ਨਾ ਕਿਸਾਨੀ ਦੀ ਸੇਵਾ ਕਰਨੀ ਆ, ਉਹਦੇ ਵਾਸਤੇ ਮੈਂ ਹੈ ਨਾ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਕਰ ਸਕਦਾ ਹੈ ਨਾ, ਜਾਂ ਮੈਂ ਆਪਣੇ ਸਕਿੱਲ ਸੈਟ ਦੇ ਨਾਲ ਜਾਂ ਆਪਣਾ ਟਾਈਮ ਦੇ ਸਕਦਾ। ਕਿੰਨਾ ਮੈਂ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਕਰ ਸਕਦਾ, ਕਿੰਨਾ ਮੈਂ ਟਾਈਮ ਦੇ ਸਕਦਾ, ਉਹਦੇ ਹਿਸਾਬ ਦੇ ਨਾਲ ਹੀ ਆਪਾਂ ਫਿਰ ਸਟਰਕਚਰ ਬਣਾ ਸਕਦੇ ਹਾਂ। ਕਿਉਂਕਿ ਦੇਖੋ ਕਰਨਦੀਪ ਜੀ ਇੱਕ ਦੇਖੋ ਮੈਂ ਇਹਦੇ ਨਾਲ ਸਹਿਮਤ ਨਹੀਂ ਕਰਦਾ, ਕਿਉਂਕਿ ਦੇਖੋ ਅਸੀਂ ਹਲੇ 10-15 ਬੰਦੇ ਗੱਲਾਂ ਕਰ ਰਹੇ ਹਾਂ, ਰਾਈਟ। ਇਹ ਕਿਸੇ ਵੀ ਐਂਗਲ 'ਚ ਜਾਂਦਾ ਹੈ ਸਾਨੂੰ, ਜੇ ਲੈਟ ਅਸ ਸਪੋਜ਼, ਕਿਉਂਕਿ ਮੈਨੂੰ ਹਜੇ ਵੀ ਨਹੀਂ ਮੈਂ ਸੁਣਿਆ, ਪਰ ਮੈਨੂੰ ਹਜੇ ਵੀ ਇਹ ਨਹੀਂ ਕਲੀਅਰ ਹੈਗਾ ਕਿ what is the role that FEPRO wants to play? Maybe my question is like that, right? ਕਿ ਅਸੀਂ ਕੀ ਰੋਲ ਅਦਾ ਕਰਾਂਗੇ, ਉਹਦੇ ਵਿੱਚ ਕੀ ਰੋਲ ਹੋਊਗਾ। ਸਾਨੂੰ ਪਤਾ ਹੈ ਕਿ ਅਸੀਂ ਇੱਕ ਮਾਡਲ ਹੈਗਾ, ਪਰ ਵਟ ਐਵਰ ਦੈਟ, ਮੇਬੀ ਪੁੱਟ ਦੈਟ ਕੁਐਸਚਨ ਔਨ ਦਾ ਸਾਈਡ। ਮੈਂ ਇਹ ਜਿਹੜਾ ਤੁਹਾਡੀ ਗੱਲ ਹੈ ਉਹਨੂੰ ਆਨਸਰ ਕਰਨਾ ਚਾਹੁੰਦਾ ਪਹਿਲਾਂ, ਕਿ ਲੈਟ ਅਸ ਸਪੋਜ਼ ਕੋਈ ਵੀ ਮਾਡਲ ਆ, ਅਸੀਂ ਮਾਡਲ ਬਣਾਉਣਾ, ਸਾਡੇ ਰੋਲ ਹੋਣਗੇ ਔਰ FEPRO ਦੇ ਰੋਲ ਹੋਣਗੇ ਟੂ spread the right information to farmers। ਅਸੀਂ ਹੈ ਨਾ ਪਿੰਡ ਦੇ ਵਿੱਚ ਜਾ ਕੇ ਅਸੀਂ ਆਪਣਾ ਟੀਚਾ ਬੰਨ ਲਿਆ ਕਿ ਪੰਜਾਬ ਦੇ ਵਿੱਚ 1200-1300 ਪਿੰਡ ਆ, ਅਸੀਂ 1300 ਪਿੰਡਾਂ ਦੇ ਵਿੱਚ ਇੱਕ 5 ਮੈਂਬਰੀ ਕਮੇਟੀ ਬਣਾਉਣੀ ਆ। I'm just thinking out loud ਕਿ ਲੈਟ ਅਸ ਸਪੋਜ਼ ਕਿ ਉਹ ਅਸੀਂ ਟੀਚਾ ਬੰਨ ਲਿਆ ਹੈ ਨਾ, ਉਹਦੇ ਵਾਸਤੇ ਫਿਰ ਸਾਨੂੰ ਫਾਈਨੈਂਸ਼ੀਅਲ ਐਸੈਟਸ ਦੀ ਰਿਕੁਆਇਰਮੈਂਟ ਆ। ਦੈਟ ਫਾਈਨੈਂਸ਼ੀਅਲ ਐਸੈਟ ਰਿਕੁਆਇਰਮੈਂਟ now ਕਿੱਥੋਂ ਆਊਗੀ? It is not going to come from you me or like 5 people over here, right? It has to come from bigger things, ਕਿਉਂਕਿ ਜੇ ਸਾਡਾ ਉਹ ਮਾਡਲ ਚੱਲ ਜਾਂਦਾ ਹੈ ਫਾਈਨੈਂਸ਼ੀਅਲ, ਤਾਂ ਫਿਰ ਅਸੀਂ ਬਹੁਤ ਡਿਫਰੈਂਟ ਲੋਕੇਸ਼ਨ ਤੋਂ ਲਿਆ ਸਕਦੇ ਹਾਂ। ਉਹ ਜਦੋਂ ਆਊਗੀ, ਅੱਛਾ ਉਹ ਡਿਪੈਂਡ ਕਰਦਾ ਹੈ ਕਿ ਹੁਣ ਸਾਨੂੰ ਸੋਚਣਾ ਪੈਣਾ ਕਿ ਅਸੀਂ ਕਿੱਥੋਂ ਉਹ ਲੈ ਕੇ ਆਉਣੀ ਹੈ। ਕਿ ਜੇ ਇਹ ਮਾਡਲ ਦੇ ਵਿੱਚ ਜੇ ਪ੍ਰੋਫਿਟੇਬਿਲਿਟੀ ਹੈ ਤਾਂ ਫਾਈਨੈਂਸ਼ੀਅਲ ਅਸੀਂ ਇਨਵੈਸਟਰਸ ਵੀ ਲਿਆ ਸਕਦੇ ਹਾਂ। ਜੇ ਇਹ ਮਾਡਲ ਦੇ ਵਿੱਚ ਪ੍ਰੋਫਿਟੇਬਿਲਿਟੀ ਨਹੀਂ ਹੈਗੀ, ਇਹ ਮਾਡਲ ਦੇ ਵਿੱਚ ਸਿਰਫ ਏਦਾਂ ਹੈ ਕਿ we need to play the role of upliftment of the society without any profit coming out of it, then ਜਿਹੜਾ ਉਹ ਇਨਵੈਸਟਮੈਂਟ ਆ ਉਹ ਆਊਗੀ ਫਿਲੈਂਥਰੋਪੀਜ਼ ਤੋਂ ਆਊਗੀ। ਕਿੰਨੀਆਂ ਫਿਲੈਂਥਰੋਪੀਜ਼ ਆ, ਜਿਵੇਂ ਹੁਣ ਇਵਨ ਮਾਈਕਰੋਸਾਫਟ ਆ, ਰਾਈਟ, ਔਰ ਬਲੂਮਬਰਗ ਆ, ਔਰ ਕਿੰਨੀਆਂ ਇਹੋ ਜਿਹੀ ਕੰਪਨੀਆਂ ਆ ਇੱਥੇ, ਔਰ ਕਿੰਨੇ ਹੀ ਹੋ ਰਹੇ ਆ। ਇਵਨ ਲਾਈਕ ਸਿੰਪਲ ਆਪਣੇ ਲੈਵਲ ਦੇ ਉੱਤੇ ਆਪਣੇ ਖਾਲਸਾ ਏਡ ਆ, ਯੂਨਾਈਟਿਡ ਸਿਕਸ ਆ, ਬਹੁਤ ਫਿਲੈਂਥਰੋਪੀਜ਼ ਹੈ ਜਿਹੜੇ ਸਿਰਫ ਪੈਸਾ ਡੋਨੇਟ ਕਰਦੇ ਆ NGOs ਨੂੰ ਜਾਂ ਇਹੋ ਜਿਹੇ ਸਿਸਟਮ ਨੂੰ ਚਲਾਉਣ ਵਾਸਤੇ। ਦੈਟ ਕੁਐਸਚਨ ਵਿਲ ਕਮ ਐਟ ਦੈਟ ਲੈਵਲ, ਹੈ ਨਾ, ਕਿ ਉਹਦੇ ਸਾਡੀ ਭਾਵਨਾ ਤਾਂ ਜੋ ਵੀ ਹੈਗੀ ਆ ਉਹ ਹੈਗੀ ਆ। ਦੈਟ ਡਜ਼ ਨਾਟ ਮੈਟਰ। what matters is what is this model, what is this role? ਇਹ FEPRO ਦਾ ਕੀ ਰੋਲ ਆ ਇਹ ਮਾਡਲ ਦੇ ਵਿੱਚ,
ਜੇ ਉਹ ਕਲੀਅਰ ਹੋ ਮੈਂ ਜਾਂਦਾ ਹੈ ਕਰਦਾ। ਜਾਂ ਫਿਰ ਉਹਨੂੰ ਅਸੀਂ ਕਲੀਅਰ ਹਾਂਜੀ। ਕਰ ਲੈਂਦੇ ਆ, that will help। ਹਾਂਜੀ, ਮੈਂ ਇੱਥੇ ਤੁਹਾਨੂੰ ਨਾ ਆਪਣੇ ਥੋਟਸ ਦੱਸ ਦੇਣਾ। ਫੈਪਰੋ ਆਪਾਂ ਸਾਈਡ ਰੱਖ ਲਈ, ਆਪਾਂ ਜਿਹੜੇ ਵੀ ਆਰਗੇਨਾਈਜੇਸ਼ਨ ਬਣਾ ਰਹੇ ਹਾਂ ਉਹਦਾ ਰੋਲ ਇਹੀ ਹੋਏਗਾ ਵੀ ਕਿਸਾਨਾਂ ਨੂੰ ਆਪਾਂ ਉਹਨਾਂ ਦੀ ਇਨਕਮ ਲੈਵਲ ਵਧਾਉਣਾ ਹੈ ਨਾ ਜੀ। ਉਹ ਹੁਣ ਵਧਾਉਣਾ ਕਿੱਦਾਂ ਆ, ਉਹਨਾਂ ਨੂੰ ਆਪਾਂ ਪਰਸਿਊ ਕਰਨਾ ਵੀ ਉਹ ਗੁੱਡ ਗਰੋ ਟੈਕਨੀਕ ਨੂੰ ਅਪਣਾਉਣ। ਕਿਉਂ ਅਪਣਾਉਣ? ਕਿਉਂਕਿ ਗੁੱਡ ਗਰੋ ਟੈਕਨੀਕ ਨੂੰ ਹੁਣ ਤੱਕ ਹਨਾ ਜਿੰਨੇ ਵੀ ਕਿਸਾਨਾਂ ਨੇ ਅਪਣਾਇਆ ਆ ਉਹਦੇ ਨਾਲ ਉਹਨਾਂ ਦੀ ਇਨਕਮ ਵੱਧਦੀ ਆ, ਖਰਚੇ ਘਟਦੇ ਆ, ਤਾਂ ਅਲਟੀਮੇਟਲੀ ਉਹਨਾਂ ਦੀ ਹਨਾ ਪ੍ਰੋਫਿਟ ਵੱਧਦਾ ਆ ਕਿਸਾਨੀ ਦਾ। ਇਹ ਤਾਂ ਇਹਦਾ ਆਪਣੀ ਜਿਹੜੀ ਆਰਗੇਨਾਈਜੇਸ਼ਨ ਦਾ ਮੰਤਵ ਹੋ ਗਿਆ ਵੀ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਟਾਰਗੇਟ ਕਰਨਾ ਵੀ ਆਪਾਂ ਹਰੇਕ ਕਿਸਾਨ ਨੂੰ ਇਸ ਮਾਡਲ ਦੇ ਉੱਤੇ ਲਗਾਈਏ। ਠੀਕ ਹੈ ਜੀ, ਇਹ ਹੋ ਗਿਆ ਇਸਦਾ ਮੋਟਿਵ। ਆਪਾਂ ਇਹ ਕਰਨਾ ਹੈ ਗਰਾਊਂਡ ਲੈਵਲ ਦੇ ਉੱਤੇ। ਹੁਣ ਵੀ ਕਰ ਰਹੇ ਨੇ ਹਨਾ, ਹਾਲੇ ਤੱਕ ਵੀ ਚੱਲ ਤਾਂ ਰਿਹਾ ਬਟ ਇਹ ਅਨਆਰਗੇਨਾਈਜ਼ਡ ਵੇ ਦੇ ਨਾਲ ਚੱਲ ਪਿਆ ਆ। ਆਪਾਂ ਚਾਹੁੰਦੇ ਹਾਂ ਇਹਨੂੰ ਆਪਾਂ ਆਰਗੇਨਾਈਜ਼ ਦੇ ਵੇ ਦੇ ਨਾਲ ਕਰੀਏ, ਜਿਹਦੇ ਵਿੱਚ ਨਾ ਸਾਡੇ ਕੋਲ ਇੱਕ ਟੀਮ ਹੋਵੇ ਜਿਹੜੀ ਕਿ ਡੈਡੀਕੇਟਲੀ ਇਹ ਸਾਰਾ ਕੰਮ ਨਾ ਪਲਾਨ ਵੇ ਦੇ ਨਾਲ ਕਰੇ। ਇਹ ਇਹਦਾ ਮੋਟਿਵ ਹੋ ਗਿਆ ਜੀ, ਹੈ ਜੀ। ਹੁਣ ਐਜ਼ ਅ NRI ਵੀ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਅਲਟੀਮੇਟਲੀ ਸਾਡੀ ਭਾਵਨਾ ਦੇ ਉੱਤੇ ਆਉਂਦਾ ਵੀ ਹਾਂਜੀ ਮੈਂ ਨਾ ਹੋ ਸਕਦਾ ਮੈਂ ਚਲੋ ਠੀਕ ਆ ਮੈਂ 1 ਲੱਖ ਰੁਪਇਆ ਡੋਨੇਟ ਕਰ ਦਾਂਗਾ ਇਸ ਨੂੰ ਪੰਜਾਬ ਵਾਸਤੇ, ਪੰਜਾਬ ਦੇ ਵਿੱਚ ਇਸ ਮਾਡਲ ਨੂੰ ਫੈਲਾਉਣ ਵਾਸਤੇ। ਐਜ਼ ਅ ਇੰਡੀਵਿਜੂਅਲ ਮੇਰੀ ਕੈਪੈਸਿਟੀ ਹੈਗੀ ਜੀ ਮੈਂ 1 ਲੱਖ ਰੁਪਇਆ ਡੋਨੇਟ ਕਰ ਸਕਦਾ। ਨਾਲ ਮੈਂ ਜੀ ਹਫਤੇ ਦੇ ਵਿੱਚ ਮੈਂ 2 ਘੰਟੇ ਆਪਣੇ ਟਾਈਮ ਦੇ ਸਕਦਾ। ਇੰਨੀ ਕੁ ਮੈਂ ਕਮਿਟਮੈਂਟ ਸ਼ੋ ਕਰਾਂਗਾ ਜਿਹੜੀ ਕਿ ਮੈਨੂੰ ਆਪਣੇ ਲੈਵਲ ਦੇ ਉੱਤੇ ਸੈਟਿਸਫੈਕਸ਼ਨ ਹੈਗੀ ਆ ਵੀ ਹਨਾ ਜੀ ਮੈਂ ਪੰਜਾਬ ਦੇ ਵਿੱਚ ਹਨਾ ਕਿਸਾਨੀ ਵਾਸਤੇ ਕੁਛ ਕਰ ਰਿਹਾ। ਆਈ ਫੀਲ ਗੁੱਡ ਅਬਾਊਟ ਇਟ। ਮੈਂ ਇਸ ਕਰਕੇ ਕਰ ਰਿਹਾ। ਹੋਰ ਮੈਂ ਕੀ ਕਰ ਸਕਦਾ? ਫਾਈਨੈਂਸ਼ੀਅਲ ਦੀ ਜ਼ਰੂਰਤ ਪੈਣੀ ਆ, ਜਿੱਦਾਂ ਤੁਸੀਂ ਦੱਸਿਆ ਵੀ ਮੈਂ ਇੱਥੇ ਲੋਕਲ ਜਿੰਨੀਆਂ ਵੀ NGOs ਹੈਗੀਆਂ ਜਾਂ ਪੰਜਾਬੀ ਹਨਾ ਆਰਗੇਨਾਈਜੇਸ਼ਨ ਆਸਟ੍ਰੇਲੀਆ ਵਗੈਰਾ ਦੀ ਬਣੀ, ਉੱਥੋਂ ਮੈਂ ਫੰਡ ਰੇਜ਼ ਕਰਕੇ ਲੈ ਕੇ ਆਵਾਂਗਾ। ਉਹਨਾਂ ਤੋਂ ਹਨਾ ਉਹਨਾਂ ਨੂੰ ਇਹ ਸਾਰਾ ਮਾਡਲ ਸਮਝਾਉਣਾ ਆ, ਉਹਨਾਂ ਨੂੰ ਉਹਨਾਂ ਦੇ ਕੰਮ ਕੀਤੇ ਦਿਖਾਉਣਾ ਆ ਵੀ ਤੁਹਾਡੇ ਪਿੰਡ ਦੇ ਵਿੱਚ ਵੀ ਇਹ ਚੀਜ਼ ਆਪਾਂ ਕਰ ਸਕਦੇ ਹਾਂ। ਉੱਥੋਂ ਮੈਂ ਫੰਡ ਰੇਜ਼ ਕਰਕੇ ਉਹ ਲਿਆ ਕੇ ਜਿੰਨੇ ਵੀ ਉਹ ਫੰਡ ਰੇਜ਼ ਹੁੰਦੇ ਆ ਇਸ ਆਰਗੇਨਾਈਜੇਸ਼ਨ ਨੂੰ ਆ ਕੇ ਵਿੱਚ ਉਹ ਯੂਜ਼ ਹੁੰਦੇ ਆ। ਐਵੇਂ ਜਿੱਦਾਂ ਹੋਰ ਤੁਸੀਂ ਦੱਸਿਆ ਵੀ ਫਿਲੈਂਥਰੋਪੀ ਆਰਮ ਹਰੇਕ ਕੰਪਨੀਆਂ ਜਿਹੜੀਆਂ ਹੁੰਦੀਆਂ ਆ ਜਿੰਨੇ ਕੁ ਮੇਰੇ ਬੱਸ ਦੇ ਵਿੱਚ ਹੈਗਾ ਉਹਨਾਂ ਤੋਂ ਵੀ ਫੰਡ ਰੇਜ਼ ਕਰਕੇ ਇਹਦੇ ਵਾਸਤੇ ਲੈ ਕੇ ਆ ਰਹੇ ਹਾਂ। ਐਂਡ ਉਹ ਜਿਹੜੇ ਪੈਸੇ ਹੋਣਗੇ ਉਹ ਪੈਸੇ ਅਲਟੀਮੇਟਲੀ ਇਸ ਮਾਡਲ ਨੂੰ ਫੈਲਾਉਣ ਦੇ ਵਿੱਚ ਯੂਜ਼ ਹੋਣਗੇ। ਐਂਡ ਜਿੱਦਾਂ ਜਿੱਦਾਂ ਇਹ ਮਾਡਲ ਫੈਲੇਗਾ ਉਹ ਸਾਰੇ ਕਿਸਾਨ ਜਿਹੜੇ ਆ ਗੁੱਡ ਟੈਕਨੀਕ ਨੂੰ ਯੂਜ਼ ਕਰਨਗੇ, ਉਹਨਾਂ ਦੀ ਇਨਕਮ ਲੈਵਲ ਵਧੇਗਾ ਤਾਂ ਅਲਟੀਮੇਟਲੀ ਉਹਨਾਂ ਦੀ ਲਾਈਫ ਵੀ ਬੈਟਰ ਹੋਏਗੀ। ਠੀਕ ਹੈ ਜੀ। ਨਾ ਜੇ ਇਹ ਤੁਹਾਡੀ ਥਾਟ ਯਾਰ ਇਹਦੇ ਇਸ ਥਾਟ ਦੇ ਬੇਸ ਤੇ ਕੰਪਨੀ ਤਾਂ ਕਦੇ ਵੀ ਨਹੀਂ ਬਣ ਸਕਦੀ। ਇਸ ਬੇਸ ਥਾਟ ਦੇ ਬੇਸ ਤੇ ਸਿਰਫ ਇੱਕ ਨੋ ਪ੍ਰੋਫਿਟ ਆਰਗੇਨਾਈਜੇਸ਼ਨ ਹੀ ਬਣ ਸਕਦੀ ਹੈ। ਸੋ ਜਿਹੜਾ ਆਪਾਂ ਕੁਐਸਚਨ ਕਰਦੇ ਸੀਗੇ ਕਿ ਕੰਪਨੀ ਬਣਾਈਏ ਇਹ ਬਣਾਈਏ, ਜੇ ਇਹ ਸਾਡਾ ਮਾਡਲ ਆ ਇਹ ਅਸੀਂ ਕਰਨਾ ਚਾਹੁੰਦੇ ਹਾਂ, there is no profit in that, so there is nothing called company cannot be found. So it's in this, so the answer is ki it has to be NGO if this is what we intend to do, NGO or NPO ਨਹੀਂ ਉਹਦੇ ਉੱਤੇ whatever। ਦੇਖੋ ਉਹਦੇ ਉੱਤੇ ਮੈਨੂੰ ਏਦਾਂ ਲੱਗਦਾ ਵੀ ਆਪਾਂ ਮਤਲਬ ਅਲਟੀਮੇਟਲੀ ਮੈਂ ਪਹਿਲਾਂ ਹੀ ਦੱਸਿਆ ਸੀ ਉਹ ਅਲਟੀਮੇਟਲੀ ਜਿਨ੍ਹਾਂ ਨੇ ਪੈਸੇ ਨਾ ਕਰਨੇ ਆ ਉਹਨਾਂ ਦੀ ਭਾਵਨਾ ਤੇ ਆਏਗਾ ਤੇ ਜੇ ਤਾਂ ਹਨਾ ਹਾਂ ਵੀ ਉਹਨਾਂ ਮੈਂ 1 ਲੱਖ ਰੁਪਇਆ ਲਾ ਰਿਹਾ ਤਾਂ ਮੈਨੂੰ ਉਹਦੇ ਵਿੱਚ ਉਹ ਹਨਾ ਕੁਝ ਰਿਟਰਨ ਆਵੇ ਫੇਰ ਤਾਂ ਨਹੀਂ। ਪਰ ਇਸ ਮਾਡਲ ਦੇ ਵਿੱਚ ਰਿਟਰਨ ਹੈ ਹੀ ਨਹੀਂ ਨਾ। ਇਸ ਮਾਡਲ ਦੇ ਵਿੱਚ ਰਿਟਰਨ ਕਿੱਥੇ ਹੈ? ਇਹਦੇ ਚ ਕਿਹੜਾ ਆਪਾਂ ਕੋਈ ਫਿਰ ਉਹਦਾ ਮੈਂ ਦੱਸਦਾ ਨਾ ਉਹਦਾ ਜੇ ਆਪਾਂ ਰਿਟਰਨ ਮਾਡਲ ਦੇ ਉੱਤੇ ਆਵਾਂਗੇ ਨਾ ਫਿਰ ਉਹ ਉਸ ਚੀਜ਼ ਨੂੰ ਆਪਾਂ ਮਤਲਬ ਉਸ ਐਂਗਲ ਤੋਂ ਸੋਚਣਾ ਸ਼ੁਰੂ ਕਰਾਂਗੇ। ਕਿੱਦਾਂ? ਮੈਂ ਤੁਹਾਨੂੰ ਦੱਸਦਾ ਵੀ ਸਪੋਜ਼ ਹਨਾ ਹਾਈਪੋਥੈਟੀਕਲੀ ਆਪਾਂ ਕਿਸਾਨ ਨੂੰ ਲਗਾ ਲਿਆ ਗੁੱਡ ਟੈਕਨੀਕ ਦੇ ਉੱਤੇ, ਠੀਕ ਹੈ ਜੀ। ਉਹਨੂੰ ਉਹ ਲੱਗ ਗਏ ਅਲਟੀਮੇਟਲੀ ਉਹਦੇ ਨਾਲ ਵੀ ਆਪਾਂ ਕਰ ਸਕਦੇ ਹਾਂ ਵੀ ਚਲੋ ਠੀਕ ਆ 4 ਸਾਲ ਬਾਅਦ ਹਨਾ ਜਦੋਂ ਵੀ ਜਾਂ 3 ਸਾਲ ਬਾਅਦ ਜਿੰਨੀ ਵੀ ਤੇਰੀ ਇਨਕਮ ਹੋ ਰਹੀ ਆ ਉਹਦਾ 5% ਜਾਂ 10% ਤੂੰ ਕੰਪਨੀ ਦੇ ਵਿੱਚ ਦੁਬਾਰਾ ਇਨਵੈਸਟ ਕਰਨਾ ਹੈ। ਇਹੋ ਜਿਹਾ ਕੁਝ ਮਾਡਲ ਤੇ ਤਾਂ ਐਗਜ਼ੈਕਟਲੀ ਸੋ ਦੋਜ਼ ਆਰ ਦ ਥਿੰਗਸ। ਮੈਂ ਉਹੀ ਕਹਿੰਦਾ ਕਿ ਉਹ ਚੀਜ਼ਾਂ ਜੇ ਸਾਨੂੰ ਕਲੀਅਰ ਹੋਣਗੀਆਂ ਕਿ ਅਸੀਂ ਅਸੀਂ ਕੀ ਕਰ ਸਕਦੇ ਹਾਂ ਗਰਾਊਂਡ ਲੈਵਲ ਦੇ ਉੱਤੇ, ਕਿੱਦਾਂ ਦਾ ਮਾਡਲ ਬਣਾ ਸਕਦੇ ਹਾਂ, ਤਾਂ ਉਹਦੇ ਨਾਲ ਸਾਡੇ ਆਨਸਰ ਆਪਣੇ ਆਪ ਆ ਜਾਣਗੇ। ਦੈਟਸ ਵਾਟ ਆਈ ਵਾਸ ਟ੍ਰਾਈਂਗ ਟੂ ਸੇ ਐਂਡ ਯੂ ਆਰ ਰਾਈਟ ਕਿ ਉਹੀ ਮੈਂ ਕਹਿੰਦਾ ਸੀਗਾ ਕਿ ਜਿਹੜੇ ਐਸੈਟ ਕੀ ਹੈ ਸਾਡੀ ਕੰਪਨੀ ਦਾ ਹਜੇ ਤੱਕ ਜਿਹੜੀ ਸਾਡੀ ਕੰਪਨੀ ਵਿੱਚ ਫੈਪਰੋ ਦਾ ਐਸੈਟ ਕੀ ਹੈ ਕਿ ਇੱਕ ਤਾਂ ਪ੍ਰੋਡਕਸ਼ਨ ਮਾਡਲ ਆ, ਰਾਈਟ, ਕਿ ਅਸੀਂ ਉਹ ਪ੍ਰੋਡਕਸ਼ਨ ਮਾਡਲ ਵੇਚ ਸਕਦੇ ਹਾਂ ਹਨਾ। ਉਹ ਸਾਡਾ ਇੱਕ ਐਸੈਟ ਆ। ਹੋਰ ਸਾਡਾ ਕੀ ਐਸੈਟ ਆ? ਮੇ ਬੀ ਪ੍ਰੋਸੈਸਿੰਗ ਟੈਕਨੀਕਸ ਸਾਡਾ ਐਸੈਟ ਹੋਵੇ, ਮੇ ਬੀ ਮੈਨੂਫੈਕਚਰਿੰਗ, ਉਸ ਤੋਂ ਬਾਅਦ ਪੈਕੇਜਿੰਗ ਸਾਡਾ ਐਸੈਟ ਹੋਵੇ ਜਿਹਨੂੰ ਅਸੀਂ ਵੇਚ ਸਕਦੇ ਹਾਂ। ਪਰ ਉਹ ਮੈਨੂੰ ਪਤਾ ਨਹੀਂ, ਰਾਈਟ, ਅਗੇਨ ਆਈ ਐਮ ਸੇਇੰਗ ਇਟ ਬਟ ਮੇ ਬੀ ਦੋਜ਼ ਆਰ ਦ ਐਸੈਟਸ। ਸੋ ਵੀ ਨੀਡ ਟੂ ਫਾਈਂਡ ਆਊਟ ਵਾਟ ਆਰ ਦ ਐਸੈਟਸ ਦੈਟ ਵੀ ਹੈਵ ਕਿ ਜੇ ਅਸੀਂ ਉਹਨੂੰ ਵੇਚ ਸਕਦੇ ਹਾਂ ਤਾਂ ਕੰਪਨੀ ਬਣ ਸਕਦੀ ਆ। ਤੇ ਉਹ ਵੇਚਣਾ ਵੀ ਏਦਾਂ ਕਰ ਸਕਦੇ ਹਾਂ, ਆਲਵੇਜ਼ ਏਦਾਂ ਹੀ ਕਰ ਸਕਦੇ ਹਾਂ ਕਿ ਇਟ ਇਜ਼ ਕਿ ਅਸੀਂ ਉਹਨੂੰ ਉਸ ਕੰਪਨੀ ਦੀ ਤਰ੍ਹਾਂ ਤਾਂ ਚਲਾਉਣਾ ਚਾਹੁੰਦੇ ਹਾਂ ਜਿਵੇਂ ਪਰਮਜੀਤ ਸਿੰਘ ਜੀ ਕਹਿੰਦੇ ਸੀਗੇ, ਤਾਂ ਕਿ ਉਹ ਇੱਕ ਵਧੀਆ
ਢੰਗ ਨਾਲ ਚੱਲੇ, ਤਾਂ ਕਿ ਉੱਥੇ ਜਿਹੜੇ ਲੋਕੀ ਕੰਮ ਕਰਦੇ ਆ ਦੇ ਆਲਸੋ ਗੈਟ ਮੋਟੀਵੇਟਡ ਕਿ ਅਸੀਂ ਸਾਡੀ ਕੰਪਨੀ ਨੂੰ ਪ੍ਰੋਫਿਟ ਹੋਇਆ, ਸਾਨੂੰ ਅਸੀਂ ਹੋਰ ਜ਼ਿਆਦਾ ਕੰਮ ਕਰਾਂਗੇ, ਸਾਨੂੰ ਹੋਰ ਪੈਸੇ ਮਿਲਣਗੇ, ਰਾਈਟ? all those things come into picture, ਬਟ ਫਿਰ ਉਹ ਰੋਲ ਬੈਕ ਹੋ ਜਾਂਦਾ ਉਸੇ ਕੁਐਸਚਨ ਦੇ ਉੱਤੇ ਕਿ ਕੀ ਏਦਾਂ ਦਾ ਪ੍ਰੋਫਿਟ ਬੇਅਰਿੰਗ ਮਾਡਲ can come out of this, or if it cannot, as at this moment maybe we don't know, maybe the first thing we can only do is ਹਨਾ ਕਿ ਅਸੀਂ ਸਿਰਫ ਹਜੇ ਨੂੰ ਸਕੇਲ ਅਪ ਕਰਨ ਦੀ ਕੋਸ਼ਿਸ਼ ਕਰੀਏ। ਜੇ ਹਜੇ ਆਹ 500 ਕਿਸਾਨ ਕਰਦੇ ਆ ਜਾਂ 2000 ਕਿਸਾਨ ਕਰਦੇ ਆ, ਸਾਡਾ ਮੋਟਿਵ ਹੈ ਇਹਨੂੰ 2 ਲੱਖ ਕਿਸਾਨਾਂ ਤੱਕ ਪਹੁੰਚਾਉਣ ਦਾ, ਸਕੇਲ ਅਪ ਕਰਨ ਦਾ। ਜਦੋਂ ਸਕੇਲ ਅਪ ਹੋ ਗਿਆ ਫਿਰ ਦੇਖਾਂਗੇ ਕਿ ਇਹ ਪ੍ਰੋਫਿਟੇਬਲ ਹੋ ਸਕਦਾ ਕਿ ਨਹੀਂ ਹੋ ਸਕਦਾ। ਮੇਬੀ ਦ ਫਰਸਟ ਮਾਡਲ ਇਜ਼ ਜਸਟ ਦੈਟ, ਸੈਕੰਡ ਮਾਡਲ ਵਿਲ ਬੀ ਦੈਟ। ਸੋ ਦੈਟ ਇਜ਼ ਆਲ ਆਈ ਐਮ ਥਿੰਕਿੰਗ। ਮਤਲਬ ਜੇ ਮੇਰੇ ਵਿਚਾਰ ਤਾਂ ਇਹ ਹੈ ਹਜੇ ਤੱਕ। ਹਾਂਜੀ ਹਾਂਜੀ ਅਵਤਾਰ ਸਿੰਘ ਜੀ। ਹਾਂਜੀ ਬਹੁਤ ਵਧੀਆ ਵਿਚਾਰਾਂ ਹੋ ਰਹੀਆਂ, ਤੇ ਬਾਕੀ ਸਾਰਾ ਹਜੇ ਜਾਣੀ ਕਨਕਲੂਡ ਤਾਂ ਆਪਾਂ ਕਰ ਨਹੀਂ ਸਕਦੇ ਹੈਗੇ ਵੀ ਆਪਾਂ ਕਿਹੜੀ ਸਟਰਕਚਰ ਡਿਵੈਲਪ ਕਰਨੀ ਹੈ। ਤੇ ਜੋ ਕੁਝ ਵੀ ਸਾਹਮਣੇ ਆ ਰਿਹਾ ਉਹ ਇਹੀ ਆ ਵੀ ਜਿਸ ਤਰ੍ਹਾਂ ਮਨਿੰਦਰ ਜੀ ਵੀ ਗੱਲ ਕਰਦੇ ਆ ਵੀ ਹਜੇ ਜਿਹੜਾ ਮਾਡਲ ਆ ਉਹ ਯਾਨੀ ਕਿ ਉਹਦੇ ਵਿੱਚ ਪ੍ਰੋਫਿਟ ਤਾਂ ਕੋਈ ਦਿਸਦਾ ਨਹੀਂ ਹੈਗਾ ਨਾ। ਤੇ ਜਿਹੜੀ ਹੈਗੀ ਆ ਆਪਾਂ ਸੋਚ ਰੱਖਦੇ ਹਾਂ ਵੀ ਸਰਬੱਤ ਦੇ ਭਲੇ ਦੀ, ਉਹ NGO ਬਣਾ ਕੇ ਮੇਰਾ ਖਿਆਲ ਹੋ ਸਕਦੀ ਹੈ। ਬਾਕੀ ਅਜੇ ਵਿਚਾਰ ਚਰਚਾ ਜਿਸ ਵੇਲੇ ਹੋਊਗੀ ਸਾਰੇ ਵੀਰ ਸਹਿਮਤ ਹੋਣਗੇ, ਆਊਟਕਮ ਫਿਰ ਹੀ ਆਣੀ ਹੈ ਅੱਗੇ। ਤਾਂ ਇਹ ਤੇ ਹਜੇ ਮੇਰਾ ਖਿਆਲ ਵਿਚਾਰ ਕਰਨ ਦੀ ਲੋੜ ਹੈਗੀ। ਸੁਖਵਿੰਦਰ ਸਿੰਘ ਕਿੰਗਰਾ ਜੀ ਹੈਂਡ ਰੇਜ ਕੀਤਾ। ਸੁਖਵਿੰਦਰ ਸਿੰਘ ਕਿੰਗਰਾ ਜੀ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਸਾਰਿਆਂ ਨੂੰ NRI ਵੀਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਵੀਰ ਜੀ ਤੁਸੀਂ ਬਹੁਤ ਹੀ ਸੋਹਣੇ ਜਿਹੜੇ ਵਿਚਾਰ ਪੇਸ਼ ਕੀਤੇ ਆ, ਜਿਹਦੇ ਵਿੱਚ NGO ਦੀ ਆਪਾਂ ਨੂੰ ਕੀ ਪ੍ਰੋਬਲਮ ਆ ਸਕਦੀ ਹੈ, NGO ਦੇ ਆਪਣਾ ਸਿਸਟਮ ਫਿੱਟ ਬੈਠਦਾ ਜਾਂ ਨਹੀਂ ਬੈਠਦਾ, ਤੇ ਉਸੇ ਤਰ੍ਹਾਂ ਨਾਲ ਦੀ ਨਾਲ ਜਿਹੜਾ ਕੰਪਨੀ ਦੇ ਫਿੱਟ ਬੈਠਦਾ ਕਿ ਨਹੀਂ ਬੈਠਦਾ। ਇਹਦੇ ਵਿੱਚ ਮੈਂ ਇੱਕ ਤੀਜਾ ਇੱਕ ਹੋਰ ਜਾਣੀ ਇਨਕਲੂਡ ਕਰਨਾ ਚਾਹੁੰਦਾ, ਜਿਹਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਵੀ ਆਪਣੀ ਜਿਹੜਾ ਗੁੱਡ ਗਰੋ ਫਗਵਾੜਾ ਟੈਕਨੀਕ ਨੂੰ ਆਪਾਂ ਕਿਸਾਨਾਂ ਤੱਕ ਲਿਜਾਣ ਦਾ ਮਤਲਬ ਇਹ ਹੈ ਕਿ ਆਪਾਂ ਕਿਸਾਨਾਂ ਨੂੰ ਸਿਖਾਉਣਾ ਚਾਹੁੰਦੇ ਹਾਂ ਇਹ ਤਕਨੀਕ, ਹਨਾ। ਤੇ ਸਿਖਾਈ ਹਮੇਸ਼ਾ ਮੇਰੇ ਖਿਆਲ ਦੇ ਵਿੱਚ ਵੀ ਇੰਸਟੀਚਿਊਟ ਰਾਹੀਂ ਜਾਂ ਆਪਾਂ ਕਿਸੇ ਵਿਦਿਅਕ ਅਦਾਰਿਆਂ ਰਾਹੀਂ ਸਿਖਾਈ ਜਾਂਦੀ ਹੈ। ਤੇ ਆਪਾਂ ਨੂੰ ਏਦਾਂ ਦੇ ਜਿਹੜੇ ਮਾਡਲ ਹੈਗੇ ਆ, ਜਿੱਥੇ ਜਿੱਥੇ ਆਪਣਾ ਮਾਡਲ ਹੈਗੇ ਆ ਕਿਸਾਨਾਂ ਦੇ ਡਿਵੈਲਪ ਕੀਤੇ ਆ, ਉੱਥੇ ਉੱਥੇ ਆਪਾਂ ਜਿਹੜੇ ਟ੍ਰੇਨਿੰਗ ਸੈਂਟਰ ਬਣਾਈਏ, ਜਿਨ੍ਹਾਂ ਦੇ ਵਿੱਚ ਕੀ ਆ ਕਿਸਾਨਾਂ ਨੂੰ ਇੱਕ ਚੀਜ਼ ਆਪਾਂ ਦੇਣੀ ਚਾਹੁੰਦੇ ਆ ਕਿ ਜਿਹੜਾ ਇਹ ਮਾਡਲ ਹੈ ਇਹ ਪਰ ਯੂਨਿਟ ਜਿਹੜਾ 2 ਲੱਖ ਤੋਂ ਲੈ ਕੇ ਜਿਹੜਾ 4 ਲੱਖ ਰੁਪਏ ਤੱਕ ਦਾ ਤੁਹਾਡਾ ਪ੍ਰੋਫਿਟ ਕੱਢਣ ਦੇ ਤੁਹਾਨੂੰ ਯੋਗ ਬਣਾ ਰਿਹਾ। ਤੇ ਇਹਦੀ ਜਿਹੜੀ ਟ੍ਰੇਨਿੰਗ ਹੈ ਉਹ ਘੱਟ ਤੋਂ ਘੱਟ ਆਪਾਂ ਉਸ ਹਿਸਾਬ ਨਾਲ ਵਿਸ਼ਿਆਂ ਦੇ ਮੁਤਾਬਕ, ਜਿਵੇਂ ਫਸਲਾਂ ਦੀ ਸਾਰੀ ਪੂਰੀ ਪ੍ਰੋਪਰ ਟ੍ਰੇਨਿੰਗ ਆ ਵੀ ਕਿੰਨੇ ਦਿਨਾਂ ਦੀ ਹੋ ਸਕਦੀ ਆ, 15 ਦਿਨ ਦੀ ਹੋ ਸਕਦੀ ਹੈ ਜਾਂ ਕਿੰਨੇ ਦਿਨ ਦੀ ਹੋ ਸਕਦੀ ਆ, ਉਹਦੇ ਵਿੱਚ ਜਿਹੜਾ ਜਿੰਨੇ ਵੀ ਆਪਣੇ ਵੀਰ ਹੈਗੇ ਡੈਡੀਕੇਟ ਹੈਗੇ ਆ ਉਹ ਆਪਦਾ ਸਮਾਂ ਕੱਢਣਗੇ, ਜਿਹਦੇ ਵਿੱਚ ਬੇਸਿਕ ਤੋਂ ਲੈ ਕੇ ਆਪਾਂ ਸਾਰੀ ਜਿਹੜੀ ਟ੍ਰੇਨਿੰਗ ਉਹ ਦੇ ਸਕਦੇ ਹਾਂ। ਉਹਦੇ ਵਿੱਚ ਆਪਾਂ ਮਹੀਨੇ ਦੇ ਵਿੱਚ ਅਲੱਗ-ਅਲੱਗ ਸਾਲ ਦੇ ਵਿੱਚ ਮਹੀਨਿਆਂ ਦੇ ਵਿੱਚ ਟਾਈਮ ਰੱਖ ਸਕਦੇ ਹਾਂ ਵੀ ਇਸ ਪਿੰਡ ਦੀ ਇੰਨੇ ਟ੍ਰੇਨਿੰਗ ਜਿਹੜੀ ਇੰਨੀ ਤਰੀਕ ਤੋਂ ਸ਼ੁਰੂ ਹੋਣੀ ਹੈ ਤੇ ਉਦੋਂ ਤੱਕ ਦੀ ਤੁਸੀਂ ਬੁਕਿੰਗ ਕਰਵਾ ਦਿਓ। ਉਸ ਪਿੰਡ ਦੇ ਵਿੱਚ ਆਪਾਂ ਜਾਂ ਨੇੜੇ ਇਲਾਕੇ ਦੇ ਵਿੱਚ ਉਸ ਚੀਜ਼ ਦੀ ਆਪਾਂ ਅਨਾਉਂਸ ਕਰਕੇ ਕਿਸਾਨਾਂ ਨੂੰ ਅਵੇਅਰ ਕਰਕੇ ਉਸ ਟ੍ਰੇਨਿੰਗ ਦੇ ਨਾਲ ਜੋੜਿਆ ਜਾਵੇ, ਜਿਹਦੀ ਫੀਸ ਵੀ ਨਾ ਮਾਤਰ ਜੀ ਹੋਵੇ, ਜਿਹਦੇ ਨਾਲ ਕੀ ਸਿਰਫ ਆਪਣੇ ਖਰਚੇ ਜਿਹੜੇ ਆ ਉਹ ਪੂਰੇ ਹੋ ਸਕਣ। ਜ਼ਿਆਦਾ ਖਰਚੇ ਹੈ ਵੀ ਨਹੀਂ, ਬਸ ਆਉਣ ਜਾਣ ਦਾ ਖਰਚਾ ਜਾਂ ਉੱਥੇ ਰਹਿਣ ਦਾ ਜਿਹੜਾ ਥੋੜਾ ਬਹੁਤ ਹੋਊਗਾ ਉਹ ਹੋਊਗਾ, ਤੇ ਉਸ ਚੀਜ਼ ਨੂੰ ਮੈਨੇਜ ਕੀਤਾ ਜਾਵੇ। ਉਹਦੇ ਵਿੱਚ ਆਪਾਂ ਜਿਵੇਂ ਹੁਣ ਜਿਹੜੇ ਸੰਸਥਾਵਾਂ ਤੋਂ ਆਪਾਂ ਲੈ ਵੀ ਸਕਦੇ ਹਾਂ, ਡੋਨੇਟ ਵੀ ਲੈ ਸਕਦੇ ਹਾਂ, ਉਹ ਵੀ ਆਪਾਂ ਜੋੜ ਸਕਦੇ ਹਾਂ। ਜਿਹੜੀਆਂ NGO ਆਲਰੇਡੀ ਚੱਲ ਰਹੀਆਂ ਉਹਨਾਂ ਨੂੰ ਆਪਾਂ ਨਾਲ ਇਨਕਲੂਡ ਕਰ ਸਕਦੇ ਹਾਂ, ਉਹ ਵੀ ਆਪਣੇ ਨਾਲ ਜਿਹੜੀ ਮਦਦ ਕਰਨਗੀਆਂ। ਤੇ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਏਦਾਂ ਦਾ ਸਿਸਟਮ, ਜਿਹਦੇ ਵਿੱਚ ਕੀ ਹੈ ਇੱਕ ਟ੍ਰੇਨਿੰਗ ਲੈ ਕੇ ਜਦੋਂ ਕੋਈ ਵੀ ਕਿਸਾਨ ਆਪਣੇ ਖੇਤ ਦੇ ਵਿੱਚ ਲਾਗੂ ਕਰੂਗਾ, ਤੇ ਮੈਨੂੰ ਲੱਗਦਾ ਵੀ ਉਹਦੇ ਜਿਹੜੇ ਪਰਿਵਾਰ ਦੀ, ਉਹਦੇ ਜਿਹੜੇ ਸਮਾਜ ਦੀ, ਪਿੰਡ ਦੀ ਜਿਹੜੀ ਹੈਗੀ ਆ ਸੋਚ ਵੀ ਉਹਦੇ ਪ੍ਰਤੀ ਕੁਛ ਹੋਰ ਹੁੰਦੀ ਆ। ਕਿਉਂਕਿ ਜਿਹੜੇ ਤਕਰੀਬਨ MSc ਕਰਕੇ ਐਗਰੀਕਲਚਰ ਕਰਦੇ ਆ ਨਾ, ਤੇ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਕੁਛ ਹੋਰ ਹੁੰਦਾ ਲੋਕਾਂ ਦਾ। ਜਿਹੜੇ ਮੇਰੇ ਵਰਗੇ ਕਹਿ ਲਓ ਵੀ ਆਉਂਦੇ ਆ ਤੇ ਅਸੀਂ ਆਹ ਸਿੱਖਿਆ ਆ ਤੇ ਸਾਨੂੰ ਮਤਲਬ ਅਸੀਂ ਆਰਗੈਨਿਕ ਖੇਤੀ ਕਰਾਂਗੇ, ਹੁਣ ਅਸੀਂ ਐਂ ਕਰਾਂਗੇ ਜਾਂ ਕਰਾਂਗੇ, ਤੇ ਉਹਨਾਂ ਤੇ ਲੋਕ ਹੱਸਦੇ ਆ। ਤੇ ਮੈਨੂੰ ਲੱਗਦਾ ਵੀ ਲੋਕਾਂ ਦਾ ਜਿਹੜਾ ਨਜ਼ਰੀਆ ਉਹ ਵੀ ਬਦਲੂਗਾ ਕਿ ਇਹਨਾਂ ਨੇ ਪ੍ਰੋਪਰਲੀ ਜਿਹੜਾ ਕੀ ਕੋਰਸ ਕੀਤਾ ਹੋਇਆ ਇੰਨੇ ਦਿਨਾਂ ਦਾ, ਇਹ ਕੋਰਸ ਕਰਕੇ ਆਏ ਆ ਤੇ ਇਹਨਾਂ ਨੇ ਉਹ ਚੀਜ਼ ਨੂੰ ਲਾਗੂ ਕੀਤਾ, ਉਹਨੂੰ ਪ੍ਰੋਪਰ ਵੇ ਦੇ ਨਾਲ ਖੇਤ ਦੇ ਵਿੱਚ ਲਾਗੂ ਕੀਤਾ ਜਾਊਗਾ। ਐਜ਼ ਅ ਪ੍ਰੈਕਟੀਕਲ ਉਹਨੂੰ ਟ੍ਰੇਨਿੰਗ ਦੇ ਵਿੱਚ ਹੀ ਕਰਵਾਇਆ ਜਾਊਗਾ। ਉਸ ਤੋਂ ਬਾਅਦ ਜਿਹੜਾ ਉਹਨੂੰ
ਖੇਤ ਦੇ ਵਿੱਚ ਉਹਨੂੰ ਲਾਗੂ ਕਰਨ ਵਾਸਤੇ ਪ੍ਰੇਰਿਤ ਕਰਿਆ ਜਾਊਗਾ। ਤੇ ਮੈਨੂੰ ਲੱਗਦਾ ਵੀ ਉਹਦੇ ਵਿੱਚ ਇੱਕ ਤਾਂ ਕਿਸਾਨ ਕਾਫੀ ਆ ਜਾਣਗੇ, ਤੇ ਦੂਜਾ ਜਿਹੜਾ ਆਪਣਾ ਮਾਡਲ ਆ, ਇੱਕ ਦਿਨ ਦੇ ਵਿੱਚ ਕਿਸੇ ਵੀ ਮਤਲਬ ਕਿਸਾਨ ਦੇ ਇੱਕ ਸੈਮੀਨਾਰ ਦੇ ਵਿੱਚ ਜਾਂ ਇੱਕ ਵਿਜ਼ਿਟ ਦੇ ਵਿੱਚ ਕਿਸੇ ਵੀ ਕਿਸਾਨ ਦੇ ਉੱਪਰੋਂ ਦੀ ਲੰਘ ਜਾਂਦਾ, ਉਹਦੇ ਦਿਮਾਗ ਦੇ ਵਿੱਚ ਨਹੀਂ ਪਾਇਆ ਜਾ ਸਕਦਾ। ਇਹਨੂੰ ਸਟੈਪ ਬਾਏ ਸਟੈਪ, 1 ਬਾਏ 1 ਛੋਟੇ ਛੋਟੇ ਪਾਰਟ ਕਰਕੇ ਇਹਨੂੰ ਜਿਵੇਂ 5 ਤੱਤਾਂ ਨੂੰ ਇੱਕ ਇੱਕ ਤੱਤ ਕਰਕੇ ਆਪਾਂ ਸਮਝਾਉਣਾ। ਉਸ ਤੋਂ ਬਾਅਦ ਉਹਨੂੰ ਫਸਲਾਂ ਦੇ ਬੀਜ, ਅਲੱਗ-ਅਲੱਗ ਫਸਲਾਂ ਦੀ ਇੰਟਰਕ੍ਰੋਪਿੰਗ, ਸਾਰਾ ਬਹੁਤ ਤਕੜਾ ਸਿਸਟਮ ਹੈ। ਜੇ ਆਪਾਂ ਇਹਨੂੰ ਦੇਖੀਏ ਤਾਂ ਬਹੁਤ ਪੂਰਾ, ਇੱਕ ਕਹਿ ਲਓ ਵੀ ਪੂਰਾ ਤਕੜਾ ਕੋਰਸ ਹੈਗਾ ਜਿਹੜਾ ਆਪਾਂ ਜਿਹਨੂੰ ਕਿਸਾਨਾਂ ਨੂੰ ਦੇਣਾ ਹੈਗਾ। ਤੇ ਇਹਨੂੰ ਆਪਾਂ ਇਸ ਤਰੀਕੇ ਦੇਵਾਂਗੇ ਤਾਂ ਮੇਰਾ ਖਿਆਲ ਦੇ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਰਿਜ਼ਲਟ ਆਉਣਗੇ। ਤੇ ਬਾਕੀ ਤੁਸੀਂ ਵੀ ਬੈਠੇ ਹੋ ਸਾਰੇ ਸੀਨੀਅਰ ਦੂਜਾ NRI ਵੀਰ ਹੈਗੇ ਆ, ਉਹਨਾਂ ਨੂੰ ਆਪੋ ਆਪਣੇ ਵਿਚਾਰ ਦੇ ਦੇਣ ਵੀ ਕਿਵੇਂ ਤੁਹਾਨੂੰ ਲੱਗਦਾ ਕਿ ਏਦਾਂ ਦਾ ਸਿਸਟਮ ਡਿਵੈਲਪ ਕੀਤਾ ਜਾਵੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ। ਧੰਨਵਾਦ ਜੀ। ਹਾਂ, ਇੱਕ ਵਾਰੀ ਸਾਰਿਆਂ ਵੀਰਾਂ ਨੂੰ ਆਪਾਂ ਟਾਈਮ ਦੇ ਦਈਏ। ਚੇਤਨ ਜੀ, ਵੈਲਕਮ ਚੇਤਨ ਜੀ, ਚੇਤਨ ਜੁੜਿਆ ਜੀ। ਹਾਂਜੀ ਚੇਤਨ ਜੀ, ਤੁਸੀਂ ਅਨਮਿਊਟ ਹੋਵੋ। ਚੇਤਨ ਜੀ ਵਿਜ਼ਿਟ ਕਰਕੇ ਗਏ ਆ ਜੀ ਫਗਵਾੜੇ ਅਧਿਆਪਕ ਜੀ ਦੇ ਨਾਲ। ਹਾਂਜੀ, ਮੈਂ ਉਹਨਾਂ ਚ ਕਮੈਂਟ ਕਰਦੇ ਹਾਂ ਥੋੜੀ ਜੀ। ਚਲੋ ਚੇਤਨ ਜੀ ਆ ਜਾਂਦੇ ਨੇ। ਮੈਂ ਇਹ ਸੋਚ ਰਿਹਾ ਸੀ ਵੀ ਜਿਵੇਂ ਜੀ ਆਪਾਂ ਸਰਬੱਤ ਦੇ ਭਲੇ ਵਾਲਾ ਕੰਸੈਪਟ ਸੀ ਨਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਗੱਲ ਸੁਣੀ, ਉਹ ਕਿੰਨਾ ਮਹਾਰਾਜਾ ਵੱਡਾ ਸੀ, ਕਿੰਨਾ ਫੰਡ ਸੀ, ਤੇ ਕਿੰਨਾ ਵਧੀਆ ਉਹਨੇ ਵਿਚਾਰੇ ਨੇ ਐਸਟੈਬਲਿਸ਼ ਕੀਤਾ ਵੀ ਅੱਜ ਉਹਦੀਆਂ ਤਾਰੀਫਾਂ ਆਪਾਂ ਸੁਣਦੇ ਹਾਂ। ਪੈਸੇ ਵੱਲੋਂ ਵੀ ਵਧੀਆ ਵਰਤਿਆ, ਕਿਸਾਨਾਂ ਦਾ ਵੀ, ਤੇ ਖੁਸ਼ਹਾਲ ਇੱਕ ਰਾਜ ਸੀਗਾ। ਉਹਨੂੰ ਇੱਕ ਈਸਟ ਇੰਡੀਆ ਕੰਪਨੀ ਨੇ ਕਿਵੇਂ ਟਾਰਗੇਟ ਕੀਤਾ, ਵੀ ਇੱਕ ਕੰਪਨੀ ਨੇ ਢਹਿ ਢੇਰੀ ਕਰਤਾ। ਹੁਣ ਦੂਜੇ ਪਾਸੇ ਆ ਜਾਓ, ਅੱਜ ਪੰਜਾਬ ਦਾ ਜੋ ਵੀ ਸਿਸਟਮ ਆਪਾਂ ਟੱਕਰਾਂ ਮਾਰਦੇ ਫਿਰਦੇ ਹਾਂ, ਇਹਦੇ ਚ ਇੱਕ ਬੰਦੇ ਨੇ ਕੰਪਨੀ ਬਣਾਈ ਹੈ ਤੇ ਉਹਨੇ ਗੌਰਮੈਂਟ ਨੂੰ ਟਾਈ ਅਪ ਕੀਤਾ ਤੇ ਆਪਾਂ ਨੂੰ ਟਾਰਗੇਟ ਕਰੀ ਜਾ ਰਿਹਾ। ਸਾਰੇ ਕਿਸਾਨ ਇੱਕ ਪਾਸੇ ਨੇ, ਇੱਕ ਬੰਦਾ ਕੰਪਨੀ ਵਾਲਾ ਇੱਕ ਪਾਸੇ ਆ। ਤਾਂ ਮੈਂ ਹੁਣ ਇੱਥੇ ਕਮੈਂਟ ਕਰਦਾ ਵੀ ਕੱਲ ਨੂੰ ਆਪਣਾ ਬਣਿਆ ਬਣਾਇਆ ਮਾਡਲ ਇਦਾਂ ਹੀ ਟਾਰਗੇਟ ਕਰਕੇ ਕੰਪਨੀ ਕੋਈ ਢਹਿ ਢੇਰੀ ਨਾ ਕਰ ਦੇਵੇ। ਕਿਉਂਕਿ ਕੰਪਨੀ ਕੋਲ ਫੰਡਸ ਹੁੰਦੇ ਨੇ, ਵਪਾਰੀਆਂ ਦੇ ਰਿਲੇਸ਼ਨ ਸਿਆਸਤਦਾਨਾਂ ਨਾਲ ਹੋ ਜਾਂਦੇ ਨੇ, ਤੇ ਸਰਬੱਤ ਦਾ ਭਲਾ ਵਿਚਾਰਾ ਮੁੜ ਕੇ ਫਿਰ ਇਹ ਨਾ ਹੋਵੇ ਰੋਣ ਲੱਗ ਜੇ ਵੀ ਇਹ ਕੀ ਹੋ ਗਿਆ। ਐਕਚੁਅਲੀ ਕੀ ਹੈ, ਇੱਕ ਤਲਵਾਰਾਂ ਨਾਲ ਲੜਾਈ ਹੁੰਦੀ ਸੀ, ਇੱਕ ਹੁਣ ਰਫਲਾਂ ਆ ਗਈਆਂ। ਹੁਣ ਜਦੋਂ ਕਿਸੇ ਕੋਲ ਰਫਲ ਆ ਗਈ ਤਾਂ ਤਲਵਾਰਾਂ ਵਾਲੇ ਵਿਚਾਰੇ ਜ਼ੋਰ ਜਮੈਸ਼ ਕਿੰਨੀ ਕੁ ਕਰ ਲੈਣਗੇ। ਤਾਂ ਮੈਂ ਇਹ ਮਤਲਬ ਦੁਬਾਰਾ ਫਿਰ ਇਹ ਚੀਜ਼ ਤੇ ਆਉਂਦਾ ਸੀਗਾ ਵੀ ਆਪਾਂ ਨੂੰ ਸਮੇਂ ਮੁਤਾਬਕ ਬਹੁਤ ਅਪਡੇਟਡ ਮਾਡਲ, ਬਹੁਤ ਮਿਹਨਤ ਹੋ ਚੁੱਕੀ ਹੈ, ਤੇ ਇੰਨਾ ਕੁ ਟਾਈਮ ਹੈਗਾ ਵੀ ਇਦੋਂ ਗਾ ਸੰਭਲਿਆ ਵੀ ਨਹੀਂ ਜਾਣਾਗਾ। ਹੁਣ ਤਾਂ ਤੁਸੀਂ ਤਾਂ ਚਲੋ ਮਿਹਨਤ ਕਰੀ ਜਾਂਦੇ ਹੋ, ਗਾਂ ਤਾਂ ਮੇਰੇ ਹਿਸਾਬ ਨਾਲ ਗਾਂ ਵਾਲੀ ਪੀੜ੍ਹੀ ਦਾ ਹੱਥ ਖੜੇ ਕਰੀ ਖੜੀ ਆ ਵੀ ਭੱਜ ਲਓ। ਜਿਹੜਾ ਕਿੰਗਰਾ ਸਾਹਿਬ ਨੇ ਕਿਹਾ ਉਹ 100% ਸਹਿਮਤ ਆ ਵੀ ਸਾਨੂੰ ਸਿਲੇਬਸ ਬਣਾ ਕੇ ਟ੍ਰੇਨਿੰਗਾਂ, ਸੈਮੀਨਾਰ, ਅਵੇਅਰਨੈਸ ਇਹ ਤਾਂ ਕਰਨਾ ਹੀ ਪੈਣਾ ਹੈ। ਇਹ ਤੋਂ ਬਿਨਾਂ ਤਾਂ ਆਪਣਾ ਗੁਜ਼ਾਰਾ ਹੀ ਨਹੀਂ। ਬਟ ਉਹ ਜਿਹੜੀ ਉਹਨੂੰ ਕੰਪਨੀ ਨੂੰ ਬੀਟ ਕਰਨ ਵਾਸਤੇ ਉਹਦੇ ਮੁਕਾਬਲੇ ਦੀ ਕੋਈ ਚੀਜ਼ ਤਿਆਰ ਕਰਨੀ ਹੈ, ਉਹ ਮੈਂ ਸਮਝਦਾ ਵੀ ਉਹ ਬਹੁਤ ਲੋੜ ਹੈ। ਜੇ ਆਪਾਂ ਭਲੇ ਦੀ ਗੱਲ ਕਰਾਂਗੇ ਵੀ ਭਲੇ ਕਰਨ ਦੇ ਵੀ ਤਰੀਕੇ ਨੂੰ ਸਾਨੂੰ ਅਪਡੇਟ ਕਰਨਾ ਪਏਗਾ। ਇਹ ਨਾ ਹੋਵੇ ਵੀ ਉਹ ਸਾਡਾ ਸਾਰੀ ਮਿਹਨਤ ਹੀ ਕੋਈ ਬੰਦਾ ਆ ਕੇ ਖਰਾਬ ਕਰ ਦੇਵੇ, ਕਿਉਂਕਿ ਉਹ ਤਾਂ ਪ੍ਰੋਫੈਸ਼ਨਲ ਹੋ ਚੁੱਕੇ ਨੇ। ਜਿਹੜੇ ਈਵਨ ਬੈਲਗੇਟ ਦੇ ਬੰਦੇ ਪੰਜਾਬ 'ਚ ਗੇੜੇ ਮਾਰੀ ਜਾਂਦੇ ਨੇ, ਮੈਨੂੰ ਪਤਾ ਲੱਗਿਆ ਵੀ ਉਹ ਆਪਣੇ ਵਾਲੀਆਂ ਚੀਜ਼ਾਂ ਨੂੰ ਚੋਰੀ ਕਰਕੇ ਤੇ ਪਤਾ ਨਹੀਂ ਕਿੱਧਰ ਨੂੰ ਕੀ ਸੋਚ ਹੋਊਗੀ ਉਹਨਾਂ ਦੀ, ਕਿਉਂਕਿ ਪੈਸਾ ਬਲਕ ਵਿੱਚ ਆ। ਹੁਣ ਜਿਹਦੇ ਕੋਲ ਪੈਸਾ ਲੋੜ ਤੋਂ ਜ਼ਿਆਦਾ ਆ, ਉਹ ਵੀ ਸਾਡੇ ਲਈ ਬਰਬਾਦੀ ਦਾ ਕਾਰਨ ਬਣਦਾ ਹੈ। ਤੇ ਅਸੀਂ ਜਿਹੜਾ ਹੈਗਾ ਆਪਦਾ ਜਾਨ ਵੀ ਬਚਾਉਣੀ ਹੈ। ਛੋਟੇ ਛੋਟੇ ਕਿਸਾਨ 85% ਜਿਹੜੇ ਹੈਗੇ ਨੇ 2.5-3 ਏਕੜ ਵਾਲੇ, ਉਹਨਾਂ ਨੂੰ ਵੀ ਬਚਾਉਣਾ ਹੈ। ਤਾਂ ਉਹਦੇ ਲਈ ਮਾਡਲ ਵੀ ਸਾਨੂੰ ਇਹੋ ਜਿਹਾ ਵੀ ਉਹ ਵੀ ਸ਼ਾਮਲ ਹੋਣ। ਉਹਨਾਂ ਦੀ ਹਉਮੈ ਜਿਹੜੀ ਹੈਗੀ ਆ ਵੀ ਬੰਦੇ ਦੀ ਮੈਂ ਨਾਲ ਆ, ਵੀ ਮੇਰਾ ਸ਼ੇਅਰ ਵਿੱਚ ਮੈਂ ਹਿੱਸੇਦਾਰ ਹਾਂ, ਮੇਰਾ ਪੋਟੈਂਸ਼ੀਅਲ ਆ। ਤਾਂ ਨਾਲ ਦੂਜੇ ਪਾਸੇ ਅਸੀਂ ਉਹਨਾਂ ਨੂੰ ਗਾਈਡਲਾਈਨ ਵੀ ਦੇ ਸਕੀਏ, ਲੈ ਕੇ ਵੀ ਉਸ ਪਾਸੇ ਜਾਈਏ ਵੀ ਜਿਹਦੇ ਨਾਲ ਸਾਨੂੰ ਬਾਹਰੋਂ ਕੋਈ ਖਤਰਾ ਨਾ ਹੋਵੇ ਕਿਸੇ ਚੀਜ਼ ਦਾ ਆਉਣ ਵਾਲੇ ਟਾਈਮ ਸਾਡੇ ਮਾਡਲ ਨੂੰ। ਤਾਂ ਤੀਸਰਾ, ਟਾਈ ਅਪਸ ਵੀ ਇੰਨੀਆਂ ਪਿਆਰੀਆਂ ਹੋਣ ਵੀ ਜਿਵੇਂ ਕਣਕ ਝੋਨੇ ਮਗਰ ਕਿਉਂ ਨਹੀਂ ਛੱਡ ਕੇ ਆ ਰਹੇ ਇੱਧਰ, ਕਿਉਂਕਿ ਉਧਰ ਨੂੰ ਪ੍ਰੋਫਿਟੇਬਲ ਲੱਗਦਾ ਹੈ, ਉਧਰ ਉਹਨਾਂ ਨੂੰ ਲੱਗਦਾ ਵੀ ਸੌਖਾ ਕੰਮ ਆ ਤੇ ਪੈਸੇ ਬਚਦੇ ਆ। ਜਿਹੜੀ ਫਸਲ 'ਚੋਂ ਪੈਸੇ ਨਹੀਂ ਬਚਦੇ ਉਧਰ ਕਿਸਾਨ ਝਾਕ ਵੀ ਨਹੀਂ ਰਿਹਾ, ਤੇ ਆਪਾਂ ਨੂੰ ਮਾਡਲ ਵੀ ਪ੍ਰੋਫਿਟੇਬਲ ਦੇਣਾ ਪੈਣਾ ਉਹਨਾਂ ਨੂੰ। ਤਾਂ ਇਹਨਾਂ ਕੁ ਮੈਂ ਕਹਿੰਦਾ ਹੋਇਆ। ਚੇਤਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਸਰ, ਤੇ ਉਹ ਮੈਂ ਸੁਣਤਾ ਰਿਹਾ ਸੀ ਬਟ ਉਹ ਪਤਾ ਨਹੀਂ ਸਮਹਾਉ ਅਨਮਿਊਟ ਕੰਮ ਨਹੀਂ ਕਰ ਰਿਹਾ ਸੀ। ਮੈਂ ਸਾਰੇ ਵਿਚਾਰ ਸੁਣੇ, ਮੈਂ ਜ਼ਿਆਦਾ ਟਾਈਮ ਤਾਂ ਨਹੀਂ ਲਊਂਗਾ। ਬਟ ਮੈਂ ਜਦੋਂ ਅਵਤਾਰ ਸਿੰਘ ਹੋਣਾ ਨਾਲ ਜਾਂ ਵਸ਼ਿਸ਼ਟ ਜੀ ਹੋਣਾ ਨਾਲ ਮਿਲ ਕੇ ਆਇਆ, ਉਦੋਂ ਦਾ ਹੀ ਮੈਂ ਇਹ ਸੋਚ ਰਿਹਾ ਇਹਦੇ ਉੱਤੇ 2-4 ਹੋਰ ਬੰਦਿਆਂ ਨਾਲ ਵੀ ਗੱਲਬਾਤ ਕੀਤੀ।
ਬਟ ਮੇਰਾ ਸੰਖੇਪ ਦੇ ਅੰਦਰ, ਮੈਂ ਡਿਟੇਲਸ ਤਾਂ ਨਹੀਂ ਜਾਊਂਗਾ ਹਜੇ, ਬਟ ਮੈਂ ਆਪਣੇ ਵਿਚਾਰ ਹੋਰ ਕਿਸੇ ਦਿਨ ਸਾਂਝੇ ਕਰ ਲੂੰਗਾ। ਬਟ ਮੈਨੂੰ ਇਹ ਲੱਗਦਾ ਕਿ NGO ਦੀ ਭਾਵਨਾ ਤਾਂ ਚੰਗੀ ਹੈ ਕਿ ਦੇਖੋ ਜੀ ਆਹ ਨਾਨ ਪ੍ਰੋਫਿਟ ਹੈ ਤੇ ਅਸੀਂ ਤਾਂ ਬਸ ਲੋਕਾਂ ਨੂੰ ਸਿਖਾਣਾ ਹੀ ਹੈ, ਅਸੀਂ ਤਾਂ ਬਸ ਮਾਡਲ ਹੀ ਦੱਸਣਾ ਹੈ। ਬਟ ਮੈਨੂੰ ਇਹ ਵੀ ਲੱਗਦਾ ਕਿ ਜਿੱਥੇ ਕੋਈ ਰਿਟਰਨਸ ਨਹੀਂ ਹੁੰਦੇ ਨਾ, ਉੱਥੇ ਬੰਦੇ ਆਪਣੀ એનર્ਜੀ ਵੀ ਤਕੜੀ ਲਾਉਂਦੇ ਨਹੀਂ। ਉਹ ਐਵੇਂ ਜ਼ਿਕਰ ਬਣ ਜਾਂਦਾ ਬਈ ਇਹ ਨਾ ਆਪਣਾ ਸਾਂਝਾ ਸਕੂਲ ਹੈ ਤੇ ਕੋਈ ਵੀ ਆ ਕੇ ਇੱਥੇ ਪੜ੍ਹਾ ਸਕਦਾ। ਉਸ ਚੱਕਰ ਦੇ ਅੰਦਰ ਕੋਈ ਵੀ ਨਹੀਂ ਆਉਂਦਾ ਤੇ ਕੋਈ ਵੀ ਚੰਗੀ ਤਰ੍ਹਾਂ ਪੜ੍ਹਾਉਂਦਾ ਵੀ ਨਹੀਂ। ਬਟ ਜੇ ਥੋੜਾ ਬਹੁਤਾ ਪੈਸਾ ਲੱਗਦਾ ਵੀ ਹੈ ਤੇ ਉਹਦੇ ਅੰਦਰ ਫਿਰ ਜਵਾਬਦੇਹੀ ਵੀ ਡਿਸਾਈਡ ਹੋਏਗੀ ਤੇ ਕਮਿਟਮੈਂਟ ਵੀ ਹੁੰਦੀ ਹੈ। ਤੇ ਜਦੋਂ when you would have skin in the game, ਥੋੜੇ ਮੋਟੇ ਤੁਹਾਡੇ ਲੱਗੇ ਹੋਏ ਹੋਣੇ ਆ ਨਾ, ਤੇ ਤੁਸੀਂ ਥੋੜਾ ਜਿਹਾ ਚੌਕਸ ਦੇ ਨਾਲ ਕੰਮ ਵੀ ਕਰੋਗੇ। ਜਿੱਥੇ ਤੱਕ ਮੈਨੂੰ ਲੱਗਦਾ, I am unable to see which NGO has done remarkable good work that it can provide as an alternative to those businesses who are constantly earning crores and crores and destroying the system. ਉਹਦੇ ਅੱਗੇ ਕਹੀ ਜੀ ਸੰਸਥਾ ਜਿਹੜੀ ਸਿਰਫ ਟੈਕਨੀਕ ਦੱਸ ਰਹੀ ਹੈ। I mean, we can always work and we can make websites and share documents, but ਜੇ ਵਾਕਈ ਕਰਨਾ ਨਾ ਤਾਂ ਫਿਰ ਉਹ ਮੈਨੂੰ ਲੱਗਦਾ ਮੈਦਾਨ ਦੇ ਅੰਦਰ ਇਕੱਠੇ ਸਾਂਝ ਪਾ ਕੇ ਕੁੱਦਣਾ ਹੀ ਪੈਣਾ। ਮੈਂ ਤਾਂ ਇੰਨੀ ਗੱਲ ਹੀ ਕਹੂੰਗਾ। ਬਟ it has to be for, ਤਾਂ ਮੈਨੂੰ ਲੱਗਦਾ ਵੀ ਫਿਰ ਤਾਂ ਸੈਮੀਨਾਰ ਤੇ ਪੈਂਫਲੇਟ ਛਪਾਉਣ ਵਾਲੀ ਗੱਲ ਹੀ ਰਹਿ ਜਾਣੀ ਹੈ। ਥੈਂਕ ਯੂ। ਕੇਸਨ ਜੀ, ਤੁਹਾਨੂੰ ਵਿਜ਼ਿਟ ਕਿੱਦਾਂ ਰਹੀ ਤੁਹਾਡੀ ਫਗਵਾੜੇ? ਹਾਂਜੀ, ਫਗਵਾੜੇ ਤੁਸੀਂ ਆਏ ਸੀ, ਤੁਹਾਡੀ ਵਿਜ਼ਿਟ ਤੁਹਾਨੂੰ ਕਿਵੇਂ ਲੱਗਾ? ਕਮੈਂਟ। ਨਹੀਂ ਜੀ, ਮੈਨੂੰ ਤਾਂ ਦੇਖੋ ਬਹੁਤ ਵਧੀਆ ਲੱਗੀ। ਮੈਂ ਤਾਂ ਵਾਪਸ ਆ ਕੇ ਆਪਣੇ ਕਾਫੀ ਫਰੈਂਡਸ ਨੂੰ ਜਿਹੜੇ ਲੁਧਿਆਣੇ ਤੇ ਬਰਨਾਲੇ ਕੋਲੇ ਆ, ਮੈਂ ਉਹਨਾਂ ਨੂੰ ਵੀ ਬੜਾ ਮੋਟੀਵੇਟ ਕੀਤਾ ਕਿ ਉਹਨਾਂ ਨੂੰ ਵੀ ਜਦੋਂ ਟਾਈਮ ਲੱਗੇ, ਉਹ ਸਾਰੇ ਵੈਸੇ ਤਾਂ ਪਰਿਵਾਰ ਜਿਨ੍ਹਾਂ ਨਾਲ ਮੈਂ ਟੱਚ 'ਚ ਹਾਂ ਉਹ ਕਿਸਾਨੀ ਮੋਰਚੇ 'ਚ ਹੀ ਨੇ, ਲੇਕਿਨ ਜਦੋਂ ਵੀ ਟਾਈਮ ਲੱਗੂਗਾ ਉਹ ਜ਼ਰੂਰ ਆਲਟਰਨੇਟ ਉਹ ਮਤਲਬ ਦੇਖਣ ਜਾਣਗੇ। ਮੈਂ ਐਕਚੁਅਲੀ ਐਜ਼ ਅ ਮੈਟਰ ਆਫ ਫੈਕਟ PAU 'ਚ ਵੀ ਇੱਕ ਆਰਗੈਨਿਕ ਡਿਪਾਰਟਮੈਂਟ ਨਵਾਂ ਹੀ ਚੱਲਿਆ, ਉੱਥੇ ਵੀ ਮੈਂ ਗਿਆ ਤੇ ਉੱਥੇ ਵੀ ਕੁਦਰਤੀ ਬੰਦੇ ਜਾਣਕਾਰੀ ਨਿਕਲਿਆ ਤੇ ਉਹਨਾਂ ਦੇ ਨਾਲ ਵੀ ਮੈਂ ਮਿਲ ਕੇ ਆਇਆ। ਬਟ ਅਨਫੋਰਚੂਨੇਟਲੀ that was like 2 days before coming back to states। ਤੇ ਟੱਚ 'ਚ ਰਹਾਂਗੇ ਬਿਲਕੁਲ 100%। ਲੇਕਿਨ ਮੈਨੂੰ ਲੱਗਦਾ ਕਿ ਇਹਦੇ ਅੰਦਰ ਮਤਲਬ ਜਿਵੇਂ ਅਵਤਾਰ ਜੀ ਹੁਣੀ ਤਾਂ ਖੁਦ ਕੰਮ ਕਰ ਰਹੇ ਆ ਨਾ, ਹੁਣ ਜੇ ਮੈਂ ਇੱਥੇ ਬੈਠ ਕੇ ਉਹਨਾਂ ਨੂੰ ਦੱਸਾਂ ਜੀ ਤੁਸੀਂ ਆਹ ਕਰ ਲਓ ਉਹ ਕਰ ਲਓ, ਇਹ ਮੈਨੂੰ ਜਸਟੀਫਾਈ ਨਹੀਂ ਕਰਦਾ ਕਿਉਂਕਿ ਮੈਂ ਹਜੇ ਉਤਰਿਆ ਹੀ ਨਹੀਂ ਆ ਮੈਦਾਨ 'ਚ। ਇਹ ਤਾਂ ਉੱਤਰ ਕੇ ਮੈਦਾਨ 'ਚ ਹੀ ਹੱਥ ਜੋੜਨੇ ਪੈਣੇ ਆ। ਹਾਂ, ਮੈਨੂੰ ਤਾਂ ਮੈਂ ਜਿਹੜਾ ਪਰਮਜੀਤ ਹੋਣਾ ਨੇ ਹੁਣੇ ਗੱਲ ਕੀਤੀ ਹੈ ਨਾ, ਮਤਲਬ ਇਹ ਸਾਨੂੰ ਵੀ ਲੱਗਦਾ ਸੀ। ਅਸੀਂ ਸਾਰੇ ਇਕੱਠੇ ਕੰਮ ਹੀ ਕਰਦੇ ਰਹੇ 2-3 ਸਾਲ ਤੋਂ, ਲੇਕਿਨ ਮੈਨੂੰ ਐਂ ਲੱਗਦਾ ਬਈ ਜੇ ਤੁਸੀਂ ਉਹਨੂੰ ਆਲਟਰਨੇਟਿਵ ਦੇਣਾ ਜਿਹਦੇ ਅੰਦਰ ਮਾਰਕੀਟਿੰਗ ਹੋਏਗੀ, ਪ੍ਰੋਡਕਸ਼ਨ ਹੋਏਗੀ, ਪੈਕੇਜਿੰਗ ਹੋਏਗੀ, ਉਹਨੂੰ ਤੁਸੀਂ NGO ਵਾਂਗੂ ਕਿਵੇਂ ਚਲਾ ਲਓਗੇ। ਬਟ ਅਗਰ ਚਲਾ ਸਕਦੇ ਹੋ ਤਾਂ ਆਈ ਐਮ ਹੈਪੀ ਟੂ ਹੀਅਰ, ਮੇਬੀ ਸਮਬਡੀ ਆਈ ਐਮ ਓਪਨ ਟੂ ਹੀਅਰ। ਬਟ ਮੈਨੂੰ ਐਂ ਲੱਗਦਾ ਵੀ ਪਰਚੂਨ ਦੀ ਦੁਕਾਨ ਜਿਹਨੇ ਪੂਰਾ ਕਬਜ਼ਾ ਕੀਤਾ ਹੋਇਆ ਇੱਕ ਸਿਟੀ ਦੇ ਅੰਦਰ, ਉਹਨੂੰ ਇੱਕ NGO ਕਿਵੇਂ ਚੈਲੰਜ ਕਰੇਗੀ। ਹਾਂਜੀ, ਧੰਨਵਾਦ ਜੀ। ਅਮਰਜੀਤ ਸਿੰਘ ਸੀਨੀਵਾਲ। ਹਾਂਜੀ ਅਮਰਜੀਤ ਸਿੰਘ ਜੀ। ਹਾਂਜੀ ਇੱਕ ਮਿੰਟ ਕੁਲਦੀਪ ਸਿੰਘ ਜੀ, ਇੱਕ ਮਿੰਟ ਮੈਂ ਥੋੜਾ ਜਿਹਾ ਬਿਜੀ ਸੀਗਾ ਅੱਜ। ਤੁਹਾਡੀ ਆਵਾਜ਼ ਆ ਰਹੀ ਹੈ ਪਿੱਛੇ ਤੋਂ ਕੋਈ ਨਾ? ਹਾਂਜੀ ਸਰਦਾਰ ਕੁਲਦੀਪ ਸਿੰਘ ਜੀ। ਹਾਂਜੀ, ਮੈਂ ਸਾਰੀਆਂ ਹੀ ਸ਼ਖਸੀਅਤਾਂ ਨੂੰ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਵਧੀਆ ਚਲੋ ਵਿਚਾਰ ਸੁਣੇ ਆਪਾਂ, ਸਾਰਿਆਂ ਦੇ ਵਧੀਆ ਵਿਚਾਰ ਸੀਗੇ। ਤੇ ਇਹਦੇ 'ਚ ਜਿਹੜੀਆਂ 2-3 ਗੱਲਾਂ ਆਪਾਂ ਦੇਖਦੇ ਹਾਂ ਕਿ ਇੱਕ ਤਾਂ ਜਿਹੜਾ ਕਿਸਾਨ ਹੈ ਉਹ ਇੱਧਰ ਨੂੰ ਮੁੜੂ ਕਿਵੇਂ। ਹੁਣ ਵੀ ਆਪਾਂ ਦੇਖਦੇ ਹਾਂ ਜਿਹੜੀ ਮੇਨ ਰੌਲਾ ਕੀ ਹੈ, ਰੌਲਾ ਸਾਡਾ ਹੈਗਾ
ਸਾਡੀ ਜਿਹੜੀ MSP ਹੈ ਜਾਂ ਮਿਨੀਮਮ ਸਪੋਰਟ ਪ੍ਰਾਈਸ ਹੈ ਵੀ ਉਹ ਇੱਕ ਸ਼ੋਰ ਇਨਕਮ ਸਾਨੂੰ ਮਿਲੇ। ਉਹਦੀ ਬੈਕਗਰਾਉਂਡ ਕੀ ਹੈਗੀ ਆ, ਸਾਡੇ ਜਿਹੜੇ 90% ਫਾਰਮਰਸ ਹੈਗੇ ਆ ਔਨ ਗਰਾਊਂਡ, ਅਗਰ ਉਹ ਸ਼ੋਰਟ ਉਹਨਾਂ ਨੂੰ ਇਨਕਮ ਨਹੀਂ ਮਿਲਦੀ ਤਾਂ ਉਹਨਾਂ ਦਾ ਬਜਟ ਹਿਲਦਾ ਗਾ। ਉਹਦਾ ਬਜਟ ਉਹਨਾਂ ਦੀ ਜਿਹੜੀ ਗੱਲ ਚਾਹੇ ਉਹ ਬੈਂਕਾਂ ਰਾਹੀਂ ਚਾਹੇ ਉਹ ਪ੍ਰਾਈਵੇਟ ਲੈਂਡਰਸ ਹੈਗੇ ਆ, ਉਹਨਾਂ ਨੂੰ ਉਹ ਸਰਕਲ ਉਹਨਾਂ ਦਾ ਘੁੰਮਦਾ ਨਹੀਂ, ਜਿਹੜੀ ਵੱਡੀ ਪ੍ਰੋਬਲਮ ਹੈ। ਤੇ ਜਿਹੜਾ ਸਾਡਾ ਮਾਡਲ ਹੈਗਾ, ਮਾਡਲ ਨੋ ਡਾਊਟ ਵਧੀਆ ਸਰਬੱਤ ਦੇ ਭਲੇ ਦਾ ਮਾਡਲ ਹੈ। ਸਾਡੀ ਖਾਸ ਕਰਕੇ ਇਹਦੇ 'ਚ ਇਹ ਕੁਦਰਤ ਪੱਖੀ ਤਾਂ ਹੈਗਾ, ਸਾਡੀ ਜਿਹੜੀ ਚਲੋ ਇਨਪੁਟ ਕਾਸਟ ਵੀ ਘੱਟ ਹੈ। ਜੇ ਸਾਡੀ ਪ੍ਰੋਡਕਸ਼ਨ ਵੀ ਘੱਟ ਹੁੰਦੀ ਹੈ, ਈਵਨ ਸਾਡਾ ਨੈਟ ਪ੍ਰੋਫਿਟ ਵੱਧ ਹੋਊਗਾ ਐਸ ਕੰਪੇਅਰ ਟੂ ਜਿਹੜਾ ਐਗਜ਼ਿਸਟਿੰਗ ਮਾਡਲ ਹੈ। ਤੇ ਜਿਹੜੀ ਕੰਪਨੀਆਂ ਦੀ ਮਾਰਕੀਟਿੰਗ ਪਾਲਿਸੀ ਹੁੰਦੀ ਹੈ, ਜਿਹੜੀ ਆਪਾਂ ਸਾਰੇ ਦੇਖਦੇ ਹਾਂ, ਦੋ ਤਰ੍ਹਾਂ ਦੀ ਹੁੰਦੀ ਹੈ। ਜਾਂ ਤਾਂ ਇੱਕ ਤਾਂ ਚਲੋ ਅਵੇਅਰਨੈਸ ਤਾਂ ਜਿਹੜਾ ਸਮਾਜ ਆ ਉਹ 5% ਹੀ ਤੁਸੀਂ ਕਰ ਸਕਦੇ ਹੋ, ਉਹਨਾਂ ਨੂੰ ਸਮਝਾ ਸਕਦੇ ਹੋ, 5% ਹੀ ਹੈ। ਜਿਹੜਾ ਬਾਕੀ 95% ਹੈ, ਜਾਂ ਤਾਂ ਉਹਨਾਂ ਨੂੰ ਲਾਲਚ ਦਿਓਗੇ ਜਾਂ ਡਰਾਓਗੇ। ਜਿਵੇਂ ਤੁਸੀਂ ਕਰੋਨਾ ਲਾ ਲਓ ਜਾਂ ਹੋਰ ਦਵਾਈਆਂ ਨੇ ਵੀ ਤੂੰ ਆਹ ਨਹੀਂ ਲਏਗਾ ਤੂੰ ਮਰ ਜਾਏਗਾ, ਜਾਂ ਜਿਹੜੀ ਵੈਕਸੀਨ ਕੰਪਨੀਆਂ ਲਵਾਉਂਦੀਆਂ ਵੀ ਉਹ ਇੱਕ ਤਾਂ ਡਰਾਉਂਦੀਆਂ ਨੇ, ਜਾਂ ਡਰਾਉਣਾ ਪਊਗਾ, ਜਾਂ ਉਹਨਾਂ ਨੂੰ ਕਹਿ ਲਓ ਆਪਣੀ ਲਾਲਚ ਦੇਣਾ ਪਊਗਾ। ਜਾਂ ਆਪਾਂ ਕਹਾਂਗੇ ਵੀ ਭਾਈ ਜਿਹੜਾ ਸਾਲ ਦਾ ਚਲੋ ਕੁੱਲ ਮਿਲਾ ਕੇ 70-80 ਹਜ਼ਾਰ ਕਰੋੜ ਰੁਪਇਆ ਪੰਜਾਬ ਦਾ ਹੈਗਾ, ਵੀ ਆਹ ਚੱਕੋ ਵੀ ਜ਼ਮੀਨ ਤੁਹਾਡੀ ਠੇਕੇ ਤੇ, ਅਸੀਂ ਸਾਡੇ ਹਿਸਾਬ ਨਾਲ ਚੱਲੂ ਕੰਮ, ਲਓ ਤੁਸੀਂ ਆਹ ਵੀ ਜੋ, ਜਾਂ ਉਹ ਚੀਜ਼ ਹੈ। ਤੇ ਇਹਦੇ 'ਚ ਮੇਨ ਜਿਹੜਾ ਸਾਡਾ ਇਸ ਟਾਈਮ ਸਾਨੂੰ ਜਿਹੜੀ ਕਰਨ ਦੀ ਲੋੜ ਹੈ ਨਾ, ਜਿਵੇਂ ਅਸੀਂ ਪ੍ਰੋਡਕਸ਼ਨ ਦੀ ਅੱਗੇ ਜਾਂ ਹੋਰ ਗੱਲਾਂ ਬਾਤਾਂ ਕਰਦੇ ਆ, ਤੇ ਆਵਾਜ਼ ਰੁਕ ਗਈ ਤੁਹਾਡੀ ਅਮਨਜੀਤ ਜੀ। ਹੈਲੋ, ਹਾਂਜੀ ਹਾਂਜੀ ਆ ਰਹੀ ਹੈ ਆਵਾਜ਼? ਹਾਂ ਹੁਣ ਆਈ ਹੈ ਜੀ। ਹਾਂਜੀ, ਮੈਂ ਕਿਹਾ ਮੇਨ ਤਾਂ ਜਿਹੜਾ ਸਾਡਾ ਨਾ ਇਸ ਟਾਈਮ ਇਹ ਜਿਹੜਾ ਮਾਡਲ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਜਿਹੜਾ ਰਿਵਾਈਵਲ ਆਫ ਰੂਰਲ ਇਕੋਨਮੀ ਹੈ ਜਾਂ ਸੋਸ਼ਲ ਇਕੋਨਮਿਕ ਸਟਰਕਚਰ ਹੈ, ਤੇ ਉਹਦੀ ਰਿਵਾਈਵਲ ਹੈ। ਹਜੇ ਤਾਂ ਲੋਕਾਂ ਨੂੰ ਪਤਾ ਹੀ ਨਹੀਂ, ਸਮਝ ਹੀ ਨਹੀਂ ਵੀ ਸਾਡੀ ਜਿਹੜੀ ਐਗਜ਼ਿਸਟਿੰਗ ਮਾਡਲ ਨੇ ਸਾਡਾ ਨੁਕਸਾਨ ਕੀ ਕਰਤਾ। ਅਵੇਅਰਨੈਸ ਉਹਨੂੰ ਡਰਾਉਣਾ ਪੈਣਾ ਲੋਕਾਂ ਨੂੰ, ਬਲਕਿ ਸਹੀ ਮਾਇਨਿਆਂ 'ਚ ਡਰਾਉਣਾ ਪੈਣਾ, ਮੰਨ ਲਾ ਉਹਨਾਂ ਦੇ ਭਲੇ ਲਈ ਵੀ ਦੇਖੋ ਲੋਕੋ ਲੁੱਟੇ ਗਏ, ਆਪਾਂ ਤਾਂ ਪੱਟੇ ਗਏ, ਤੁਹਾਨੂੰ ਘਰ ਘਰ ਬਿਮਾਰੀਆਂ ਨੇ, ਗੋਲੀਆਂ ਕਿੰਨੀਆਂ ਖਾਣ ਲੱਗ ਗਏ, ਕੀ ਹੋ ਰਿਹਾ ਹੈਗਾ, ਵੀ ਆਪਾਂ ਮੁੜ ਜਾਈਏ ਸਮਝ ਜਾਈਏ, ਨਹੀਂ ਤਾਂ ਖਤਮ ਹੋ ਜੂ ਸਾਰਾ ਕੁਝ। ਇਹ ਗੱਲਾਂ ਜਦੋਂ ਬੰਦਿਆਂ ਦੇ ਦਿਮਾਗਾਂ 'ਚ, ਜਿਵੇਂ ਹੁਣ ਆਹ ਸੰਘਰਸ਼ ਵੀ ਜਿਹੜਾ ਕਿਸਾਨ ਅੰਦੋਲਨ ਵੀ ਚੱਲਿਆ ਨਾ, ਯੂਨੀਅਨ ਅੱਜ ਪਹਿਲੇ ਦਿਨ ਤਾਂ ਅੰਦੋਲਨ ਗਈਆਂ ਨਹੀਂ ਦਿੱਲੀ ਕਰਨ, 40-40 ਸਾਲ ਹੋ ਗਏ ਇਹ ਧਰਨੇ ਧੁਰਨੇ ਇਹਨਾਂ ਦੇ ਲੱਗਦੇ ਹੀ ਰਹਿੰਦੇ। ਆਪਾਂ ਦੇਖਦੇ ਜ਼ਿਲ੍ਹਾ ਪੱਧਰ ਤੇ ਵੀ ਹੈ, ਦਿੱਲੀ ਵੀ ਸਾਲ 'ਚ ਇੱਕ ਅੱਧੀ ਵਾਰੀ ਜਾਈ ਜਾਂਦੇ ਆ। ਇਹ ਕੀ ਸਾਨੂੰ ਪਤਾ ਵੀ ਇਹ ਹੁਣ ਤੱਕ ਵੀ ਕਿੰਨੇ ਵਾਰੀ ਗਏ ਆ, ਨਹੀਂ ਗਏ, ਨਹੀਂ ਪਤਾ ਨਾ। ਇਹ ਜਿਹੜਾ ਇਹਦਾ ਪ੍ਰਚਾਰ ਹੋਇਆ, ਪ੍ਰਚਾਰ ਕੀ ਮਤਲਬ ਕਿ ਇਸ ਬਿੱਲਾਂ ਦਾ ਖਾਸ ਕਰਕੇ, ਉਹਦੇ ਪ੍ਰਚਾਰ 'ਚ ਜੇ ਆਪਾਂ ਕਹਿੰਦੇ MSP ਬੰਦ ਹੋ ਗਈ, ਸਰਕਾਰ ਘੱਟ ਕਰ ਦੂ, ਆ ਕਰ ਦੂ, ਉਹ ਚੀਜ਼ ਨਾਲ ਨਹੀਂ ਕਿਸੇ ਨੂੰ ਫਰਕ ਪਿਆ। ਇਹਦਾ ਗੱਲ ਜਦੋਂ ਪਿਆ ਵੀ ਤੁਹਾਡੀ ਤਾਂ ਭਾਈ ਹੋਂਦ ਨੂੰ ਖਤਰਾ, ਤੁਹਾਡੀਆਂ ਜ਼ਮੀਨਾਂ ਖੋਹਦੀ ਆ ਸਰਕਾਰ, ਲੋਕ ਉਦੋਂ ਉੱਠੇ ਨੇ। ਜਦੋਂ ਉਹਨਾਂ ਨੂੰ ਖਤਰਾ ਪੈ ਗਿਆ ਵੀ ਭਾਈ ਜ਼ਮੀਨਾਂ ਖੋਣਗੇ, ਵੀ ਗੱਲ ਤਾਂ ਮੇਨ ਇਹ ਆ ਵੀ ਅਸੀਂ ਜਿਹੜਾ ਮਾਰਕੀਟਿੰਗ ਕਰਨੀ ਆ ਸਾਡੇ ਪ੍ਰੋਡਕਟ ਦੀ, ਸਾਡਾ ਪ੍ਰੋਡਕਟ ਲੋਕਾਂ ਦੇ ਭਲੇ ਵਾਲਾ ਗਾ, ਹਨਾ, ਪ੍ਰੋਫਿਟੇਬਲ, ਅਸੀਂ ਉਹਨਾਂ ਦੇ ਨੁਕਸਾਨ ਵਾਲਾ ਨਹੀਂ। ਉਹਨੂੰ ਅਸੀਂ ਦੋ ਤਰੀਕੇ ਨਾਲ ਹੀ ਕਰ ਸਕਦੇ ਹਾਂ, ਵੀ ਜਾਂ ਤਾਂ ਅਸੀਂ ਵੱਧ ਪੈਸੇ ਦੇ ਕੇ ਉਹਨਾਂ ਨੂੰ, ਲੋਕਾਂ ਨੂੰ ਇੱਧਰ ਪਾਸੇ ਲਾ ਸਕਦੇ ਹਾਂ ਲਾਲਚ ਦੇ ਕੇ, ਜਾਂ ਅਸੀਂ ਉਹਨਾਂ ਨੂੰ ਡਰਾ ਕੇ ਅਵੇਅਰਨੈਸ ਦਾ 5% ਆ, 95% ਤਾਂ ਆਪਾਂ ਨੂੰ ਡਰਾਉਣੇ ਹੀ ਪੈਣੇ ਆ। ਬਲਕਿ ਇਹ ਹੈਗਾ। ਜਾਂ ਬਾਕੀ ਜਿਹੜੀ ਆਪਾਂ ਫਰਮ ਦੀ ਗੱਲ ਕਰਦੇ ਹਾਂ ਵੀ ਕਿਵੇਂ ਬਣਾਉਣਾ, ਕਿਵੇਂ, ਵੀ ਫਿਲਹਾਲ ਇਹਨੂੰ ਇੱਕ ਕੰਸਲਟਿੰਗ ਫਰਮ ਦੇ ਤੌਰ ਤੇ ਸਾਨੂੰ ਚਲਾਉਣਾ ਚਾਹੀਦਾ। ਜਿਹੜੀ ਆਪਾਂ ਅੱਗੇ ਪ੍ਰੋਸੈਸਿੰਗ ਆ ਜਾਂ ਹੋਰ, ਉਹ ਕਾਫੀ ਵੱਡਾ ਕੰਮ ਹੈ। ਈਵਨ ਤੁਸੀਂ ਲਾ ਲਓ ਜਾਂ ਰਿਲਾਇੰਸ ਜਾਂ ਅਦਾਨੀ ਵੀ ਹੈ, ਜਿਹੜਾ ਪ੍ਰੋਪਰ ਸੈਟਅਪ ਵੀ ਜਿਹਨਾਂ ਸਰਕਾਰ ਨਾਲ ਸਮਝੌਤਾ ਹੋਇਆ, ਉਹਦੇ 'ਚ ਵੀ ਲਾ ਲਓ ਸਾਰਾ ਕੁਛ ਇੱਕ ਕੰਪਨੀ ਕੋਲੇ ਨਹੀਂ ਹੈ। ਇੱਕ ਰਿਟੇਲ ਤੇ ਚੇਨ, ਇੱਕ ਰਿਟੇਲ ਸਾਂਭਣ ਨੂੰ ਫਿਰਦੇ ਨੇ, ਇੱਕ ਸਟੋਰੇਜ ਸਾਂਭਣ ਨੂੰ ਫਿਰਦੇ ਨੇ, ਜਾਂ ਉਹਦਾ ਲੌਜਿਸਟਿਕ ਹੈ। ਵੀ ਉਹ ਚੀਜ਼ਾਂ ਸਾਡੀਆਂ ਸੈਕੰਡਰੀ ਨੇ। ਵੀ ਐਟਲੀਸਟ ਅਸੀਂ ਲੋਕਾਂ ਨੂੰ ਪਹਿਲਾਂ ਤਾਂ ਜਾਗਰੂਕ ਦੀ ਹੋਈ ਵੱਡੀ ਮੁਹਿੰਮ ਹੈ, ਉਹ ਜਾਗਰੂਕਤਾ ਜਿਹੜੀ ਹੈਗੀ ਤੁਸੀਂ ਵਲੰਟਰੀਲੀ ਵਰਕ ਹੀ ਹੋਊਗਾ। ਜੇ ਉਹਦੇ 'ਚ ਆਪਾਂ ਪੈਸਾ ਇਨਵੋਲਵ ਕਰ ਲਈਏ, ਉਹ ਜਾਗਰੂਕਤਾ ਉਹ ਕਿਸੇ ਹੋਰ ਪਾਸੇ ਚਲੀ ਜਾਣੀ ਹੈ ਗੱਲ। ਉਹਦੇ ਲਈ ਸਾਨੂੰ ਚਾਹੇ ਸਮਾਜ ਸੇਵੀ ਜਿਹੜੇ ਲੋਕ ਨੇ, ਜਥੇਬੰਦੀਆਂ ਨੇ, ਅਸੀਂ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਨੂੰ ਇਹ ਸਮਝਾ ਕੇ ਗੱਲਬਾਤ, ਹੈ ਨਾ, ਵੀ ਅਸੀਂ ਉਹਨੂੰ ਕਿਵੇਂ ਮਤਲਬ ਕਿ ਜਲਦੀ ਤੋਂ ਜਲਦੀ ਵੱਧ ਲੋਕਾਂ ਤੱਕ ਕਿਵੇਂ ਪਹੁੰਚਾ ਸਕਦੇ ਹਾਂ, ਸਾਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਸੀਗੀਆਂ ਜੀ ਮੇਰੀਆਂ। ਜੀ ਕੁਲਦੀਪ ਜੀ, ਤੁਹਾਡੇ ਵਿਚਾਰ?
ਪਹਿਲੀ ਵਾਰੀ ਜੁੜੇ ਨੇ, ਕਾਫੀ ਉਹਨਾਂ ਨੂੰ ਮੈਂ ਕਿਹਾ ਸੀ ਬਾਅਦ ਚ ਟਾਈਮ ਦਿੰਦੇ ਆ, ਕਿੰਨਾ ਕੁ ਉਹਨਾਂ ਨੂੰ ਪਤਾ ਲੱਗਿਆ ਗੱਲ ਦਾ। ਸਤਿੰਦਰ ਜੀ ਪਹਿਲਾਂ ਦਵਾਈ ਹੁੰਦੇ ਸੀ, ਅੱਜ ਕੱਲ੍ਹ ਕੈਨੇਡਾ ਨੇ ਸਤਿੰਦਰ ਦੀ ਟੀਮ ਵਾਲੀ। ਹਾਂਜੀ ਸਤਿੰਦਰ ਜੀ। ਚਲੋ ਅਨਮਿਊਟ ਨਹੀਂ ਹੋ ਪਾ ਰਹੇ, ਮੈਨੂੰ ਲੱਗਦਾ ਉਹ ਵੀ ਕੋਈ ਪ੍ਰੋਬਲਮ ਹੋਣੀ ਹੈ। ਤੁਸੀਂ ਆਪਣੇ ਵਿਚਾਰ। ਹਾਂਜੀ ਮੇਰੇ ਵਿਚਾਰ ਤਾਂ ਇਹੀ ਹੈ ਜੀ, ਵੀ ਮੈਂ ਕਹਿੰਦਾ ਵੀ ਜਿਹੜਾ ਹੈਗਾ ਜਿਵੇਂ ਸੁਖਵਿੰਦਰ ਕਿੰਗਰਾ ਜੀ ਨੇ ਵੀ ਕਿਹਾ ਗਾ ਕਿ ਸਾਡੀਆਂ ਟ੍ਰੇਨਿੰਗਾਂ ਦਾ ਵੀ ਪ੍ਰਬੰਧ ਕੀਤਾ ਜਾਵੇ, ਤੇ ਅਮਨਜੀਤ ਛੀਨੀਵਾਲ ਜੀ ਨੇ ਵੀ ਕਿਹਾ ਵੀ ਸਾਨੂੰ ਵਿਉਂਤਬੰਦ ਤਾਂ ਲਿਖਣੀ ਪਊਗੀ ਵੀ ਆਪਾਂ ਲੋਕਾਂ ਨੂੰ, ਜਾਂ ਤਾਂ ਉਹੀ ਗੱਲ ਬਈ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਵੱਡੇ ਪੱਧਰ ਤੇ ਕਿ ਅਸੀਂ ਉਹਨਾਂ ਨੂੰ ਕਹਿ ਦਈਏ ਵੀ ਇੰਨਾ ਪ੍ਰੋਫਿਟ ਤੁਹਾਨੂੰ ਕੱਢ ਕੇ ਦੇਵਾਂਗੇ। ਇਹ ਦੋਨੇ ਤਿੰਨੇ ਸੁਝਾਅ ਠੀਕ ਨੇ, ਤੇ ਕਿੰਗਰਾ ਜੀ ਵਾਲੇ ਵੀ ਠੀਕ ਹੈ, ਸੀਨੀਵਾਲ ਜੀ ਵਾਲੇ ਵੀ ਗੱਲ ਹੈ। ਤੇ ਬਾਕੀ ਚੇਤਨ ਜੀ ਜੇ ਆਪਣੇ ਵੀਰ ਜੀ ਚਲੇ ਗਏ ਨੇ, ਉਹ ਕੀ ਸੀ ਨਾਮ ਉਹਨਾਂ ਦਾ ਵਿੱਚੋਂ? ਮਨਿੰਦਰ। ਹਾਂਜੀ ਹਾਂਜੀ, ਉਹ ਸ਼ਾਇਦ ਚਲੇ ਗਏ ਨੇ। ਤੇ ਕਰਮਦੀਪ ਵੀ ਚਲਾ ਗਿਆ। ਹਾਂਜੀ ਹਾਂਜੀ, ਉਹ ਵੀ ਚਲੇ ਗਏ ਨੇ, ਟਾਈਮ ਵੀ 9 ਵਜੇ ਚੱਲੇ ਨੇ। ਕੰਕਲੂਡ ਕਰੀਏ? ਹਾਂ ਇਹ ਕਰੀਏ, ਤੇ ਆਪਾਂ ਇਹਦਾ ਕੋਈ ਨਾ ਕੋਈ ਇਹ ਵੀ ਕਰੀਏ। ਮੈਂ ਤਾਂ ਸੋਚਦਾ ਜੇ ਨਾ ਵੀ ਤਾਂ ਕੋਈ ਦੇਣ ਸਾਰਿਆਂ ਦੀ ਰਾਏ ਨਾਲ ਇਹ ਰੱਖ ਲਓ ਕਿ ਭਾਵੇਂ ਇੱਕ ਦਿਨ ਪੂਰਾ ਹੀ ਲਾ ਲਓ। ਨਹੀਂ ਕੋਈ ਨਹੀਂ ਉਹਨਾਂ ਕੋਲ ਵੀ ਟਾਈਮ, ਉਹ ਪਤਾ ਕੀ ਆ, ਉਹ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢਦੇ ਆ ਨਾ। ਹਾਂ ਟਾਈਮ ਕਈ ਵਾਰੀ ਕੋਈ ਟਾਈਮ ਇਹੋ ਜਿਹਾ ਸੈੱਟ ਕੀਤਾ ਜਾ ਕਰ ਲਿਆ ਜਾਵੇ, ਕੋਈ ਦੇਣਾ ਇਹ ਜਾ ਕਿ ਆਪਾਂ ਲੰਬਾ ਸਮਾਂ ਲਾ ਲਈਏ। ਚਲੋ ਇਹ ਵੀ ਠੀਕ ਹੈ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਸਤਿੰਦਰ ਜੀ। ਸੋ ਬਹੁਤ ਧੰਨਵਾਦ, ਤੁਸੀਂ ਸਾਰਿਆਂ ਨੇ ਪੰਜਾਬ ਦੇ ਭਲੇ ਦੀ ਗੱਲ ਸ਼ੁਰੂ ਕੀਤੀ ਹੈ। ਕੱਲ ਨੂੰ ਸਾਡਾ ਇੱਕ ਇਹਦੇ ਨਾਲ ਰਲਦੀ ਮਿਲਦੀ ਗੱਲ ਮੈਂ ਕਰਦੇ ਹਾਂ, ਪੰਜਾਬੀ ਮਾਂ ਬੋਲੀ ਦਿਨ ਵੀ ਹੈ। ਉਹ ਜੋ ਸਾਨੂੰ ਸਾਡੇ ਪੁਰਖਿਆਂ ਬਜ਼ੁਰਗਾਂ ਨੇ ਦਿੱਤਾ, ਉਹਨੂੰ ਵੀ ਹਮੇਸ਼ਾ ਅਸੀਂ ਸਾਂਭ ਕੇ ਰੱਖੀਏ, ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ ਜੀ। ਸੋ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਇਹ ਬਹੁਤ ਵਧੀਆ, ਔਰ ਇਹਨੂੰ ਪਿੰਡਾਂ ਦੇ ਵਿੱਚ ਆਪਾਂ ਇਹਦਾ ਪ੍ਰਚਾਰ ਕਰੀਏ। ਔਰ ਜਦੋਂ ਵੀ ਜਿਸ ਫਰੰਟ ਤੇ ਅਸੀਂ ਲੜਾਈ ਲੜਨੀ ਹੈ, ਜਿੱਦਾਂ ਦਾ ਸਾਜੋ ਸਮਾਨ ਦੁਸ਼ਮਣ ਕੋਲੇ ਹੈ, ਉਹਦੇ ਨਾਲ ਤਾਂ ਸਾਨੂੰ ਜ਼ਰੂਰ ਚਾਹੀਦਾ, ਜੇਕਰ ਅੰਦਰੋਂ ਨਹੀਂ ਤਾਂ ਬਾਹਰੋਂ ਉਹਦੀ ਸ਼ਕਲ ਜ਼ਰੂਰ ਉਹਦੇ ਵਰਗੀ ਹੋਵੇ ਉਨੀ, ਤਾਂ ਕਿ ਉਹਦੇ ਤੇ ਉਹ ਨਾ ਅਸਰ ਛੱਡੇ। ਜੇਕਰ ਸਾਨੂੰ ਕੰਪਨੀਆਂ ਨੇ ਬੋਦਰ ਕੀਤਾ ਤੇ ਕੰਪਨੀਆਂ ਹੀ ਬੋਦਰ ਕਰ ਰਹੀਆਂ, ਤੇ ਸਾਨੂੰ ਵੀ ਇੱਕ ਕੰਪਨੀ ਬਣਾ ਕੇ ਇਹ ਜੰਗ ਲੜਨੀ ਚਾਹੀਦੀ ਹੈ। ਕੰਪਨੀ ਕਹਿ ਲਓ ਜਾਂ NGO ਕਹਿ ਲਓ ਜਾਂ ਸਰਬੱਤ ਦਾ ਭਲਾ ਕਹਿ ਲਓ, ਨਾਂ ਦੇ ਵਿੱਚ ਕੁਛ ਨਹੀਂ, ਗੱਲ ਤਾਂ ਨੀਅਤ ਦੀ ਹੈ। ਜਿਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਹੁੰਦੇ, ਡਾਕਟਰ ਵੀ ਸ਼ੁਰੇ ਨਾਲ ਢਿੱਡ ਪਾੜਦਾ ਤੇ ਡਾਕੂ ਵੀ ਪਾੜਦਾ, ਫਰਕ ਨੀਅਤ ਦੇ ਵਿੱਚ ਹੈ। ਮੈਂ ਇਹ ਮਹਿਸੂਸ ਕਰਦਾ, ਜਿੰਨੀ ਕੁ ਉਮਰ ਦੇ ਤਕਾਜ਼ੇ ਦੇ ਨਾਲ ਜਾਂ ਜਿੰਨੇ ਕੁ ਸਾਂਝੇ ਕੰਮਾਂ ਦੇ ਵਿੱਚ ਵਿਚਰੇ ਆ, ਜਦੋਂ ਵੀ ਸਾਨੂੰ ਢਾਹ ਲੱਗੀ ਇਹਨਾਂ ਸਾਰੇ ਕੰਮਾਂ ਦੇ ਵਿੱਚ, ਉਦੋਂ ਹੀ ਲੱਗੀ ਹੈ ਜਦੋਂ ਸਾਡੀ ਈਗੋ ਤੇ ਮੈਂ ਮੇਰੀ ਵੱਡੀ ਹੋ ਗਈ। ਜਿਸ ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਉਹ ਜੰਗ ਦੇ ਵਿੱਚ ਤਲਵਾਰ ਲੈ ਕੇ ਸਭ ਤੋਂ ਮੂਹਰੇ ਹੁੰਦਾ ਸੀ, ਤੇ ਜਦੋਂ ਅੰਗਰੇਜ਼ਾਂ ਦੇ ਨਾਲ ਉਹਦੀ ਗੱਲਬਾਤ ਚੱਲਦੀ ਹੈ ਤੇ ਬਾਹਰ ਆ ਕੇ ਸਿੰਘ ਗੋਲੀਆਂ ਚਲਾਉਂਦੇ ਆ, ਤੇ ਉਹਨਾਂ ਨੂੰ ਸਵਾਲ ਕੀਤਾ ਵੀ ਇਹ ਕੌਣ? ਉਹ ਕਹਿੰਦਾ ਵੀ ਅਕਾਲ ਪੁਰਖ ਦੀ ਫੌਜ ਹੈ। ਉਹ ਕਹਿੰਦਾ ਵੀ ਇਹ ਕਹਿੰਦਾ ਮੇਰੇ ਕੰਟਰੋਲ 'ਚ ਨਹੀਂ। ਜਾਣੀ ਐਸ ਪੱਧਰ ਦਾ ਮਨ ਨੀਵਾਂ ਰੱਖਣਾ ਤੇ ਸੁਰਤ ਐਡੀ ਉੱਚੀ ਹੋਣੀ ਵੀ ਕਿੱਥੋਂ ਤੱਕ ਉਹਨਾਂ ਨੇ ਜਿਹੜਾ ਰਾਜ ਕਾਇਮ ਕੀਤਾ ਹੈ, ਸਾਨੂੰ ਉਹ ਗੱਲ ਸਮਝਣ ਦੀ ਲੋੜ ਹੈ। ਸਾਡੇ ਪੁਰਖੇ ਬੜੇ ਸਿਆਣੇ ਤੇ ਸੂਝਵਾਨ ਤੇ ਬੜੇ ਦੂਰ ਅੰਦੇਸ਼ ਸੀ। ਜਿਵੇਂ ਹੀ ਸਾਡੇ ਸਿਰ ਤੋਂ ਉਹਨਾਂ ਦਾ ਸਾਇਆ ਗਿਆ, ਅਸੀਂ ਬਗਾਨਿਆਂ ਦੇ ਵੱਸ ਪਏ। ਅੱਜ ਸਾਨੂੰ ਕਈ ਵਾਰੀ ਇਹਨਾਂ ਕੰਟਰੀਆਂ ਦੀਆਂ ਜਿਨ੍ਹਾਂ 'ਚ ਸਾਨੂੰ ਬਹਿਣਾ ਪੈ ਰਿਹਾ, ਇਹਨਾਂ ਦੀ ਛੋਟੀ ਛੋਟੀ ਗੱਲ ਵੀ ਬਹੁਤ ਵੱਡੀ ਲੱਗਦੀ ਹੈ। ਔਰ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ, 25 ਸਾਲ ਹੋ ਗਏ ਮੈਨੂੰ ਪਿੰਡ ਛੱਡੇ ਨੂੰ, 25 ਸਾਲ ਤੋਂ ਮੈਂ ਪ੍ਰਦੇਸ਼ 'ਚ ਹਾਂ। ਮੈਨੂੰ ਗੁਰੂ ਪਾਤਸ਼ਾਹ ਦਾ ਪਾਵਨ ਵਾਕ ਯਾਦ ਆ ਜਾਂਦਾ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਜਦੋਂ ਵੀ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਹਾਂ, ਸਾਡਾ ਜਿਹੜਾ ਗੱਲਬਾਤ ਕਰਨ ਦਾ ਤੌਰ ਤਰੀਕਾ ਅੰਦਾਜ਼ ਹੈ,
ਉਹ ਉਹੀ ਹੋਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਇਸ ਮੀਟਿੰਗ ਦੇ ਵਿੱਚ ਵੀ ਜਿੰਨੇ ਸਿੰਘ ਬੈਠੇ ਆ, ਉਹ ਮੇਰਾ ਖਿਆਲ ਪੰਜਾਬ ਨੂੰ ਬਿਲੋਂਗ ਕਰਦੇ ਤੇ ਤਾਂ ਹੀ ਪੰਜਾਬ ਦਾ ਦਰਦ ਕਰਦੇ ਆ, ਤੇ ਉਸੇ ਜ਼ੁਬਾਨ ਦੇ ਵਿੱਚ ਅਸੀਂ ਸੋਹਣੇ ਤਰੀਕੇ ਨਾਲ ਇਹ ਕਾਰਜ ਕਰ ਸਕਾਂਗੇ। ਇਹਦੇ ਲਈ ਜਿਸ ਤਰ੍ਹਾਂ ਵੀਰ ਜੀ ਨੇ ਪੈਸਿਆਂ ਦੀ ਗੱਲ ਕੀਤੀ ਸੀ, ਫੰਡ ਆਪਾਂ ਨੂੰ ਅਰੇਂਜ ਕਰਨਾ ਪੈਣਾ, ਔਰ ਇਹਦੇ ਵਿੱਚ ਜਿਹੜੇ ਬੰਦੇ ਸੇਵਾ ਕਰਨੇ ਚਾਹੁੰਦੇ, ਉਹ ਕੋਈ ਵੀ ਬੇਰੁਜ਼ਗਾਰ ਨਾ ਹੋਵੇ। ਸਾਰੇ ਬੰਦੇ ਆਪੋ ਆਪਣੇ ਰੁਜ਼ਗਾਰਾਂ ਤੇ ਹੋਣ। ਰੁਜ਼ਗਾਰ ਦੇ ਵਿੱਚੋਂ ਰਹਿੰਦੇ ਅਸੀਂ ਤਨ ਮਨ ਤੇ ਧਨ ਦੀ ਸੇਵਾ ਕਰਾਂਗੇ ਤਾਂ ਕਿਸੇ ਮੁਕਾਮ ਤੇ ਪਹੁੰਚ ਸਕਾਂਗੇ। ਤੇ ਜੇਕਰ ਅਸੀਂ ਇਸ ਭਲੇ ਦੇ ਜ਼ਰੀਏ ਨੂੰ ਆਪਣੀ ਪੌੜੀ ਬਣਾਵਾਂਗੇ ਤਾਂ ਸੁਭਾਵਿਕ ਸਾਡੇ ਪੈਰ ਤਿਲਕਣਗੇ। ਮੇਰਾ ਤਜਰਬਾ ਤੇ ਇਹੀ ਕਹਿੰਦਾ। ਬਾਕੀ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਹੀ ਕਰੂੰਗਾ ਜਿਨ੍ਹਾਂ ਨੇ ਤੁਸੀਂ ਏਡੀ ਸੋਹਣੀ ਤੇ ਉਦਮ ਸਾਫ਼ ਸੁਥਰੀ ਪਾਕ ਸੋਚ ਦੇ ਨਾਲ ਇਹ ਕਾਰਜ ਸ਼ੁਰੂ ਕੀਤਾ। ਆਪਣੇ ਪੰਜਾਬ ਨੂੰ ਆਪਣੇ ਆਪ ਨੂੰ ਬਚਾਉਣ ਦਾ ਆਪਾਂ ਯਤਨ ਕਰ ਰਹੇ ਹਾਂ, ਆਪਾਂ ਕਿਸੇ ਨੂੰ ਬਚਾਉਣ ਦਾ ਯਤਨ ਨਹੀਂ ਕਰ ਰਹੇ। ਇਹ ਵੀ ਅਸੀਂ ਹਮੇਸ਼ਾ ਖਿਆਲ ਰੱਖਣਾ। ਸਾਡੀਆਂ ਹੋਂਦ, ਸਾਡੀਆਂ ਨਸਲਾਂ ਤੇ ਸਾਡੀ ਹੋਂਦ ਜਿਹੜੀ ਉਹ ਖਤਰੇ ਦੇ ਵਿੱਚ ਹੈ, ਔਰ ਸਾਨੂੰ ਵਿਵੇਕਹੀਨ ਵੀ ਕੀਤਾ ਗਿਆ। ਇਹ ਵੀ ਕੌੜਾ ਸੱਚ ਹੈ ਕਿ ਸਾਨੂੰ ਅੱਜ ਗਲਤ ਤੇ ਸਹੀ ਦੀ ਪਰਖ ਕਰਨੀ ਵੀ ਕਾਫੀ ਔਖੀ ਹੋਈ ਪਈ ਹੈ, ਔਰ ਸਾਨੂੰ ਗੁੜ ਦੇ ਵਿੱਚ ਲਪੇਟ ਕੇ ਜ਼ਹਿਰ ਬੜੇ ਆਰਾਮ ਦੇ ਨਾਲ ਦੇ ਦਿੱਤੇ ਜਾਂਦੇ ਨੇ। ਇੱਕ ਪਾਸੇ ਅਸੀਂ ਕਿਸਾਨ ਮੋਰਚੇ ਦੇ ਵਿੱਚ ਦਿੱਲੀ ਡਟੇ ਹੋਏ ਹਾਂ, ਸਾਡੀ ਪੱਗ ਤੇ ਆਬਰੂ ਨੂੰ ਹੱਥ ਪਾਇਆ। ਦੂਜੇ ਪਾਸੇ ਆ ਜਿਹੜੀਆਂ ਵੋਟਾਂ ਪਈਆਂ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ, ਜਿਨ੍ਹਾਂ ਦਾ ਕੋਈ ਮੂੰਹ ਮੁਹਾਂਦਰਾ ਹੀ ਨਹੀਂ, ਜਿਨ੍ਹਾਂ ਦੇ ਨਾਲ ਕੁਝ ਵੀ ਨਹੀਂ ਹੋ ਸਕਦਾ, ਉਹਦੇ ਪਿੱਛੇ ਲੱਥੀਆਂ ਪੱਗਾਂ ਤੇ ਬੀਬੀਆਂ ਦੀ ਹੋਈ ਬੇਪਤ। ਉੱਥੋਂ ਇੱਕ ਸ਼ੰਕਾ ਵੀ ਖੜਾ ਹੁੰਦਾ ਵੀ ਜਿਹੜਾ ਸਾਡਾ ਬੌਧਿਕ ਪੱਧਰ ਦਾ ਨੀਵਾਂ ਪਾਣਾ ਕਿਸ ਹੱਦ ਤੱਕ ਆ ਗਿਆ। ਸਾਨੂੰ ਇਹ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਕਿੱਥੇ ਕਿਹੜੇ ਵੇਲੇ ਕੀ ਫੈਸਲਾ ਲੈਣਾ। ਸੋ ਇਹ ਸਾਰੀਆਂ ਵਿਚਾਰਾਂ ਸਾਨੂੰ ਕਰਨੀਆਂ ਪੈਣਗੀਆਂ। ਜਦੋਂ ਸਾਡੇ ਵਿਰੋਧੀ ਨੇ ਸਾਡੇ ਤੇ ਹਮਲਾ ਕੀਤਾ, ਜਿਵੇਂ ਤੁਸੀਂ ਪ੍ਰੋਫੈਸਰ ਸਾਹਿਬ ਦੀ ਗੱਲ ਕਰਦੇ, ਉਹਨਾਂ ਨੇ ਦੱਸਿਆ ਉਹਨਾਂ ਨੇ ਸਾਡਾ ਹਥਿਆਰ 3 ਆਨੇ ਨੂੰ ਤੇ ਕਾਇਦਾ 6 ਆਨੇ ਨੂੰ ਖਰੀਦਿਆ। ਇਹਦਾ ਮਤਲਬ ਸਾਡੇ ਕੋਲੇ ਜਿਹੜੇ ਆਪਣੇ ਮਹਿੰਗੇ ਸ਼ਬਦ ਸੀਗੇ, ਪੁਰਖਿਆਂ ਦਾ ਸਿਧਾਂਤ ਸੀ, ਇਤਿਹਾਸ ਸੀ, ਉਹ ਵੀ ਸਾਥੋਂ ਦੂਰ ਹੋਇਆ, ਜਿਹਦੇ ਕਰਕੇ ਅਸੀਂ ਪਰੇਸ਼ਾਨ ਹੋਏ। ਸੋ ਸਾਡੀ ਪਰੇਸ਼ਾਨੀ ਦਾ ਕਾਰਨ ਇੱਕ ਨਹੀਂ, ਜਿਸ ਤਰ੍ਹਾਂ ਮੈਂ ਪੰਜਾਬੀ 'ਚ ਉਦਾਹਰਨ ਦਿੰਦਾ ਹੁੰਦਾ ਵੀ ਜਦੋਂ ਛੋਟੇ ਬੱਚਿਆਂ ਦੇ ਮਾਂ ਪਿਓ ਚੜ੍ਹਾਈ ਕਰ ਜਾਣ ਤਾਂ ਆਂਢ ਗੁਆਂਢ ਤੇ ਚਾਚੇ ਤਾਏ ਤੇ ਨਾਨਕਿਆਂ ਦੀ ਮਰਜ਼ੀ ਹੈ, ਚਾਹੇ ਉਹ ਸੀਰੀ ਲਾ ਦੇਣ ਤੇ ਚਾਹੇ ਉਹਨਾਂ ਨੂੰ ਅਫਸਰ ਬਣਾ ਦੇਣ। ਸੋ ਇਹ ਸਾਰੇ ਗੱਲਾਂ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ ਅੱਗੇ ਵਧਾਂਗੇ। ਤੁਹਾਡਾ ਸਾਰਿਆਂ ਦਾ ਇਸ ਸਾਂਝੀ ਸਾਥ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਜਦਾ ਹੈ, ਸਲੂਟ ਹੈ ਕਿ ਤੁਸੀਂ ਬਹੁਤ ਸੋਹਣਾ ਉਪਰਾਲਾ ਕਰਨ ਜਾ ਰਹੇ ਹੋ, ਔਰ ਇਹ ਹੋ ਜਾਊਗਾ, ਕੋਈ ਐਡੀ ਵੱਡੀ ਗੱਲ ਨਹੀਂ। ਇਹਦੇ ਲਈ ਟੀਮ ਵਰਕ ਬਣਾ ਕੇ ਆਪਾਂ ਜਿਹੜੇ ਪ੍ਰੋਫੈਸ਼ਨਲ ਬੰਦੇ ਜਿਹੜੇ ਇਸ ਕੰਮ ਦੇ ਮਾਹਰ ਹੈ ਉਹਨਾਂ ਨੂੰ ਆਪਾਂ ਮੂਹਰੇ ਲਾਵਾਂਗੇ। ਅਸੀਂ ਪਿੱਛੇ ਲੱਗਾਂਗੇ ਕਿਉਂਕਿ ਜਦੋਂ ਵੀ ਕੋਈ ਫੌਜ ਜੰਗ ਲੜਦੀ ਹੈ ਉਹਦੇ ਵਿੱਚ ਲਾਂਗਰੀ ਤੋਂ ਲੈ ਕੇ ਕਮਾਂਡਰ ਤੱਕ ਸਾਰਿਆਂ ਦਾ ਰੋਲ ਹੁੰਦਾ, ਪਰ ਲਾਂਗਰੀ ਦਾ ਰੋਲ ਕਰੇ, ਫੌਜੀ ਮੋਰਚੇ ਦਾ ਤੇ ਕਮਾਂਡਰ ਕਮਾਂਡਿੰਗ ਦਾ ਕਰੇ ਤਾਂ ਹੀ ਵਧੀਆ ਹੁੰਦਾ। ਸਾਡੀ ਪ੍ਰੋਬਲਮ ਕਿੱਥੇ ਆ ਜਾਂਦੀ ਹੈ, ਜਿਹੜਾ ਮੇਰੇ ਵਰਗੇ ਨੂੰ ਪਤਾ ਕੁਛ ਨਹੀਂ, ਫਿਰ ਉਹ ਕਹਿੰਦਾ ਮੈਨੂੰ ਮੋਢੀ ਬਣਾ ਦਿਓ ਸਾਰੇ ਕਾਸੇ ਦਾ। ਤੇ ਜੇਕਰ ਜਿਹੜੇ ਜਿਸ ਤਰ੍ਹਾਂ ਵੀਰ ਅਵਤਾਰ ਸਿੰਘ ਹੋਰੀ ਜਿਨ੍ਹਾਂ ਨੇ ਮੁੱਢ ਬੰਨਿਆ, ਉਹਨਾਂ ਨੂੰ ਅੱਗੇ ਲਾ ਕੇ ਤੇ ਨਾਲ ਆਪਾਂ ਪਾਸਿਓਂ ਸਪੋਰਟ ਕਰੀਏ ਜਿਹੜੇ ਕੰਮ ਦੀ ਕਰ ਸਕਦੇ ਹਾਂ। ਪੈਸਿਆਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ। ਗੁਰੂ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਦਸਵੰਧ ਦਾ ਸਾਨੂੰ ਉਹਨਾਂ ਨੇ ਸ਼ੁਰੂ ਤੋਂ ਢੰਗ ਤੇ ਤਰੀਕਾ ਦੱਸਿਆ ਵੀ ਦਸਵੰਧ ਦੇ ਨਾਲ ਤੁਹਾਡੇ ਸਾਰੇ ਕਾਰਜ ਹੋਣੇ ਆ। ਤੇ ਜਦੋਂ ਅਸੀਂ 2 ਸਾਲ ਇਸ ਕੰਮ ਦੇ ਵਿੱਚ ਮਿਹਨਤ ਕਰਾਂਗੇ, ਸਾਰੇ ਰੁਜ਼ਗਾਰ ਵਾਲੇ ਹੋਵਾਂਗੇ, ਆਪਦੇ ਕੰਮ ਦੇ ਵਿੱਚੋਂ ਦਸਵੰਧ ਕੱਢ ਕੇ ਅਸੀਂ ਇੱਧਰੋਂ ਤੁਰਾਂਗੇ ਤੇ ਉਹਦਾ ਸਾਨੂੰ ਇੱਕ ਨਾ ਇੱਕ ਦਿਨ ਚੰਗਾ ਰਿਜ਼ਲਟ ਜਿਹੜਾ ਸੋਹਣਾ ਸਮਾਂ ਵੇਖਣ ਨੂੰ ਨਸੀਬ ਹੋਊਗਾ। ਸੋ ਇਹ ਮੇਰੀਆਂ ਵਿਚਾਰਾਂ ਸੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਬਾਕੀ ਅਗਲੀ ਜਦੋਂ ਆਪਣੀ ਮੀਟਿੰਗ ਹੋਊ ਉਹਦੇ ਵਿੱਚ ਫੇਰ ਸਾਰਿਆਂ ਦੇ ਦਰਸ਼ਨ ਕਰਾਂਗੇ। ਧੰਨਵਾਦ ਜੀ, ਮਿਹਰਬਾਨੀ ਸਤਿੰਦਰ ਸਿੰਘ ਜੀ। ਹਾਂਜੀ ਡਾਕਟਰ ਸਾਹਿਬ। ਹਾਂਜੀ, ਆਪਾਂ ਹੁਣ ਕਰੀਏ ਫਿਰ ਸਮਾਪਤੀ ਵੱਲ ਨੂੰ। ਹਾਂਜੀ। ਸਾਰੇ ਵੀਰਾਂ ਨੇ ਬਹੁਤ ਵਧੀਆ ਸੁਝਾਅ ਦਿੱਤੇ, ਬੜੀ ਖੁਸ਼ੀ ਹੋਈ ਆ ਕਿ ਸਿੰਘ ਨੂੰ ਵੀ ਜੁੜ ਗਏ ਨੇ, ਇਸ ਤਰ੍ਹਾਂ ਬਾਕੀ ਵੀ ਜੁੜ ਜਾਣਗੇ। ਇਹ ਸਨੰਬਰ ਬੇਨਤੀ ਹੈ ਜਿਹੜੇ ਵੀਰ ਨਹੀਂ ਜੁੜ ਸਕੇ, ਆਪਾਂ ਜਿਹੜੀਆਂ ਅੱਜ ਦੀਆਂ ਪ੍ਰੋਸੀਡਿੰਗਾਂ ਹੈਗੀਆਂ ਉਹਨਾਂ ਨੂੰ ਭੇਜ ਦਈਏ, ਉਹ ਫਿਰ ਆਪਣਾ ਨਜ਼ਰੀਆ ਇੱਥੇ ਤੈਅ ਕਰ ਲੈਣਗੇ। ਉਹਦੇ ਨਾਲ ਇੱਕ ਗੱਲ ਵਿਸ਼ੇਸ਼ ਤੌਰ ਤੇ ਤੈਅ ਆ ਆਪਣੇ ਸਰਦਾਰ ਕੁਲਦੀਪ ਸਿੰਘ ਜੀ, ਜਿਹੜੇ ਆਪਣੇ ਇੱਧਰੋਂ ਮੈਂਬਰ ਨੇ ਨਾ, ਤੁਸੀਂ ਹੋਏ, ਅਵਤਾਰ ਸਿੰਘ ਹੋਣੀ, ਬੂਟਾ ਸਿੰਘ ਹੋਇਆ, ਸੁਖਵਿੰਦਰ ਹੋ ਗਿਆ, ਮੈਂ ਵੀ ਹੋ ਗਿਆ। ਤੁਹਾਨੂੰ ਕਿੰਨੇ ਕੁ ਪੈਸੇ ਦੀ ਲੋੜ ਆ ਕੰਮ ਚਲਾਉਣ ਵਾਸਤੇ? ਹੈ ਨਾ ਬਾਬੇ ਦੀ ਕਿਰਪਾ। ਹਾਂਜੀ ਬਿਲਕੁਲ। ਨਿਰੰਤਰ ਉਸ ਮਿਸ਼ਨ ਤੇ ਆਪਾਂ ਤੁਰੇ ਰਹੀਏ। 27 ਤਰੀਕ
ਸ਼ਨੀਵਾਰ ਨੂੰ ਆਪਾਂ ਘੱਲ ਕਲਾਂ ਵਿੱਚ ਖੇਤੀ ਸੰਗਠਨ 11 ਵਜੇ ਕਰਨਾ। ਇਹ ਵੀਰਾਂ ਦਾ ਬੜਾ ਬੜਾ ਧੰਨਵਾਦ, ਲੱਗੇ ਹੋਏ ਨੇ। ਅਗਲੀ ਮੀਟਿੰਗ ਵਿੱਚ ਫਿਰ ਇੱਕ ਕਰਾਂਗੇ। ਗੱਲ ਸਹੀ ਆ, ਬੜੇ ਐਨਾਲਿਟੀਕਲ ਸਵਾਲ ਆਏ ਨੇ ਤੇ ਡਿਸਕਸ਼ਨ ਬੜੀਆਂ ਹੈਲਦੀ ਹੋਈਆਂ ਨੇ। ਮਨਿੰਦਰਾ ਨੇ ਉਹ ਸਵਾਲ ਕੀਤੇ ਨੇ ਜਿਹੜੇ ਬੜੇ ਵਾਜਬ ਨੇ, ਜਿਹੜੇ ਜੜਾ ਡੂੰਘੀਆਂ ਕਰਦੀਆਂ, ਇਸ ਤਰ੍ਹਾਂ ਬਾਕੀ ਸੱਜਣਾ ਨੇ ਵੀ। ਸੋ ਬੜਾ ਬੜਾ ਧੰਨਵਾਦ। ਅਗਲੇ ਐਤਵਾਰ ਨੂੰ ਵੀ ਇਹਦੇ ਤੇ ਆਪਾਂ ਵਿਸ਼ੇ ਤੇ ਆਰਗੇਨਾਈਜੇਸ਼ਨ ਕਿਹੋ ਜਿਹੀ ਹੋਵੇ ਉਹ ਤੇ ਗੱਲ ਕਰਾਂਗੇ। ਪਰ ਮਤ ਭੁੱਲੋ ਮੇਰੇ ਵੀਰੋ, ਦੁਨੀਆ ਵਿੱਚ ਨਹੀਂ ਕੋਈ ਪੈਦਾਵਾਰੀ ਸਿਸਟਮ ਜੋ ਇਹ ਸਿਸਟਮ ਹੈ। ਨੰਬਰ 1। ਨੰਬਰ 2, ਇਹ ਚੱਲਣਾ ਹੀ ਚੱਲਣਾ। ਪਾਰਟੀਸਪੇਸ਼ਨ ਆਫ ਇੰਡੀਵਿਜੂਅਲ ਜਾਂ ਓਵਰਆਲ ਗਰੁੱਪ ਕੀ ਹੁੰਦੀ ਆ, ਉਹਦੇ ਵਿੱਚ ਸਾਡੀ ਇੱਕ ਗੱਲ ਤਾਂ ਹੋ ਸਕਦੀ ਆ ਕਿ ਫਾਸਟ ਟੈਸਟ ਜਿਹੜੀ ਹੈਗੀ ਆ ਉਹ ਸਿਸਟਮ ਵਿੱਚ ਆਵੇ ਤੇ ਸਾਰੇ ਲੋਕਾਂ ਨੂੰ ਛੇਤੀ ਰਿਲੀਫ ਮਿਲੇ, ਸਾਰੀ ਦੁਨੀਆ ਨੂੰ ਰਿਲੀਫ ਮਿਲੇ। ਪਰ ਇਹੋ ਜਿਹੀ ਗੱਲ ਕੋਈ ਨਹੀਂ ਕਿ ਅਸੀਂ ਜ਼ਿੰਦਗੀ ਫੇਲ ਹੋ ਜਾਵਾਂਗੇ, ਜੰਮੇ ਨਹੀਂ ਹੋ ਜਾਣ। ਬਿਲਕੁਲ ਠੋਕ ਕੇ ਲੱਗੇ ਹੋਏ ਆ, ਠੋਕ ਕੇ ਲੱਗੇ ਰਹਾਂਗੇ। ਆਸਪੈਕਟ ਸਿਰਫ ਹਲੇ ਤੱਕ ਲੋਕਾਂ ਦੀ ਚੇਤਨਤਾ ਨੂੰ ਬਦਲਦਾ ਆ, ਇਹ ਤੋਂ ਵੱਧ ਕੋਈ ਨਹੀਂ। ਮੈਦਾਨ ਵਿੱਚ ਡਟੇ ਹੋਏ ਆ, ਮੈਦਾਨ ਵਿੱਚ ਡਟੀ ਹੋਈ ਟੀਮ ਨੂੰ ਵੱਧ ਪਤਾ ਹੁੰਦਾ ਕਿ ਕਿਸ ਪਲੇਅਰ ਨੇ ਕਿੱਥੇ ਖੇਡਣਾ। ਇਸ ਕਰਕੇ ਅਗਲੀ ਮੀਟਿੰਗ ਦੇ ਵਿੱਚ ਵੀ ਆਪਾਂ ਇਹ ਤੇ ਜਿਹੜੇ ਵੀਰਾਂ ਸੁਝਾਅ ਹੋਏ ਨੇ ਉੱਤੇ ਸੁਝਾਵਾਂ ਨੂੰ ਇਕੱਠੇ ਕਰਕੇ ਗਾਂਹ ਅਡਵਾਂਸ ਹੋਵਾਂਗੇ। ਧੰਨਵਾਦ ਬਹੁਤ ਬਹੁਤ। ਤੇ ਬਾਬੇ ਦਾ ਛੜੀਏ ਜਕਾਰਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦਾ ਬੜਾ। ਵੀਰ ਜੀ, ਆ ਰਿਕਾਰਡਿੰਗ ਦਾ ਵੀ ਲਿੰਕ ਭੇਜ ਦਿਓ ਜਿਹੜੀ ਅੱਜ ਦੀ ਹੈ। ਹਾਂਜੀ ਮੈਂ ਹਾਂਜੀ ਥੋੜਾ ਜਿਹਾ ਲੇਟ ਜੁਆਇਨ ਕੀਤਾ ਸੀ। ਥੈਂਕ ਯੂ ਜੀ। ਠੀਕ ਹੈ।